हाँ जी दोस्तों, सृजनात्मक सिक्ख्या संसार के इस प्लेटफार्म तो तुहाडा बहुत-बहुत स्वागत है। आओ गल्लां करिए दे इस 22वें एपीसोड दे विच असीं तुहाडे नाल हां ते इस वार असीं कुछ बदल के ये प्रोग्राम स्टार्ट कर रहे हां। तुहाडे नाल वादा कीता सी कि नवें साल दे नवें एजेंडे होणगे ते उन्हां एजेंडिਆਂ ਦੇ तहत इस वार आओ गल्लां करिए दे फ्रेम दे विच कुछ तब्दीलियां कीतियां ने ते एडमिन पैनल ने यह फैसला किया सी कि हुण महीने दे विच एक जिहड़ा लाइव प्रोग्राम है वो पैनल डिस्कशन के रूप दे विच होऊगा। बाकी 3 प्रोग्राम पहलां दी तरह कोई भी एक बंदा लाइव होके गल करूगा ਜਾਂ ਸਿੱਧਾ ਆਪਣੀ ਫੇਸਬੁੱਕ ਤੋਂ ਲਾਈਵ ਹੋਊਗਾ ਜਾਂ ਫਿਰ ਜ਼ੂਮ ਰਾਹੀਂ ਲਾਈਵ ਹੋਊਗਾ, ਪਰ ਕੋਈ ਇੱਕ ਪ੍ਰੋਗਰਾਮ ਨੂੰ ਅਸੀਂ ਕਿਸੇ ਇੱਕ ਦਿਨ ਸੈਟਰਡੇ ਪੈਨਲ ਡਿਸਕਸ਼ਨ ਦੇ ਰੂਪ ਦੇ ਵਿੱਚ ਕਿਸੇ ਸਬਜੈਕਟ ਤੇ ਚਰਚਾ ਕਰਾਂਗੇ। ਤੇ ਇਸ ਵਾਰ ਜੋ ਵਿਸ਼ਾ ਅਸੀਂ ਚੁਣਿਆ, ਜੋ ਸਬਜੈਕਟ ਅਸੀਂ ਚੁਣਿਆ, ਉਹ ਵਿਸ਼ਾ ਹੈ ਅੱਖਰਕਾਰੀ ਸਿਰਜਣਾ ਤੋਂ ਸੁਹਜ ਵੱਲ। ਤੇ ਇਹਦੇ ਵਿੱਚ ਅੱਖਰਕਾਰੀ ਨਾਲ ਜੁੜੀਆਂ ਹੋਈਆਂ ਦੋ ਮਹਾਨ ਸ਼ਖਸੀਅਤਾਂ ਸਾਡੇ ਨਾਲ ਨੇ। पहले हैं उरमनदीप सिंह उर्फ रिंपा बराड़, दूजे हैं साहिब सिंह। उरमनदीप सिंह जी, तुहाडा बहुत बहुत स्वागत है। बहुत बहुत धन्यवाद सर। सिरजनात्मक सिक्ख्या संसार दे विच सानू मान सन्मान बख्शिया और इस ग्रुप दे नाल जुड़े हुए हरेक मैंबर नू मेरे वालों बहुत ही प्यार भरी सत श्री अकाल। ਅਸੀਂ ਵਡਭਾਗੇ ਹਾਂ ਜੀ ਜਿਨ੍ਹਾਂ ਨੇ ਸਾਨੂੰ ਇਨਾ ਮਾਣ ਬਖਸ਼ਿਆ ਇਸ ਗਰੁੱਪ ਦੇ ਵਿੱਚ। ਸਾਨੂੰ ਵੀ ਬਹੁਤ ਮਾਣ ਹੈ ਤੁਹਾਡੇ ਤੇ। ਸਾਹਿਬ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਰ। ਸ਼ੁਕਰੀਆ ਜੀ, ਧੰਨਵਾਦ ਜੀ। ਜੀ ਦੋਸਤੋ, ਜਦੋਂ ਬਚਪਨ ਦੇ ਵਿੱਚ ਮੈਂ ਕਿਤੇ ਇਹ ਬੁਝਾਰਤ ਸੁਣਦਾ ਹੁੰਦਾ ਸੀ ਕਿ ਨਿੱਕੇ ਨਿੱਕੇ ਟੇਟੂਏ ਸੰਦੂਕ ਚੁੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਨੇ, ਤਾਂ ਉਦੋਂ ਅਕਸਰ ਜਦੋਂ ਬੁੱਝਦੇ ਸੀ ਇਹਦਾ ਜਵਾਬ ਹੁੰਦਾ ਸੀ ਰੇਲ ਗੱਡੀ ਦੇ ਡੱਬੇ। पर जिमें जिमें मैं बड़ा होया, मेरा वाह अखरां दे नाल पिया, तां मैनूं लगदा सी कि इस बुझारत दा एक जवाब अखर भी हो सकदा है। ये भी निक्के निक्के टेटूए ने जिहड़े ज्ञान दे संदूक जांदे हुंदे ने, ये निक्के निक्के जनौर ने जिहड़े पता नहीं सानूं किहड़ी दुनिया दे विच लै जांदे ने। ते मैं कुछ बोल इन्हां निक्के निक्के जुगनुआं ਦੀ ਤਾਰੀਫ ਦੇ ਵਿੱਚ ਲਿਖੇ ਸੀ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਤੇ ਉਸ ਤੋਂ ਬਾਅਦ ਆਪਾਂ ਸਾਡੇ ਮਹਿਮਾਨਾਂ ਨਾਲ ਗੱਲਬਾਤ ਕਰਦੇ ਹਾਂ। ਮੈਂ ਕਿਤੇ ਲਿਖਿਆ ਸੀ ਕਿ ਨਿੱਕੇ ਨਿੱਕੇ ਅੱਖਰ ਜਦ ਤਰਾਸ਼ੇ ਜਾਂਦੇ, ਸ਼ਿੰਗਾਰੇ ਜਾਂਦੇ, ਜੁਗਨੂਆਂ ਜੋ ਜਗਦੇ, ਖੰਭ ਛੁਡਾ ਭਜਦੇ, ਦੇ ਦੇਖਦੇ ਤਿਤਲੀਆਂ ਜੋ ਉੱਡਣ ਲੱਗਦੇ, ਤੇ ਦੇਖਦੇ ਦੇਖਦੇ ਤਿਤਲੀਆਂ ਜੋ ਉੱਡਣ ਲੱਗਦੇ, ਮੈਂ ਅੱਖਰਾਂ ਦੇ ਪਰਾਂ ਤੇ ਬੈਠ ਲਫ਼ਜ਼ਾਂ ਦੀਆਂ ਪੌੜੀਆਂ ਲਾ, ਫਿਕਰਿਆਂ ਦੀ ਉਂਗਲ ਫੜ, ਆਉਂਦਾ ਗਿਆਨ ਦੇ ਕਿੰਨੇ ਹੀ ਥਲ ਸਾਗਰ ਅਸਗਾ। ਚਾਹੁੰਦੇ ਰਹੋ, ਧੜਕਦੇ ਰਹੋ, ਮਟਕਦੇ ਰਹੋ ਮੇਰੇ ਪਿਆਰੇ ਜੁਗਨੂਓ, ਤੁਹਾਡੀ ਹਮੇਸ਼ਾ ਲੋੜ ਰਹੇਗੀ ਜੀਣ ਲਈ, ਥੀਣ ਲਈ, ਜੀਵਨ ਦੀਆਂ ਪਾਟੀਆਂ ਲੀਰਾਂ ਨੂੰ ਸੀਣ ਲਈ, ਸਿਰਜਣਾ ਲਈ, ਕਲਪਨਾ ਲਈ, ਜਿਉਂਦੇ ਦਿਲਾਂ ਦੀਆਂ ਧੜਕਣਾਂ ਲਈ, ਕੁਝ ਵੀ ਨਵਾਂ ਕਰਨ ਲਈ, ਸੁਪਨਿਆਂ ਦੇ ਅੰਬਰ 'ਚ ਨਵੀਂ ਪ੍ਰਵਾਸ ਭਰਨ ਲਈ, ਸੁਪਨਿਆਂ ਦੇ ਅੰਬਰ 'ਚ ਨਵੀਂ ਪ੍ਰਵਾਸ ਭਰਨ ਲਈ। ਦੋਸਤੋ, ਅਖਰੀ ਨੇ ਜੀ, ਧੰਨਵਾਦ। ਇਹ ਅਖਰੀ ਨੇ ਜਿਹੜੇ ਸਾਨੂੰ ਗਿਆਨ ਦੇ ਖਲਾਂ ਤੱਕ, ਗਿਆਨ ਦੇ ਸਾਗਰਾਂ ਤੱਕ, ਗਿਆਨ ਦੇ ਸਮੁੰਦਰਾਂ ਤੱਕ ਲੈ ਕੇ ਜਾਂਦੇ ਨੇ। ਜੇ ਅੱਖਰ ਨਾ ਹੁੰਦੇ ਤਾਂ ਸ਼ਾਇਦ ਦੁਨੀਆ ਅੱਜ ਵਰਗੀ ਸੋਹਣੀ ਨਾ ਹੁੰਦੀ। ਇਹਨਾਂ ਅੱਖਰਾਂ ਦੀ ਬਦੌਲਤ ਹੀ ਸਾਡੀ ਸ਼ਖਸੀਅਤ ਹੈ, ਇਹਨਾਂ ਅੱਖਰਾਂ ਦੀ ਬਦੌਲਤ ਹੀ ਇਹ ਸਮਾਜ ਹੈ, ਇਹਨਾਂ ਅੱਖਰਾਂ ਦੀ ਬਦੌਲਤ ਹੀ ਮਨੁੱਖ ਜਿਹੜਾ ਹੈਗਾ ਉਹ ਪਸ਼ੂ ਸਮਾਜ ਤੋਂ ਵੱਖ ਹੋ ਕੇ ਸੱਭਿਅਕ ਸਮਾਜ ਵੱਲ ਉਸਨੇ ਸਫ਼ਰ ਕੀਤਾ। ਸੋ ਆਓ ਆਪਾਂ ਅੱਜ ਇਹਨਾਂ ਅੱਖਰਕਾਰਾਂ ਤੋਂ ਬਣੀ ਅੱਖਰਕਾਰੀ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ। ਮੇਰੇ ਨਾਲ ਡਾਕਟਰ ਇੰਦਰਪ੍ਰੀਤ ਧਾਮੀ ਨੇ ਜੋ ਸਾਡੇ ਐਡਮਿਨ ਪੈਨਲ ਦੇ ਵਿੱਚ ਨੇ, ਇਹ ਵੀ ਮੇਰੇ ਨਾਲ ਹੋਸਟਿੰਗ ਕਰਨਗੇ, ਗੱਲਾਂ ਬਾਤਾਂ ਕਰਨਗੇ ਤੇ ਅਸੀਂ ਸਾਡੇ ਇਹਨਾਂ ਦੋ ਮਹਿਮਾਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਸਾਡੇ ਜਿਹੜੇ ਇਹ ਦੋਨੇ ਮਹਿਮਾਨ ਨੇ, ਇਹਨਾਂ ਦਾ ਅੱਖਰਕਾਰੀ ਦੇ ਵਿੱਚ ਇੱਕ ਵੱਡਾ ਨਾਂ ਹੈ। ਦੋਵੇਂ ਅਧਿਆਪਕ ਨੇ
ਤੇ ਵੈਸੇ ਤਾਂ ਅਧਿਆਪਕ ਹੋਣਾ ਹੀ ਆਪਣੇ ਆਪ ਦੇ ਵਿੱਚ ਮਾਣ ਵਾਲੀ ਗੱਲ ਹੈ, ਪਰ ਅਧਿਆਪਕ ਹੋਣ ਤੋਂ ਬਾਅਦ ਇੱਕ ਪ੍ਰਤਿਭਾਸ਼ੀਲ ਅਧਿਆਪਕ ਹੋਣਾ, ਇੱਕ ਟੈਲੈਂਟਡ ਅਧਿਆਪਕ ਹੋਣਾ ਤੇ ਖਾਸ ਤੌਰ ਤੇ ਅੱਖਰਕਾਰੀ ਵਰਗੇ ਬਹੁਤ ਖੂਬਸੂਰਤ ਹੁਨਰ ਦੇ ਵਿੱਚ ਪਰਫੈਕਟ ਹੋਣਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਸਾਡੇ ਇਹ ਜਿਹੜੇ ਦੋਨੇ ਅਧਿਆਪਕ ਨੇ, ਇਹਨਾਂ ਦੇ ਵਿੱਚ ਹੋਰ ਬਹੁਤ ਸਾਰੇ ਗੁਣ ਨੇ, ਪਰ ਹੋਰ ਬਹੁਤ ਸਾਰੇ ਗੁਣਾਂ ਦੇ ਨਾਲ ਜਿਹੜਾ ਸਭ ਤੋਂ ਵੱਧ ਮਹੱਤਵਪੂਰਨ ਗੁਣ ਇਹਨਾਂ ਦੇ ਵਿੱਚ ਹੈ, ਉਹ ਹੈ ਇਹਨਾਂ ਦੀਆਂ ਉਂਗਲਾਂ ਦੇ ਵਿੱਚ, ਇਹਨਾਂ ਦੇ ਹੱਥਾਂ ਦੇ ਵਿੱਚ ਅੱਖਰਕਾਰੀ ਦਾ ਗੁਣ। ਤੇ ਉਸ ਅੱਖਰਕਾਰੀ ਦੀ ਬਦੌਲਤ ਇਹਨਾਂ ਨੇ ਸਮਾਜ ਦੇ ਵਿੱਚ ਮਾਣ ਸਨਮਾਨ ਵੀ ਪ੍ਰਾਪਤ ਕੀਤਾ, ਰੁਤਬਾ ਵੀ ਪ੍ਰਾਪਤ ਕੀਤਾ, ਆਪਣੇ ਅੰਦਰ ਦਾ ਸਕੂਨ ਵੀ ਹਾਸਲ ਕੀਤਾ ਤੇ ਬਾਹਰਲੇ ਜਗਤ ਨਾਲ ਇਕਸੁਰ ਹੋਏ ਤੇ ਅੱਜ ਸਾਡੇ ਰੂਬਰੂ ਨੇ। ਸੋ ਇੱਕ ਵਾਰੀ ਫਿਰ ਅਸੀਂ ਸਾਡੇ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਹਾਂ ਤੇ ਗੱਲਬਾਤ ਦਾ ਸਿਲਸਿਲਾ ਵੀ ਨਾਲ ਦੀ ਨਾਲ ਸ਼ੁਰੂ ਕਰਦੇ ਹਾਂ। ਉਰਮਨਦੀਪ ਸਿੰਘ ਜੀ, ਤੁਹਾਡੇ ਤੋਂ ਗੱਲ ਸ਼ੁਰੂ ਕਰਦੇ ਹਾਂ। ਜਦੋਂ ਆਪਾਂ ਵਿਸ਼ਾ ਰੱਖਿਆ ਕਿ ਅੱਖਰਕਾਰੀ ਸਿਰਜਣਾ ਤੋਂ ਸੁਹਜ ਵੱਲ, ਜਦੋਂ ਸਾਡੇ ਅੰਦਰ ਵਿਚਾਰ ਹੁੰਦੇ ਨੇ ਤਾਂ ਉਹਨਾਂ ਵਿਚਾਰਾਂ ਨੂੰ ਅਸੀਂ ਕਿਸੇ ਲਿਪੀ ਰਾਹੀਂ ਪ੍ਰਗਟਾਉਂਦੇ ਹਾਂ। ਉਹ ਲਿਪੀ ਦੇ ਵਿੱਚ ਛੋਟੇ ਛੋਟੇ ਚਿਹਨ ਹੁੰਦੇ ਨੇ, ਛੋਟੇ ਛੋਟੇ ਅੱਖਰ ਹੁੰਦੇ ਨੇ, ਜਿਹੜੇ ਸਾਡੇ ਪ੍ਰਗਟਾਅ ਦਾ ਮਾਧਿਅਮ ਬਣਦੇ ਨੇ। ਹਰ ਮਨੁੱਖ ਜਦੋਂ ਉਹਨਾਂ ਅੱਖਰਾਂ ਨੂੰ ਲਿਖਦਾ ਹੈ ਤਾਂ ਸਿਰਜਣਾ ਕਰਦਾ ਹੈ, ਪਰ ਹਰ ਸਿਰਜਣਾ ਸੁਹਜ ਨਹੀਂ ਹੁੰਦੀ ਹੈਗੀ। ਸਿਰਜਣਾ ਨੂੰ ਸੁਹਜ ਵੱਲ ਜਾਣ ਲਈ ਇੱਕ ਲੰਮਾ ਸਫ਼ਰ ਤੈਅ ਕਰਨਾ ਪੈਂਦਾ ਹੈ। ਉਹਦੇ ਵਿੱਚ ਮਨੁੱਖ ਦਾ ਬਹੁਤ ਸਾਰਾ ਹੁਨਰ ਸ਼ਾਮਲ ਹੁੰਦਾ ਹੈ, ਮਨੁੱਖ ਦੀ ਬਹੁਤ ਸਾਰੀ ਮਿਹਨਤ ਸ਼ਾਮਲ ਹੁੰਦੀ ਹੈ। ਪੜ੍ਹ ਹਰੇਕ ਜਾਂਦਾ ਹੈ, ਲਿਖ ਹਰੇਕ ਲੈਂਦਾ ਹੈ, ਪਰ ਪੜ੍ਹਨਾ ਲਿਖਣਾ ਸੁਹਜ ਦੇ ਵਿੱਚ ਕਦੋਂ ਬਦਲਦਾ ਹੈ? ਇਹਦੇ ਬਹੁਤ ਸਾਰੇ ਰੂਪ ਨੇ। ਇਹਦਾ ਇੱਕ ਰੂਪ ਲਿਖਾਈ ਹੈ, ਲਿਖਾਈ ਤੋਂ ਬਾਅਦ ਫਿਰ ਸੁੰਦਰ ਲਿਖਾਈ ਹੈ, ਸੁੰਦਰ ਲਿਖਾਈ ਤੋਂ ਬਾਅਦ ਫਿਰ ਕਰਸਿਵ ਰਾਈਟਿੰਗ ਹੈ, ਕਰਸਿਵ ਰਾਈਟਿੰਗ ਤੋਂ ਬਾਅਦ ਅੱਖਰਕਾਰੀ ਹੈ। ਅੱਜ ਆਪਾਂ ਇਹਨਾਂ ਸਾਰੀਆਂ ਤੇ ਗੱਲਾਂ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਕੋਈ ਲਿਖਾਈ ਸੁੰਦਰ ਲਿਖਾਈ ਤੱਕ ਕਿਵੇਂ ਪਹੁੰਚਦੀ ਹੈ। ਉਰਮਨਦੀਪ ਸਿੰਘ ਜੀ, ਤੁਸੀਂ ਪਲੀਜ਼ ਆਪਾਂ ਇਸ ਸਵਾਲ ਤੇ ਗੱਲ ਕਰੀਏ ਕਿ ਕੋਈ ਸਧਾਰਨ ਲਿਖਾਈ ਸੁੰਦਰ ਲਿਖਾਈ ਤੱਕ ਦਾ ਸਫ਼ਰ ਕਿਵੇਂ ਕਰਦੀ ਹੈ। ਕਰਸਿਵ ਰਾਈਟਿੰਗ, ਅੱਖਰਕਾਰੀ ਬਾਰੇ ਗੱਲ ਆਪਾਂ ਬਾਅਦ ਚ ਕਰਾਂਗੇ। ਧੰਨਵਾਦ ਸਰ। ਸਰ ਪਹਿਲਾਂ ਤਾਂ ਜਿਹੜਾ ਆਪਣਾ ਵਿਸ਼ਾ ਰੱਖਿਆ ਜੀ, ਸਿਰਜਣਾ ਤੋਂ ਸੋਝ ਵੱਲ, ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਵਿਸ਼ਾ ਹੈ ਇਹ। ਜੇ ਆਪਾਂ ਗੱਲ ਅੱਖਰਕਾਰੀ ਤੋਂ ਸ਼ੁਰੂ ਕਰਦੇ ਹਾਂ ਜੀ, ਤਾਂ ਪਹਿਲਾਂ ਆਪਾਂ ਅੱਖਰਕਾਰੀ ਦੇ ਇਤਿਹਾਸ ਬਾਰੇ ਥੋੜਾ ਜਿਹਾ, ਉਹਦੀ ਪਿੱਠਭੂਮੀ ਬਾਰੇ ਆਪਾਂ ਜਾਣਕਾਰੀ ਲਵਾਂਗੇ। ਅੱਖਰਕਾਰੀ ਕੀ ਹੈ? ਅੱਖਰਕਾਰੀ ਇੱਕ ਸੁਹਜਾਤਮਕ ਕਲਾ ਹੈ। ਇਹ ਸੋਝ ਤੇ ਕਲਾ ਦਾ ਸੁਮੇਲ ਹੈ। ਅੱਖਰਕਾਰੀ ਹੈ ਜਿਹੜੀ ਇੱਕ ਸਿਰਜਣਾ ਤੋਂ ਸੋਝ ਵੱਲ ਦਾ ਪੰਧ ਹੈ, ਇੱਕ ਸਫ਼ਰ ਕਰਦੀ ਹੈ ਇਹ। ਸਾਡੀ ਸ਼ਖਸੀਅਤ ਦੇ ਵਿੱਚ ਐਸਥੈਟਿਕਸ ਦਾ ਜਾਂ ਸੋਝ ਦਾ ਗੁਣ ਹੋਣਾ ਲਾਜ਼ਮੀ ਹੈ। ਜੇ ਅਸੀਂ ਸੋਝਵਾਦੀ ਨਹੀਂ ਤਾਂ ਕਲਾ ਦੇ ਖੇਤਰ ਦੇ ਵਿੱਚ ਸਾਡੀ ਕੋਈ ਪਕੜ ਵਧੀਆ ਨਹੀਂ ਹੋ ਸਕਦੀ। ਸੋਝ ਦੇ ਨਾਲ ਨਾਲ ਜਿਹੜੇ ਕੁਝ ਹੋਰ ਗੁਣ ਹੈ ਜੋ ਸਾਡੀ ਸ਼ਖਸੀਅਤ ਨੂੰ ਨਿਖਾਰਦੇ ਹੈ, ਜਿਵੇਂ ਕਿ ਸੰਜਮਤਾ ਤੇ ਸਹਿਨਸ਼ੀਲਤਾ, ਇਹਨਾਂ ਗੁਣਾਂ ਦਾ ਹੋਣਾ ਵੀ ਸਾਡੇ ਲਈ ਲਾਜ਼ਮੀ ਹੈ। ਸੋਝ, ਸੰਜਮਤਾ ਤੇ ਸਹਿਨਸ਼ੀਲਤਾ ਇੱਕ ਮਿਲ ਕੇ ਨਵੀਂ ਸਿਰਜਣਾ ਦਾ ਆਧਾਰ ਬਣਦੇ ਆ। ਇੱਕ ਬੱਚਾ ਅੱਖਰ ਸਿੱਖਦਾ, ਸਭ ਤੋਂ ਪਹਿਲਾਂ ਭਾਸ਼ਾ ਸਿੱਖਦਾ, ਬੋਲਣਾ ਸਿੱਖਦਾ, ਫਿਰ ਉਸ ਤੋਂ ਬਾਅਦ ਅੱਖਰ ਕੀ ਇੱਕ ਚਿੱਤਰ ਹੈ ਇਹ। ਜਦੋਂ ਕੋਈ ਬੱਚਾ ਦੇਖਦਾ, ਕਿਸੇ ਲਿਪੀ ਨੂੰ ਦੇਖਦਾ ਤਾਂ ਉਹਦੇ ਲਈ ਇੱਕ ਚਿੱਤਰ ਦੇ ਸਮਾਨ ਆ ਉਹ। ਜਦੋਂ ਆਪਾਂ ਬੱਚੇ ਨੂੰ ਪੜ੍ਹਾਉਣੇ ਆ ਕਿ ਬੇਟਾ ਆਹ ਊੜਾ ਹੈ, ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਊੜਾ ਹੈ। ਉਹਦੇ ਲਈ ਊੜਾ ਇੱਕ ਚਿੱਤਰ ਹੈ, ਆੜਾ ਇੱਕ ਚਿੱਤਰ ਹੈ, ਈੜੀ ਇੱਕ ਚਿੱਤਰ ਹੈ। ਜਦੋਂ ਹੌਲੀ ਹੌਲੀ ਉਹਨੂੰ ਚਿੱਤਰਾਂ ਦੀ ਪਛਾਣ ਹੋ ਜਾਂਦੀ ਹੈ, ਉਹ ਚਿੱਤਰ ਉਹਦੇ ਦਿਮਾਗ ਦੇ ਵਿੱਚ ਪਰਪੱਕ ਹੋ ਜਾਂਦੇ ਆ। ਫਿਰ ਉਸ ਤੋਂ ਬਾਅਦ ਉਹਨੂੰ ਉਹ ਅੱਖਰ ਦਾ ਗਿਆਨ ਆਉਂਦਾ ਵੀ ਆਹ ਜਿਹੜਾ ਅੱਖਰ ਹੈ, ਜਿਹੜਾ ਆਹ ਚਿੱਤਰ ਹੈ, ਇਹਨੂੰ ਅਸੀਂ, ਇਹ ਚੇਨ ਨੂੰ ਅਸੀਂ ਊੜਾ ਕਹਿੰਦੇ ਆ, ਆਹ ਆੜਾ ਹੈ। ਉਸ ਤੋਂ ਬਾਅਦ ਉਹ ਬੱਚਾ ਉਹਨਾਂ ਅੱਖਰਾਂ ਨੂੰ ਲਿਖਣਾ ਸਿੱਖਦਾ ਹੈ। ਫਿਰ ਅਧਿਆਪਕ ਤੇ ਉਹਦੇ ਮਾਪਿਆਂ ਦੇ ਜਿਹੜੇ ਸਹਿਯੋਗ ਦੇ ਨਾਲ ਉਸ ਦੀ ਲਿਖਾਈ ਦੇ ਵਿੱਚ ਪਰਪੱਕਤਾ ਆਉਂਦੀ ਹੈ। ਉਹ ਪਰਪੱਕਤਾ ਜਿਹੜੀ ਫਿਰ ਉਹ ਜਿਹੜੀ ਸੁੰਦਰ ਲਿਖਾਈ ਦਾ ਆਧਾਰ ਬਣਦੀ ਹੈ। ਕੋਈ ਵੀ ਆਰਟਿਸਟ ਲੈ ਲਓ, ਕੋਈ ਵੀ ਕਲਾਕਾਰ ਲੈ ਲਓ, ਉਹ ਚਾਹੇ ਕਿਸੇ ਵੀ ਖੇਤਰ ਨਾਲ ਸੰਬੰਧਿਤ ਹੈ, ਚਾਹੇ ਉਹ ਫੋਟੋਗ੍ਰਾਫਰ ਹੈ, ਚਾਹੇ ਉਹ ਪੇਂਟਰ ਹੈ, ਚਾਹੇ ਉਹ ਅੱਖਰਕਾਰ ਹੈ, ਉਹ ਆਪਣੇ ਮਾਣ ਸਨਮਾਨ ਲਈ ਜੇ ਕੰਮ ਕਰੂਗਾ ਤਾਂ ਉਹ ਆਪਣੇ ਖੇਤਰ ਦੇ ਵਿੱਚ ਪਰਪੱਕ ਨਹੀਂ ਹੋ ਸਕਦਾ ਹੈਗਾ। ਜੇ ਉਹ ਕਲਾ ਲਈ ਕੰਮ ਕਰੂਗਾ ਤਾਂ ਆਪਣੇ ਖੇਤਰ ਦੇ ਵਿੱਚ ਉਹ ਬਹੁਤ ਅੱਗੇ ਤੱਕ ਜਾ ਸਕਦਾ ਹੈ। ਕਿਉਂਕਿ ਜੇ ਕੋਈ ਬੰਦਾ ਕਲਾ ਦੀ ਖਾਤਰ ਜਿਉਂਦਾ ਹੈ ਤਾਂ ਉਹਦੇ ਅੱਗੇ ਵਧਣ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹੁੰਦੀਆਂ। ਕਿਸੇ ਵੀ ਸਿਰਜਣਾ ਨੂੰ ਅਸੀਂ ਕਲਾ ਦੇ ਪੱਖ ਤੋਂ ਲਵਾਂਗੇ ਤਾਂ ਉਹ ਜਿਹੜੀ ਚਿਰਸਦੀ ਵੀ ਹੋਊਗੀ। ਜਦੋਂ ਅਸੀਂ ਕੋਈ ਕਲਾ ਨੂੰ ਬਜ਼ਾਰੂ ਰੂਪ ਦੇ ਦਿੰਦੇ ਹਾਂ, ਕਲਾ ਨੂੰ ਵੇਚਣਾ ਸ਼ੁਰੂ ਕਰ ਦਿੰਦੇ ਹਾਂ, ਤਾਂ ਜਿਹੜਾ ਉਹਦਾ ਪ੍ਰਭਾਵ ਆ ਉਹ ਖਤਮ ਹੋ ਜਾਂਦਾ। ਸਾਡੇ ਅੰਦਰੋਂ ਜਿਹੜੀ ਕਲਾਤਮਕਤਾ ਦੀਆਂ ਰੁਚੀਆਂ ਉਹ ਖਤਮ ਹੋ ਜਾਂਦੀਆਂ। ਜਿਵੇਂ ਇੱਕ ਉਦਾਹਰਨ ਹੈ, ਮਾਈਕਲ ਐਂਜਲੋ ਹੈ ਜਿਹੜਾ ਸੰਸਾਰ ਪ੍ਰਸਿੱਧ ਬੁੱਤ ਘੜਾ ਹੋਇਆ,
ਉਹਦੇ ਅੰਦਰ ਕਲਾ ਸੀ, ਨਿਪੁੰਨਤਾ ਸੀ, ਉਹਦੇ ਚ ਸਹਿਜਤਾ ਸੀ, ਸੰਜਮਤਾ ਸੀ, ਸਹਿਨਸ਼ੀਲਤਾ ਸੀ, ਉਹਦੇ ਚ ਸਭ ਕੁਝ, ਸਾਰੇ ਗੁਣ ਸੀ ਉਹਦੇ ਚ। ਪਰ ਜਦੋਂ ਬੁੱਤ ਤਰਾਸ਼ੀ ਕਰਦਾ ਸੀਗਾ ਤਾਂ ਲੋਕ ਉਸ ਨੂੰ ਕਹਿੰਦੇ ਸੀਗੇ ਯਾਰ ਇਹ ਤਾਂ ਇੱਕ ਗਰੀਬ ਜਿਹਾ ਬੰਦਾ ਹੈ, ਇੱਕ ਲੇਬਰ ਕਲਾਸ ਦਾ ਬੰਦਾ ਹੈ, ਪਾਗਲ ਹੈ, ਇਹ ਉਹਨੂੰ ਪਾਗਲ ਦੱਸਦੇ ਸੀਗੇ। ਪਰ ਜਿਹੜੀ ਬੁੱਤ ਤਰਾਸ਼ੀ ਸੀ ਉਹਦੀ ਰੂਹ ਨੂੰ ਸਕੂਨ ਦਿੰਦੀ ਸੀ। ਉਹ ਜਦੋਂ ਪੱਥਰ ਦੀਆਂ ਛਿਲਤਰਾਂ ਲਾਉਂਦਾ ਸੀਗਾ ਉਹ ਛੈਣੀ ਦੇ ਨਾਲ, ਤੇ ਉਹਨੂੰ ਆਨੰਦ ਆਉਂਦਾ ਸੀ ਉਹਦੇ ਵਿੱਚੋਂ। ਔਰ ਉਸੇ ਦੇ ਸ਼ਬਦ ਹੈ, ਉਹ ਕਹਿੰਦਾ ਸੀ ਵੀ ਮੂਰਤੀ ਤਾਂ ਜਿਹੜੀ ਪੱਥਰ ਦੇ ਵਿੱਚ ਹੀ ਪਈ ਹੈ, ਮੈਂ ਤਾਂ ਜਿਹੜਾ ਫਾਲਤੂ ਪੱਥਰ ਲਾਇਆ ਉਹਦੇ ਨਾਲੋਂ, ਮੈਂ ਤਾਂ ਤਰਾਸ਼ਿਆ ਉਹਨੂੰ, ਮੂਰਤੀ ਤਾਂ ਵਿੱਚ ਹੀ ਪਈ ਹੈ। ਬਿਲਕੁਲ। ਇਸੇ ਤਰ੍ਹਾਂ ਜਿਹੜੀ ਕੋਈ ਵੀ ਕਲਾ ਉਹ ਮਨੁੱਖ ਦੇ ਅੰਦਰ ਹੈ, ਸਿਰਫ ਉਹਨੂੰ ਇੱਕ ਪਛਾਣਨ ਦੀ ਲੋੜ ਹੈ। ਇਸੇ ਤਰ੍ਹਾਂ ਜਦੋਂ ਅਸੀਂ ਅੱਖਰਾਂ ਨੂੰ ਪਛਾਣ ਲੈਂਦੇ ਹਾਂ, ਉਹਨਾਂ ਦੀ ਸਮਝ ਆ ਜਾਂਦੀ, ਉਹਦੀ ਬਣਤਰ ਦੀ ਸਮਝ ਆ ਜਾਂਦੀ ਹੈ, ਫਿਰ ਅਸੀਂ ਉਸ ਨੂੰ ਸੋਹਣਾ ਕਰਕੇ ਲਿਖਦੇ ਹਾਂ, ਸ਼ਿੰਗਾਰਦੇ ਹਾਂ, ਤਾਂ ਉਹ ਜਿਹੜੀ ਇੱਕ ਸੁੰਦਰ ਲਿਖਾਈ ਦਾ ਮੁੱਢ ਵੱਜਦਾ ਜੀ ਉਹਦੇ ਤੇ। ਬਿਲਕੁਲ, ਬਹੁਤ ਵਧੀਆ ਜੀ, ਬਹੁਤ ਵਧੀਆ। ਇਹਨਾਂ ਨੇ ਬਹੁਤ ਖੂਬਸੂਰਤ ਗੱਲ ਕਹੀ ਹੈ ਰਮਨਦੀਪ ਹੋਰਾਂ ਨੇ ਕਿ ਮਾਣ ਸਨਮਾਨ ਲਈ ਨਹੀਂ ਕੰਮ ਕਰਨਾ ਚਾਹੀਦਾ, ਕੰਮ ਕਰਦਿਆਂ ਮਾਣ ਸਨਮਾਨ ਮਿਲੇ ਤਾਂ ਬਹੁਤ ਵੱਡੀ ਗੱਲ ਹੈ। ਬਹੁਤ ਵੱਡੀ ਗੱਲ ਹੈ ਜੀ। ਸਾਹਿਬ ਸਿੰਘ ਸਰ ਇੱਕ ਗੱਲ ਹੋਰ ਹੈ, ਹਾਂ ਸਰ ਇੱਕ ਗੱਲ ਹੋਰ ਹੈ, ਇੱਕ ਮਿੰਟ ਲਈ। ਕੋਈ ਵੀ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਤਾਂ ਉਹਦੇ ਲਈ ਸਾਨੂੰ ਕੁਝ ਪੜਾਵਾਂ ਦੇ ਵਿੱਚ ਲੰਘਣਾ ਪੈਂਦਾ ਹੈ। ਸਭ ਤੋਂ ਪਹਿਲਾ ਪੜਾਅ ਮੈਂ ਮੰਨਦਾ ਹੁੰਦਾ ਵੀ ਸਾਡਾ ਸ਼ੌਂਕ ਹੈ। ਸਭ ਤੋਂ ਪਹਿਲਾਂ ਸਾਡੇ ਅੰਦਰ ਕਿਸੇ ਕੰਮ ਨੂੰ ਕਰਨ ਦਾ ਸ਼ੌਂਕ ਪੈਦਾ ਹੁੰਦਾ। ਜਦੋਂ ਅਸੀਂ ਕਿਸੇ ਦੇ ਕੀਤੇ ਕੰਮ ਨੂੰ ਦੇਖਦੇ ਹਾਂ ਤਾਂ ਸਾਨੂੰ ਵੀ ਦੇਖ ਕੇ ਇੱਕ ਸ਼ੌਂਕ ਪੈਦਾ ਹੋ ਜਾਂਦਾ, ਯਾਰ ਵੀ ਮੈਂ ਵੀ ਆਹ ਕੰਮ ਕਰਾਂ। ਜਦੋਂ ਸ਼ੌਂਕ ਦੇ ਨਾਲ ਅਸੀਂ ਕੰਮ ਕਰਨ ਲੱਗਦੇ ਹਾਂ ਤਾਂ ਉਹ ਸਾਡਾ ਜਜ਼ਬਾ ਬਣ ਜਾਂਦਾ ਹੈ। ਬਿਲਕੁਲ। ਜਜ਼ਬੇ ਦੀ ਜਦੋਂ ਸਾਡੇ ਅੰਦਰ ਜਿਹੜੀ ਪਕੇਰੀ ਹੋ ਜਾਂਦੀ ਹੈ ਤਾਂ ਫਿਰ ਉਹ ਜਜ਼ਬਾ ਸਾਡਾ ਜਨੂਨ ਬਣ ਜਾਂਦਾ ਹੈ। ਫਿਰ ਉਹ ਸਾਨੂੰ ਕੰਮ ਕਰਨ ਦਾ ਜਨੂਨ ਪੈਦਾ ਹੋ ਜਾਂਦਾ, ਅਸੀਂ ਜਨੂਨ ਦੀ ਹੱਦ ਤੱਕ ਉਹਨੂੰ ਕਰਦੇ ਹਾਂ। ਫਿਰ ਜਿਹੜੇ ਇੱਕ ਜਨੂਨ ਦੇ ਤੋਂ ਬਾਅਦ ਇੱਕ ਜਿਹੜੀ ਇੱਕ ਸਟੇਜ ਆਉਂਦੀ ਹੈ, ਉਹਨੂੰ ਅਸੀਂ ਪਾਗਲਪਨ ਕਹਿ ਲਓ ਵੀ ਪਾਗਲਪਨ ਦੀ ਸਟੇਜ ਆ ਜਾਂਦੀ ਹੈ, ਵੀ ਬੰਦੇ ਨੂੰ ਹੋਰ ਕੁਝ ਦਿਸਦਾ ਹੀ ਨਹੀਂਗਾ, ਉਹਨੂੰ ਸਿਰਫ ਉਹਦਾ ਕੰਮ ਦਿਸਦਾ ਹੈ। ਪਾਗਲਪਨ ਦੀ ਜਿਹੜੀ ਸਟੇਜ ਆ, ਉਸ ਤੋਂ ਬਾਅਦ ਇੱਕ ਸਟੇਜ ਆਉਂਦੀ ਹੈ ਮਜਬੂਰੀ ਦੀ, ਵੀ ਕੰਮ ਬੰਦੇ ਦੀ ਮਜਬੂਰੀ ਬਣ ਜਾਂਦਾ ਹੈ। ਤੇ ਜਿਹੜੀ ਲਾਸਟ ਸਟੇਜ ਮੈਂ ਮੰਨਦਾ ਹੁੰਦਾ ਉਹ ਹੈਗੀ ਇਕਮਿਕਤਾ ਦੀ। ਜਦੋਂ ਬੰਦਾ ਆਪਦੇ ਕੰਮ ਦੇ ਵਿੱਚ ਇੰਨਾ ਰੁੱਝ ਜਾਂਦਾ ਹੈ, ਉਹਦੇ ਅੰਦਰ ਇੰਨਾ ਗੜੁੱਚ ਹੋ ਜਾਂਦਾ, ਉਹ ਕੰਮ ਦੇ ਵਿੱਚ ਇਕਮਿਕ ਹੋ ਜਾਂਦਾ ਹੈ। ਇਹ ਜਿਹੜੀਆਂ ਸਾਡੇ ਅੰਦਰ ਜਿਹੜੀਆਂ ਡਿਵੈਲਪਮੈਂਟ ਦੀਆਂ ਸਟੇਜਸ ਨੇ, ਇਹ ਜਦੋਂ ਬੰਦਾ ਨਿਸ਼ਚਿੰਤ ਹੋ ਕੇ, ਬੇਖੌਫ ਹੋ ਕੇ, ਸਹਿਨਸ਼ੀਲਤਾ ਦੇ ਨਾਲ, ਸੰਜਮਤਾ ਦੇ ਨਾਲ ਕੰਮ ਕਰਦਾ ਹੈ ਤਾਂ ਉਹ ਆਪਣੇ ਕੰਮ ਦੇ ਵਿੱਚ ਇਕਮਿਕ ਹੋ ਜਾਂਦਾ ਹੈ। ਜਦੋਂ ਬੰਦਾ ਥਿੜਕੇ ਨਾ, ਜਦੋਂ ਬੰਦਾ ਆਪਣੇ ਕੰਮ ਦੇ ਵਿੱਚ ਪਰਫੈਕਟ ਹੋ ਗਿਆ, ਇਕਮਿਕ ਹੋ ਗਿਆ, ਸਮਝੋ ਕਲਾਕਾਰ ਹੋ ਗਿਆ। ਕਲਾ ਉਹਦੀ ਜ਼ੁਬਾਨ ਹੋ ਜਾਂਦੀ ਹੈ, ਕਲਾ ਉਹਦੀ ਭਾਸ਼ਾ ਬਣ ਜਾਂਦੀ ਹੈ। ਤੇ ਜਦੋਂ ਇਹ ਕਲਾ ਸਾਡੇ ਅੰਦਰ ਸਹਿਜ ਰੂਪ ਧਾਰਨ ਕਰ ਲੈਂਦੀ ਹੈ ਤੇ ਫਿਰ ਇਹ ਸਾਡੇ ਅੰਦਰ ਸੁਤੇ ਸਿੱਧੀ ਚੱਲਣ ਲੱਗ ਪੈਂਦੀ ਹੈ। ਅਸੀਂ ਹਰੇਕ ਕੰਮ ਨੂੰ ਫਿਰ ਉਸ ਪੱਖ ਤੋਂ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਜੀ, ਕਿਆ ਬਾਤ, ਕਿਆ ਬਾਤ ਹੈ। ਜਦੋਂ ਕੋਈ ਸ਼ੌਂਕ ਜਜ਼ਬਾ ਬਣਦਾ ਹੈ, ਜਜ਼ਬੇ ਤੋਂ ਫਿਰ ਜਨੂਨ ਚ ਬਦਲਦਾ ਹੈ, ਜਨੂਨ ਪਾਗਲਪਣ ਦੇ ਵਿੱਚ ਬਦਲਦਾ ਹੈ, ਪਾਗਲਪਣ ਮਜਬੂਰੀ ਚ ਕਨਵਰਟ ਹੋ ਜਾਂਦਾ ਹੈ, ਤੇ ਮਜਬੂਰੀ ਤੋਂ ਬਾਅਦ ਜਦੋਂ ਬੰਦਾ ਇਕਸੁਰ ਹੋ ਜਾਂਦਾ ਹੈ ਤਾਂ ਕੋਈ ਉਰਮਨਦੀਪ ਪੈਦਾ ਹੁੰਦਾ ਹੈ, ਤੇ ਕੋਈ ਸਾਹਿਬ ਸਿੰਘ ਪੈਦਾ ਹੁੰਦਾ ਹੈ, ਤੇ ਹੋਰ ਬਹੁਤ ਸਾਰੇ ਕਲਾਕਾਰ ਪੈਦਾ ਹੁੰਦੇ। ਤੋ ਇਸ ਤੋਂ ਪਹਿਲਾਂ ਕਿ ਆਪਾਂ ਸਾਹਿਬ ਸਿੰਘ ਹੋਰਾਂ ਨਾਲ ਗੱਲ ਕਰੀਏ, ਮੈਂ ਇਹਨਾਂ ਦੋਨੇ ਕਲਾਕਾਰਾਂ ਦੀ ਇੱਕ ਛੋਟੀ ਜਿਹੀ ਤੁਹਾਨੂੰ ਝਲਕ ਦਿਖਾਉਣਾ ਇੱਕ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੇ ਰੂਪ ਦੇ ਵਿੱਚ। ਉਸ ਤੋਂ ਬਾਅਦ ਆਪਾਂ ਸਾਹਿਬ ਸਿੰਘ ਨਾਲ ਇਸ ਇਸ਼ੂ ਤੇ ਹੋਰ ਅੱਗੇ ਗੱਲ ਕਰਾਂਗੇ। ਸਕਰੀਨ ਸ਼ੋ ਹੋ ਰਹੀ ਹੈ ਜੀ ਤੁਹਾਨੂੰ? ਹਾਂਜੀ ਹਾਂਜੀ, ਹੋ ਰਹੀ ਹੈ ਜੀ। ਤੋ ਸਿਰਜਣਾਤਮਕ ਸਿੱਖਿਆ ਸੰਸਾਰ ਅੱਜ ਤੁਹਾਨੂੰ ਮਿਲਾ ਰਿਹਾ ਸਰਬੱਤ ਅੱਖਰਕਾਰੀ ਦੇ ਦੋ ਸੰਚਾਲਕ ਰਮਨਦੀਪ ਸਿੰਘ। ਸਰ ਮੈਨੂੰ ਨਹੀਂ ਸ਼ੋ ਹੋ ਰਹੀ। ਹੋ ਜੂਗੀ ਜੀ, ਫਿਰ ਥੋੜਾ ਜਿਹਾ ਲੇਟ ਕਈ ਵਾਰੀ ਹੁੰਦੀ ਹੈ। ਓਕੇ ਜੀ। ਇਹ ਦੋਸਤੋ ਮੈਂ ਨਾਲ ਨਾਲ ਦੱਸ ਰਿਹਾ, ਇਹ ਸਾਡੇ ਇਹਨਾਂ ਦੋਨੇ ਹੁਨਰਮੰਦ ਕਲਾਕਾਰਾਂ ਦੀ ਸ਼ੌਂਕ, ਇਹਨਾਂ ਦੇ ਜਜ਼ਬੇ, ਇਹਨਾਂ ਦੇ ਜਨੂਨ ਤੇ ਇਹਨਾਂ ਦੇ ਇਕਸੁਰਤਾ ਦੀ ਦੇਣ ਹੈ, ਜਿਹਦੇ ਵਿੱਚੋਂ ਇਹ ਜਿਹੜੀ ਅੱਖਰਕਾਰੀ ਨਿਕਲ ਰਹੀ ਹੈ। ਇਸ ਤੋਂ ਪਹਿਲਾਂ ਵੀ ਅਸੀਂ ਇਸ ਪਲੇਟਫਾਰਮ ਤੋਂ ਬਹੁਤ ਸਾਰੇ ਅੱਖਰਕਾਰਾਂ ਦੇ ਨਾਲ ਤੁਹਾਨੂੰ ਮਿਲਾਇਆ ਹੈ। ਕੰਵਰਦੀਪ ਸਿੰਘ ਹੋਰੀ, ਗੁਰਪ੍ਰੀਤ ਹੋਰੀ, ਹੋਰ ਬਹੁਤ ਸਾਰੇ। ਉਹ ਕਾਫਲਾ ਇੱਕ, ਉਸ ਕਾਫਲੇ ਦੇ ਪੈਰਲਲ ਇਹ ਲੋਕ ਵੀ ਕੰਮ ਕਰ ਰਹੇ ਨੇ, ਇਹ ਵੀ ਉਨੀ ਖੂਬਸੂਰਤੀ ਨਾਲ ਕੰਮ ਕਰ ਰਹੇ ਨੇ। ਇਹਨਾਂ ਦਾ ਵੀ ਆਪਣਾ ਮੁਕਾਮ ਹੈ ਤੇ ਅੱਜ ਆਪਾਂ ਇਹਨਾਂ ਦੀ ਅੱਖਰਕਾਰੀ ਦੇ ਦਰਸ਼ਨ ਕਰ ਰਹੇ ਹਾਂ।
ਬਹੁਤ ਸਾਰਾ ਕੰਮ ਇਹਨਾਂ ਦਾ ਗੁਰਬਾਣੀ ਤੇ ਹੈ ਕਿ ਗੁਰਬਾਣੀ ਵੈਸੇ ਆਪਣੇ ਆਪ ਦੇ ਵਿੱਚ ਦੁਨੀਆ ਦਾ ਬਹੁਤ ਕਮਾਲ ਦਾ ਸੁਹਜ ਹੈ, ਪਰ ਉਸ ਸੁਹਜ ਨੂੰ ਜਦੋਂ ਕੋਈ ਬੰਦਾ ਰੀਸ ਨਾਲ ਤੇ ਨੀਜ਼ ਨਾਲ ਚਿੱਤਰਦਾ ਤਾਂ ਉਹਦੇ ਵਿੱਚ ਹੋਰ ਰੰਗ ਭਰੇ ਜਾਂਦੇ ਨੇ। ਬਹੁਤ ਬਰੀਕੀ ਨਾਲ ਜੋ ਗੁਰਬਾਣੀ ਦੇ ਅੱਖਰ ਲਿਖੇ ਗਏ ਨੇ, ਮੂਲ ਮੰਤਰ ਤੁਹਾਨੂੰ ਦਿਖਾਈ ਦੇ ਰਿਹਾ ਹੈ। ਇਸ ਤਰ੍ਹਾਂ ਹੀ ਅੱਖਰਕਾਰੀ ਦੇ ਨਾਲ ਨਾਲ ਉਹਦੀ ਚਿੱਤਰਕਾਰੀ ਵੀ ਤੁਹਾਨੂੰ ਦਿਖਾਈ ਦੇ ਰਹੀ ਹੈ। ਕਿਵੇਂ ਹੋਇਆ ਇਹ? ਬਾਬਾ ਨਜ਼ਮੀ ਦੀਆਂ ਕੁਝ ਲਾਈਨਾਂ ਅੱਖਰਕਾਰੀ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆ ਰਹੀਆਂ ਨੇ। ਕੁਝ ਹੋਰ ਅਦਬੀ ਲੋਕਾਂ ਦੀਆਂ ਉਹਨਾਂ ਦੀ ਲਿਖੀ ਹੋਈ ਸਿਰਜਣਾ ਨੂੰ ਇਹਨਾਂ ਨੇ ਆਪਣੇ ਹੁਨਰ ਰਾਹੀਂ ਸਿਰਜਿਆ। ਇਹ ਰਾਣੀ ਤੱਤ ਦੇ ਵਿੱਚੋਂ ਕੁਝ ਲਾਈਨਾਂ ਨੇ। ਪ੍ਰੋਫੈਸਰ ਮੋਹਨ ਸਿੰਘ ਦੀਆਂ ਲੈਣਾ ਨੇ, ਪੜ ਪੁਸਤਕ ਢੇਰ ਕੁੜੇ ਮੇਰਾ ਵੱਧਦਾ ਜਾਏ ਹਨੇਰ ਕੁੜੇ, ਕੁਝ ਅਜਬ ਇਲਮ ਦੀਆਂ ਜਿੱਦਾਂ ਨੇ ਮੈਨੂੰ ਮਾਰਿਆ ਕਿਉਂਕਿ ਕਿੱਦਾਂ ਨੇ। ਉੱਥੇ ਕਰ ਲਾਂਗੇ। ਦਵਿੰਦਰ ਧਾਲੀਵਾਲ, ਸ਼ਿਵਜੀਤ ਸਿੰਘ, ਕੁਝ ਠਹਿਰ ਹੋਰ ਬੜਾ ਕੁਝ ਕਰਨਾ। ਅਧਿਆਪਕ ਕੀ ਹੁੰਦਾ ਹੈ? ਅਧਿਆਪਕ ਬਾਰੇ ਕੁਝ ਵਿਚਾਰ ਨੇ ਅਰਮਨਦੀਪ ਸਿੰਘ ਹੋਰਾਂ ਦੇ। ਆਵਾਜ਼ ਨਹੀਂ ਆ ਰਹੀ? ਇਹ ਸਰਦਾਰ ਸਾਹਿਬ ਸਿੰਘ ਹੋਰਾਂ ਦਾ ਇੱਕ ਸਨਮਾਨ ਪੱਤਰ ਹੈ। ਤੋ ਬਹੁਤ ਧੰਨਵਾਦ ਹੈ ਇਹਨਾਂ ਦੋ ਹੁਨਰਮੰਦ ਕਲਾਕਾਰਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਆਪਣੀਆਂ ਖੂਬਸੂਰਤ ਅੱਖਰਕਾਰੀ ਦੇ ਕੁਝ ਨਮੂਨੇ ਭੇਜੇ ਨੇ ਤੇ ਉਹ ਨਮੂਨੇ ਅਸੀਂ ਤੁਹਾਡੇ ਨਾਲ ਸਾਂਝੇ ਕਰਕੇ ਬਹੁਤ ਖੁਸ਼ੀ ਪ੍ਰਾਪਤ ਕਰ ਰਹੇ ਹਾਂ। ਇੱਕ ਝਲਕ ਆਪਾਂ ਦੇਖੀ ਦੋਸਤੋ। ਤੁਸੀਂ ਅਨਮਿਊਟ ਕਰ ਲਓ ਜੀ ਉਰਮਨਦੀਪ ਜੀ। ਅਮੀ ਸਾਹਿਬ ਤੁਸੀਂ ਵੀ ਅਨਮਿਊਟ ਕਰ ਲਓ। ਵਿੱਚੋਂ ਕੁਝ ਆਵਾਜ਼ ਆ ਰਹੀ ਸੀ, ਮੈਂ ਤਾਂ ਕਰਕੇ ਤੁਹਾਨੂੰ ਮਿਊਟ ਕੀਤਾ ਸੀ। ਉਹ ਪਤਾ ਨਹੀਂ ਕਿਹਦੇ ਵਿੱਚੋਂ ਆ ਰਹੀ ਹੈ, ਸ਼ਾਇਦ ਕਿਤੋਂ ਆ ਰਹੀ ਹੈ ਥੋੜੀ ਜਿਹੀ ਆਵਾਜ਼। ਚਲੋ ਖੈਰ, ਆਪਾਂ ਹੁਣ ਇਸ ਪਲੇਟਫਾਰਮ ਤੇ ਹੁਣ ਗੱਲ ਕਰਦੇ ਹਾਂ ਸਾਹਿਬ ਸਿੰਘ ਹੋਰਾਂ ਨਾਲ। ਸਾਹਿਬ ਸਿੰਘ ਜੀ, ਉਰਮਨਦੀਪ ਸਿੰਘ ਹੋਰਾਂ ਨੇ ਅੱਖਰਕਾਰੀ ਬਾਰੇ, ਲਿਖਾਈ ਬਾਰੇ ਬੜੀਆਂ ਬੁਨਿਆਦੀ ਗੱਲਾਂ ਕੀਤੀਆਂ ਨੇ ਤੇ ਬਹੁਤ ਮਹੱਤਵਪੂਰਨ ਗੱਲਾਂ ਕੀਤੀਆਂ ਨੇ, ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤੇ ਆਪਾਂ ਸੁੰਦਰ ਲਿਖਾਈ ਤੋਂ ਬਾਅਦ ਕਰਸਿਵ ਰਾਈਟਿੰਗ ਤੋਂ ਬਾਅਦ ਫਿਰ ਅਸੀਂ ਅੱਖਰਕਾਰੀ ਜਿਹੜਾ ਸਭ ਤੋਂ ਖੂਬਸੂਰਤ ਡਿਜ਼ਾਈਨ ਹੁੰਦਾ ਸੁੰਦਰ ਲਿਖਾਈ ਦੀ ਜਿਹੜੀ ਆਖਰੀ ਮੰਜ਼ਿਲ ਹੁੰਦੀ ਉਹਦੇ ਵੱਲ ਬਾਅਦ ਚ ਆਵਾਂਗੇ। ਪਹਿਲਾਂ ਤੁਸੀਂ ਲਿਖਾਈ ਤੇ ਸੁੰਦਰ ਲਿਖਾਈ ਬਾਰੇ ਹੋਰ ਕੀ ਕਹਿਣਾ ਚਾਹੁੰਦੇ ਹੋ? ਸਰ ਜੀ, ਉਰਮਨਵੀਰ ਨੇ ਕੁਝ ਸਮੁੰਦਰ ਬੰਦ ਕਰਤਾ ਜੀ। ਉਹ ਸਾਰੀਆਂ ਗੱਲਾਂ ਹੀ ਬਿਆਨ ਕਰਤੀਆਂ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਜੀ। ਤੇ ਹੁਣ ਮੇਰੇ ਲਈ ਤਾਂ ਉਹ ਸ਼ਬਦ ਕੋਈ ਹੈ ਹੀ ਨਹੀਂ, ਉਸ ਤੋਂ ਮੈਂ ਵੱਧ ਕੇ ਇੱਕ ਗੱਲ ਕਰਾਂ। ਆਪਾਂ ਇਸ ਦੇ ਸੰਬੰਧ ਵਿੱਚ ਅੱਗੇ ਗੱਲ ਕਰਦੇ ਹੈਗੇ ਹਾਂ ਜੀ। ਆਪਾਂ ਜੇ ਅੱਗੇ ਵਧੀਏ ਤਾਂ ਫਿਰ ਮੈਨੂੰ ਹੁਣ ਆਪਾਂ ਗੱਲ ਕਰੀਏ ਕਰਸਿਵ ਰਾਈਟਿੰਗ ਦੀ। ਕਰਸਿਵ ਰਾਈਟਿੰਗ ਦਾ ਜਿਹੜਾ ਕਨਸੈਪਟ ਹੈ ਇੰਗਲਿਸ਼ ਦੇ ਵਿੱਚ ਹੈ, ਕੀ ਪੰਜਾਬੀ ਦੇ ਵਿੱਚ ਵੀ ਕਰਸਿਵ ਰਾਈਟਿੰਗ ਦਾ ਕੋਈ ਫੌਂਟ ਜਾਂ ਕੋਈ ਕਨਸੈਪਟ ਹੈਗਾ ਜਿਹਤੇ ਤੁਸੀਂ ਕੰਮ ਕੀਤਾ ਹੋਵੇ ਜਾਂ ਉਰਮਨ ਨੇ ਕੰਮ ਕੀਤਾ ਹੋਵੇ ਜਾਂ ਕਿਸੇ ਹੋਰ ਨੇ ਕੰਮ ਕੀਤਾ ਹੋਵੇ? ਸਰ ਜੀ, ਸਾਡੇ ਇੱਕ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਨ ਬਸੰਤ ਸਿੰਘ ਰਾਜੂ ਜੀ। ਉਹਨਾਂ ਦੇ ਨਾਲ ਸੰਪਰਕ ਚ ਆਉਣ ਦਾ ਸਾਨੂੰ ਮੌਕਾ ਮਿਲਿਆ। ਕਾਫੀ ਚਿਰ ਉਹਨਾਂ ਕੋਲੇ ਗੱਲਾਂ ਬਾਤਾਂ ਕਰਦੇ ਰਹੇ। ਉਹ ਸਾਨੂੰ ਦੱਸਦੇ ਹੁੰਦੇ ਸੀ ਵੀ ਜਿਹੜੀ ਪੰਜਾਬੀ ਦੀ ਜਿਹੜੀ ਲਿਖਾਈ ਹੈ ਇਹ ਉੱਪਰੋਂ ਗਲਾਈ ਚ ਚੱਲਦੀ ਹੈ ਇਸ ਤਰ੍ਹਾਂ।
ਗੋਲ ਚੱਲਦੀ ਹੈ, ਗੋਲ ਅੱਖਰ ਦੇ ਵਿੱਚ ਉਹ ਅੱਖਰ ਦੇ ਨਾਲ ਅੱਖਰ ਜੁੜਦਾ ਹੈ। ਤੇ ਇੱਕ ਵਾਰੀ ਸਾਡੇ ਇੱਕ ਹੋਰ ਸਤਿਕਾਰਯੋਗ ਪਰਸਨ ਸਨ ਬਾਜਵਾ ਸਾਹਿਬ, ਉਹਨਾਂ ਨੇ ਮੈਨੂੰ ਡਿਊਟੀ ਲਾਈ ਸੀ ਕਿ ਤੁਸੀਂ ਕੋਈ ਇਸ ਤਰ੍ਹਾਂ ਦਾ ਫੌਂਟ ਤਿਆਰ ਕਰੋ ਜਿਹਦੇ ਨਾਲ ਮਤਲਬ ਬਗੈਰ ਹੱਥ ਚੁੱਕੇ ਅੱਖਰ ਪੈ ਜੇ। ਉਹ ਵੀ ਮੈਂ 1-2 ਫੌਂਟ ਮੈਂ ਤਿਆਰ ਕੀਤੇ ਨੇ ਕਿ ਕਿਸੇ ਵੀ ਅੱਖਰ ਤੇ ਆਪਾਂ ਬਗੈਰ ਹੱਥ ਚੁੱਕਿਆ ਊੜਾ ਐੜਾ ਜਾਂ 35 ਆਪਾਂ ਲਿਖ ਸਕਦੇ ਹੋਈਏ। ਸੋ ਇਸ ਤਰ੍ਹਾਂ ਦਾ ਕਨਸੈਪਟ ਹੈ, ਮਤਲਬ ਕਿ ਪੰਜਾਬੀ ਦੇ ਵਿੱਚ ਵੀ ਅਸੀਂ ਕਰਸਵ ਬਗੈਰ ਹੱਥ ਚੁੱਕਿਆ ਮਤਲਬ ਕਿ ਲਿਖ ਸਕਦੇ ਹੋਈਏ। ਬਾਕੀ ਜਿੰਨਾ ਆਪਣਾ ਅਭਿਆਸ ਜ਼ਿਆਦਾ ਹੋਵੇਗਾ, ਵੀ ਪਹਿਲੀ ਦਾ ਕਲਾਸ ਦਾ ਬੱਚਾ ਉਹਦਾ ਅਭਿਆਸ ਹੋਰ ਤਰੀਕੇ ਦਾ, ਦੂਜੀ ਦਾ, ਤੀਜੀ ਦਾ, ਇਸ ਤਰ੍ਹਾਂ ਜਦੋਂ ਜਿਵੇਂ ਅਸੀਂ ਵੱਡੀਆਂ ਕਲਾਸਾਂ ਜਾਂਦੇ ਹਾਂ ਉਹ ਸਾਡਾ ਇੰਨਾ ਕੁ ਜ਼ਿਆਦਾ ਫਲੋ ਹੋ ਜਾਂਦਾ ਕੰਮ ਕਰਦੇ ਹਾਂ ਕਿ ਅਸੀਂ ਅੱਖਰ ਨੂੰ ਮਤਲਬ 1 ਸਕਿੰਟ 'ਚ ਪਾ ਲੈਂਦੇ ਹਾਂ, ਵੱਡੇ ਸ਼ਬਦ ਨੂੰ ਪਾ ਲੈਂਦੇ ਹਾਂ, ਉਹ ਸਾਡੀ ਕਰਸਵ ਹੀ ਬਣ ਜਾਂਦੀ ਹੈ ਇੱਕ ਤਰ੍ਹਾਂ ਦੀ। ਕਿਆ ਬਾਤ ਹੈ। ਸਾਡਾ ਅਭਿਆਸ ਲੰਬੇਰਾ ਹੋ ਜਾਂਦਾ ਹੈ, ਅਭਿਆਸ ਜ਼ਿਆਦਾ ਹੋ ਜਾਂਦਾ ਹੈ, ਸਾਡੇ ਅੱਖਰਾਂ ਦੇ ਬਣਤਰ ਦੇ ਵਿੱਚ ਰਵਾਨਗੀ ਆ ਜਾਂਦੀ ਹੈ। ਅਸੀਂ ਅੱਖਰ ਪਾਉਣੇ ਆ, ਅੱਖਰ ਦੀ ਬਣਤਰ ਤੇ ਉਹਦੇ ਵਿੱਚ ਸਹਿਜ ਜਿਹੜਾ ਹੈਗਾ ਆਪਣੇ ਆਪ ਆ ਜਾਂਦਾ ਹੈ। ਕਿਆ ਬਾਤ ਹੈ। ਸੱਚਮੁੱਚ ਜਿਹੜੀ ਤੁਸੀਂ ਗੱਲ ਕੀਤੀ ਹੈ, ਮੇਰੇ ਇੱਕ ਉਦਾਹਰਨ ਦੀ ਯਾਦ ਆਉਂਦੀ ਹੈ। ਮੈਂ ਜਦੋਂ MA ਪੰਜਾਬੀ ਕਰ ਰਿਹਾ ਸੀ ਤਾਂ ਮੈਨੂੰ ਮੇਰੇ ਕਿਸੇ ਸੀਨੀਅਰ ਨੇ ਇੱਕ ਗੱਲ ਦੱਸੀ ਸੀ। ਮੈਂ ਉਹਨੂੰ ਕਿਹਾ ਸੀ ਕਿ ਮੇਰੀ ਸਪੀਡ ਨਹੀਂ ਬਣ ਰਹੀ ਹੈਗੀ, ਤਾਂ ਉਹਨੇ ਮੈਨੂੰ ਕਿਹਾ ਸੀ ਕਿ ਇਸ ਗੱਲ ਦੀ ਪ੍ਰੈਕਟਿਸ ਕਰੋ ਕਿ ਤੁਸੀਂ ਬਿਨਾਂ ਪੈਨ ਚੱਕੇ ਪੰਜਾਬੀ ਨੂੰ ਲਿਖ ਸਕੋ। ਤੇ ਮੈਂ ਉਹਦੀ ਪ੍ਰੈਕਟਿਸ ਕੀਤੀ ਉਸ ਦੌਰ ਦੇ ਵਿੱਚ, ਤੇ ਉਹਦਾ ਸਿੱਟਾ ਇਹ ਨਿਕਲਿਆ ਸੀ ਕਿ ਜਿਹੜਾ 3 ਘੰਟਿਆਂ ਦਾ ਪੇਪਰ ਹੈ ਉਹ ਲਗਭਗ ਪੌਣੇ 3 ਘੰਟੇ 'ਚ ਨਿਬੜ ਜਾਂਦਾ ਸੀ, ਤੇ ਬਾਕੀਆਂ ਦੇ ਪੇਪਰ ਹੱਥਾਂ 'ਚੋਂ ਖੋਹਣਾ ਪੈਂਦਾ ਸੀ ਉਸ ਵੇਲੇ। ਇਹ ਸੱਚਮੁੱਚ ਉਹ ਕਰਸਵੀ ਸੀ ਆਪਣੇ ਆਪ ਦੇ ਵਿੱਚ ਕਿ ਤੁਸੀਂ ਬਿਨਾਂ ਪੈਨ ਚੱਕੇ ਲਿਖਣ ਦੀ ਪ੍ਰੈਕਟਿਸ ਕਰੋ। ਉਹ ਇੱਕ ਕਮਾਲ ਦਾ ਤਜਰਬਾ ਸੀ, ਜਿਹਦੀ ਉਦਾਹਰਨ ਲਗਭਗ ਤੁਸੀਂ ਵੀ ਉਹਦੇ ਵਰਗੀ ਉਦਾਹਰਨ ਦਿੱਤੀ ਹੈ। ਰਮਨਦੀਪ ਜੀ, ਤੁਸੀਂ ਹੋਰ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਰਸੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਰ ਜੀ, ਕਰਸਿਵ ਤੋਂ ਪਹਿਲਾਂ ਆਪਾਂ ਅੱਖਰਕਾਰੀ ਦੇ ਮੁੱਢ ਬਾਰੇ ਕੋਈ 2 ਗੱਲਾਂ ਕਰ ਲਈਏ ਹੋਰ ਜੀ। ਸਰ ਜੀ, ਆਪਾਂ ਅੱਖਰਕਾਰੀ ਦੀ ਹਿਸਟਰੀ ਦੇ ਵਿੱਚ ਜਾਂਦੇ ਹਾਂ ਨਾ ਜੀ, ਤਾਂ ਅੱਖਰ ਦੀ ਜਿਹੜੀ ਸਿਰਜਣਾ ਚਿੱਤਰ ਤੋਂ ਹੋਈ ਮੰਨੀ ਹੈ। ਜਦੋਂ ਮਨੁੱਖ ਨੇ ਕੋਈ ਡੱਕਾ ਜਾਂ ਬੁਰਸ਼ ਜਾਂ ਕਲਮ ਆਦਿ ਸ਼ਾਹੀ ਨਾਲ ਲਬੇੜ ਕੇ ਕਾਗਜ਼ ਦੀ ਹਿੱਕ ਤੇ ਜਾਂ ਕਿਸੇ ਹੋਰ ਸਰਫੇਸ ਤੇ ਕੁਝ ਵੀ ਚਿੱਤਰਿਆ ਤਾਂ ਉਹ ਚਿੱਤਰ ਬਣਿਆ। ਉਸ ਤੋਂ ਬਾਅਦ ਉਸ ਚਿੱਤਰ ਨੇ ਜਿਹੜਾ ਅੱਖਰ ਦਾ ਰੂਪ ਲੈ ਲਿਆ। ਤਾਂ ਜਿਹੜਾ ਪੁਰਾਤਨ ਮਨੁੱਖ ਸੀ ਉਹ ਵੀ ਕਲਾ ਤੋਂ ਉਪੇਜ ਨਹੀਂ ਸੀਗਾ। ਉਸਦੇ ਕੋਲੇ ਜੋ ਵੀ ਸੰਦ ਸੀ, ਹਥਿਆਰ ਸੀ, ਜੋ ਵੀ ਸੀ, ਉਹਨਾਂ ਤੇ ਸਾਨੂੰ ਕੋਈ ਨਾ ਕੋਈ ਚੀਜ਼ ਦੀ ਉਕਰਾਈ ਮਿਲਦੀ ਹੈ। ਪਰ ਜਦੋਂ ਤੋਂ ਆਰੰਭ ਹੋਇਆ ਤਾਂ ਜਿਹੜੇ ਸਾਡੇ ਵੱਡੇ ਵਿਚਾਰ ਸੀਗੇ ਉਹਨਾਂ ਨੂੰ ਅੱਖਰਾਂ ਦੇ ਵਿੱਚ ਢਾਲਿਆ ਗਿਆ, ਤਾਂ ਜਿਹੜੀ ਇਹਦੇ ਨਾਲ ਅੱਖਰ ਦੀ ਅਹਿਮੀਅਤ ਹੋਰ ਵੱਧ ਗਈ। ਜਦੋਂ ਮਨੁੱਖ ਦੇ ਵਿਚਾਰ ਅੱਗੇ ਆਉਣ ਲੱਗੇ ਤਾਂ ਜਿਹੜੀ ਅੱਖਰ ਸੀਗਾ, ਜਿਹੜੀ ਉਹਦੀ ਅਹਿਮੀਅਤ ਉਸ ਤੋਂ ਵੀ ਜ਼ਿਆਦਾ ਹੋਰ ਅੱਗੇ ਆ ਗਈ, ਵੱਧ ਗਈ। ਤੇ ਜਦੋਂ ਮਨੁੱਖ ਦੇ ਕਲਾਕਾਰ ਮਨ ਨੇ ਅੱਖਰਾਂ ਨੂੰ ਸ਼ਿੰਗਾਰਨਾ ਸ਼ੁਰੂ ਕੀਤਾ ਤਾਂ ਇਸ ਤੋਂ ਅਸੀਂ ਜਿਹੜਾ ਅੱਖਰਕਾਰੀ ਦਾ ਮੁੱਢ ਵਜ੍ਹਾ ਮੰਨਦੇ ਹਾਂ। ਯੂਰਪ ਦੀਆਂ ਜਿਹੜੀਆਂ ਕੋਈ ਪੁਰਾਤਨ ਕਿਤਾਬਾਂ ਦੇ ਵਿੱਚ ਜਿਹੜੀ ਅੱਖਰਕਾਰੀ ਤੇ ਵੇਲਕਾਰੀ ਦੇ ਬਹੁਤ ਹੀ ਵਧੀਆ ਨਮੂਨੇ ਸਾਨੂੰ ਮਿਲਦੇ ਆ। ਉਹਨਾਂ ਵਿੱਚ ਜੇ ਯੂਰਪ ਦੀਆਂ ਕੋਈ ਵੀ ਪੁਰਾਣੀਆਂ ਕਿਤਾਬਾਂ ਦੇਖਦੇ ਹਾਂ ਤਾਂ ਉਹਨਾਂ ਦੇ ਵਿੱਚ ਜਿਹੜਾ ਪਹਿਲਾ ਅੱਖਰ ਹੁੰਦਾ ਹੈ, ਸਭ ਤੋਂ ਪਹਿਲਾਂ ਕਿਸੇ ਵੀ ਟੈਕਸਟ ਦਾ, ਉਹ ਬਹੁਤ ਵੱਡਾ ਕਰਕੇ ਲਿਖਿਆ ਹੁੰਦਾ ਹੈ ਔਰ ਉਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਿੰਗਾਰਿਆ ਹੁੰਦਾ ਹੈ। ਉਹਦੇ ਟੈਕਸਟ ਦੇ ਆਲੇ ਦੁਆਲੇ ਇੱਕ ਬਹੁਤ ਸੋਹਣੀ ਵੇਲਕਾਰੀ ਕੀਤੀ ਮਿਲਦੀ ਹੈ। ਤਾਂ ਉੱਥੋਂ ਜਿਹੜੀ ਸੀਗੀ ਕੈਲੀਗ੍ਰਾਫੀ ਦਾ ਅਸੀਂ ਮੁੱਢ ਵਜ੍ਹਾ ਮੰਨਦੇ ਹਾਂ। 15ਵੀਂ 16ਵੀਂ ਸਦੀ ਦੇ ਵਿੱਚ ਜਦੋਂ ਗੋਥਿਕ ਯੁੱਗ ਆਇਆ ਤਾਂ ਉਦੋਂ ਗੋਥਿਕ ਦੀ ਕੈਲੀਗ੍ਰਾਫੀ ਹੈ ਜਿਹੜੀ ਸ਼ੁਰੂ ਹੋਈ। ਤਾਂ ਉਹਨਾਂ ਨੇ ਇਸ ਨੂੰ ਬਲੈਕ ਰਾਇਲ ਲੈਟਰਸ ਦਾ ਨਾਮ ਦਿੱਤਾ ਸੀਗਾ। ਤੇ ਜੇ ਅਸੀਂ ਅਰੈਬਿਕ ਕੈਲੀਗ੍ਰਾਫੀ ਦੀ ਗੱਲ ਕਰਦੇ ਹਾਂ ਤਾਂ ਅਰਬੀ ਫਾਰਸੀ ਦੇ ਜਿਹੜੇ ਫੌਂਟ ਹੈ ਉਹਨਾਂ ਦੇ ਵਿੱਚ ਸਾਨੂੰ ਵੇਲਕਾਰੀ ਬਹੁਤ ਮਿਲਦੀ ਹੈ। ਔਰ ਜਿਹੜੀ ਅਰਬੀ ਫਾਰਸੀ ਦੇ ਫੌਂਟ ਆ ਉਹ ਚੱਲਦੇ ਵੀ ਵੇਲਕਾਰੀ ਵਾਂਗੂ ਹੈ। ਬਿਲਕੁਲ ਉਹਨਾਂ ਦੀ ਰਵਾਨਗੀ ਇੱਕ ਵੇਲਕਾਰੀ ਦੀ ਤਰ੍ਹਾਂ ਹੈ। ਉਹ ਤਾਂ ਅੱਖਰੀ ਵੇਲਾਂ ਨੇ ਉਹਨਾਂ ਦੀਆਂ, ਤਾਂ ਜਿਹੜੇ ਸਾਰੇ ਸ਼ਬਦ ਨੇ ਅੱਖਰੀ ਵੇਲਾਂ, ਬਿਲਕੁਲ ਸਰ। ਤੇ ਜੇ ਅਸੀਂ ਪੰਜਾਬੀ ਦੇ ਵਿੱਚ ਅੱਖਰਕਾਰੀ ਦਾ ਆਗਾਜ਼ ਮੰਨਦੇ ਹਾਂ ਤਾਂ ਪੰਜਾਬੀ ਦੇ ਵਿੱਚ ਉਹੀ ਜਿਹੜਾ 16ਵੀਂ 17ਵੀਂ ਸਦੀ ਦੇ ਵਿੱਚ ਜਿਹੜਾ ਕੰਮ ਹੋਇਆ ਉਹ ਸਭ ਤੋਂ ਜ਼ਿਆਦਾ ਆਪਾਂ ਦੁਨੀਆ ਦੇ ਵਿੱਚ ਕਹਿ ਦਿੰਦੇ ਹਾਂ ਕਲਾ ਤੇ ਸਭ ਤੋਂ ਜ਼ਿਆਦਾ ਕੰਮ ਉਦੋਂ ਹੋਇਆ ਹੈ। ਤਾਂ ਗੁਰੂ ਕਾਲ ਦੇ ਵਿੱਚ ਜਿਹੜੇ ਪੰਜਾਬੀ ਦੀ ਜਿਹੜੀ ਅੱਖਰਕਾਰੀ ਆ ਉਹ ਸ਼ੁਰੂ ਹੋਈ ਸੀਗੀ। ਤੇ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਵੀ ਸਾਡੇ ਜਿਹੜੇ ਗੁਰੂ ਸਾਹਿਬਾਨ ਹੈ, ਗੁਰੂ ਅੰਗਦ ਦੇਵ ਜੀ ਨੇ ਸਾਨੂੰ ਜਿਹੜਾ ਅੱਖਰਾਂ ਦਾ ਦਾਨ ਦਿੱਤਾ। ਅੱਖਰ ਤਾਂ ਪਹਿਲਾਂ ਮੌਜੂਦ ਸੀਗੇ, ਉਹਨਾਂ ਨੇ ਇੱਕ ਵਰਣਮਾਲਾ ਤਿਆਰ ਕਰਕੇ ਜਿਹੜੀ ਪੰਜਾਬੀ ਭਾਸ਼ਾ ਨੂੰ ਇੱਕ ਗੁਰਮੁਖੀ ਲਿਪੀ ਦਿੱਤੀ ਹੈ। ਉਹ ਸਾਡੇ ਲਈ ਬਹੁਤ ਵੱਡਾ ਮਤਲਬ ਦੇਣ ਆ ਉਹਨਾਂ ਦੀ। ਅਸੀਂ ਉਸਨੂੰ ਭੁੱਲ ਨਹੀਂ ਸਕਦੇ ਕਿ ਉਹ ਸਾਡੇ ਲਈ ਇੱਕ ਜਿਹੜਾ ਉਹਨਾਂ ਦੁਆਰਾ ਦਿੱਤਾ ਗਿਆ ਅੱਖਰਾਂ ਦਾ ਦਾਨ ਹੈ, ਉਹ ਸਾਡੇ ਲਈ ਇੱਕ ਰਾਹ ਦਸਿਰਾ ਹੈ।
ਔਰ ਇਸੇ ਰਾਹ ਤੇ ਚੱਲ ਕੇ ਅਸੀਂ ਜਿਹੜੀ ਸਾਡੀ ਪੰਜਾਬੀ ਦੀ ਅੱਖਰਮਾਲਾ ਨੂੰ ਸਜੀਵ ਕਰ ਰਹੇ ਹਾਂ, ਉਹਨੂੰ ਸੁੰਦਰ ਬਣਾ ਰਹੇ ਹਾਂ ਜੀ। ਉਸ ਤੋਂ ਅਗਲਾ ਕਦਮ ਸਾਡੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੀ ਜਦੋਂ ਸੁੰਦਰ ਲਿਖਤ ਦੇਖੀ ਤਾਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਉਹ, ਔਰ ਉਹਨਾਂ ਤੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਆ ਅੱਖਰਕਾਰੀ ਕਰਵਾਈ ਉਹਨਾਂ ਨੇ। ਬਹੁਤ ਵਧੀਆ। ਤੇ ਉਸ ਸਮੇਂ ਦੀਆਂ ਜਿਹੜੀਆਂ ਸਾਡੇ ਕੋਲੇ ਹੱਥ ਲਿਖਤ ਬੀੜਾ ਮਿਲਦੀਆਂ, ਉਹ ਸਾਡੇ ਲਈ ਇੱਕ ਬਹੁਤ ਵੱਡਾ ਇਤਿਹਾਸਕ ਸਰੋਤ ਹੈ, ਜਿਹਦੇ ਤੋਂ ਅਸੀਂ ਪ੍ਰੇਰਨਾ ਲੈ ਕੇ ਅੱਗੇ ਵਧ ਰਹੇ ਹਾਂ, ਵਧੇ ਵੀ ਹਾਂ ਤੇ ਵਧਾਂਗੇ ਵੀ। ਤੇ ਗੁਰੂ ਕਾਲ ਦੇ ਵਿੱਚ ਜਿਹੜੀਆਂ ਅਣਗਿਣਤੀ ਜਿਹੜੀਆਂ ਹੱਥ ਲਿਖਤ ਬੀੜਾਂ ਦੀ ਰਚਨਾ ਹੋਈ ਸੀਗੀ, ਜੋ ਅੱਖਰਕਾਰੀ ਦੇ ਇੱਕ ਬਹੁਤ ਹੀ ਅਨਮੋਲ ਖਜ਼ਾਨੇ ਦੇ ਰੂਪ ਵਿੱਚ ਸਾਡੇ ਕੋਲੇ ਅੱਜ ਵੀ ਹਨ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਰਾਹ ਦਸੇਰਾ ਬਣਨਗੀਆਂ। ਉਸ ਤੋਂ ਬਾਅਦ ਇਸੇ ਤੋਂ ਬਾਅਦ ਜਦੋਂ ਅਸੀਂ ਅੱਖਰਕਾਰੀ ਦੀ ਸ਼ੁਰੂਆਤ ਮੰਨਦੇ ਹਾਂ, ਤੇ ਜਦੋਂ ਕਹਿੰਦੇ ਵੀ ਕੋਈ ਵੀ ਅਹਿਮ ਵਿਚਾਰ ਜਦੋਂ ਮਨੁੱਖ ਦੇ ਮਨ ਦੇ ਵਿੱਚ ਆਉਂਦਾ ਹੈ ਤਾਂ ਕਲਾਕਾਰ ਮਨ ਉਹਨੂੰ ਸ਼ਿੰਗਾਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਇਸ ਤੋਂ ਬਾਅਦ ਜੇ ਆਪਾਂ ਇੱਕ ਛੋਟੀ ਜਿਹੀ ਗੱਲ ਆਪਾਂ ਹੋਰ ਕਰ ਲਈਏ, ਸੁਲੇਖ ਤੇ ਕੈਲੀਗ੍ਰਾਫੀ ਦੀ, ਇਹਦੇ ਬਾਰੇ ਤੁਸੀਂ ਕੋਈ ਸਵਾਲ ਕਰਨਾ ਚਾਹੋਗੇ ਤਾਂ? ਬਿਲਕੁਲ ਬਿਲਕੁਲ ਬਿਲਕੁਲ। ਸੁਲੇਖ ਤੇ ਕੈਲੀਗ੍ਰਾਫੀ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਪਹਿਲਾਂ ਆਪਾਂ ਥੋੜਾ ਜਿਹਾ ਕਰਸਿਵ ਤੇ ਫੋਕਸ ਕਰ ਲਈਏ, ਉਸ ਤੋਂ ਬਾਅਦ ਆਪਾਂ ਸੁਲੇਖ ਤੇ ਕੈਲੀਗ੍ਰਾਫੀ ਵੱਲ ਵੀ ਆਉਣੇ ਆ। ਹਾਂਜੀ ਬਾਰੇ ਕੁਝ ਗੱਲਾਂ ਸਾਹਿਬ ਹਾਂ, ਦੁਬਾਰਾ ਤੁਸੀਂ ਇਹਦੇ ਵਿੱਚ ਕੁਝ ਹਾਂਜੀ, ਤੁਸੀਂ ਸਵਾਲ ਦੁਬਾਰਾ ਕਰਿਓ ਜੀ। ਜੀ। ਮੈਂ ਚਾਹੁੰਦਾ ਸੀ ਕਿ ਪਹਿਲਾਂ ਜਿਵੇਂ ਸਾਹਿਬ ਸਿੰਘ ਨੇ ਕੁਝ ਗੱਲਾਂ ਕਰਸਿਵ ਬਾਰੇ ਕੀਤੀਆਂ ਕਿ ਜਿਵੇਂ ਆਪਾਂ ਬਿਨਾਂ ਰੁਕੇ ਲਗਾਤਾਰ ਪੈਨ ਚੱਕੇ ਬਿਨਾਂ ਕੁਝ ਅੱਖਰ ਲਿਖਦੇ ਹਾਂ, ਤਾਂ ਇਹ ਪੰਜਾਬੀ ਦੇ ਵਿੱਚ ਵੀ ਆਪਣੇ ਆਪ ਕਰਸਿਵ ਦਾ ਇੱਕ ਰੂਪ ਹੈ। ਤੁਸੀਂ ਪੰਜਾਬੀ ਦੇ ਵਿੱਚ ਕਰਸਿਵ ਬਾਰੇ ਕੀ ਕਹਿਣਾ ਚਾਹੁੰਦੇ? ਬਿਲਕੁਲ, ਸਾਹਿਬ ਸਿੰਘ ਜੀ ਨੇ ਪਹਿਲਾਂ ਉਹ ਗੱਲ ਕਹਿ ਦਿੱਤੀ ਹੈ ਵੀ ਪੰਜਾਬੀ ਦੀ ਜਿਹੜੀ ਕਰਸਿਵ ਇੱਕ ਬਹੁਤ ਵਧੀਆ ਆਪਾਂ ਇਹਨੂੰ ਲਿਖਤ ਬਣਾ ਸਕਦੇ ਹਾਂ ਕਰਸਿਵ ਦੇ ਨਾਲ। ਜੇ ਅਸੀਂ ਕਰਸਿਵ ਦੀ ਅਭਿਆਸ ਕਰਨਾ ਹੈ ਤਾਂ ਜੇ ਅਸੀਂ ਇਸ ਨੂੰ ਮਤਲਬ ਪਲੇਨ ਕਾਗਜ਼ ਦੇ ਉੱਪਰ, ਕੋਰੇ ਕਾਗਜ਼ ਦੇ ਉੱਪਰ ਬਿਨਾਂ ਲਾਈਨ ਲਗਾਏ ਇਹਦਾ ਅਭਿਆਸ ਕਰਾਂਗੇ ਕਰਸਿਵ ਦਾ, ਤਾਂ ਉਸ ਅਭਿਆਸ ਦੇ ਸਾਨੂੰ ਜਿਹੜੇ ਨਤੀਜੇ ਬਹੁਤ ਹੀ ਵਧੀਆ ਮਿਲਣਗੇ। ਕੀ ਬਾਤ ਹੈ। ਕਿ ਕੋਈ ਇਹੋ ਜਿਹਾ ਫੌਂਟ ਵੀ ਹੈਗਾ ਪੰਜਾਬੀ ਦੇ ਵਿੱਚ, ਸੈੱਟ ਪੈਟਰਨ ਵੀ ਇਹੋ ਜਿਹਾ ਹੈਗਾ ਜਿਵੇਂ ਇੰਗਲਿਸ਼ ਦੇ ਵਿੱਚ ਕਰਸਿਵ ਦੇ ਕੁਝ ਸ਼ੇਪਸ ਨੇ, ਖਾਸ ਤੌਰ ਤੇ ਕੁਝ ਆਕਾਰ ਨੇ, ਅੱਖਰਾਂ ਦੇ ਕੁਝ ਬਣਤਰਾਂ ਨੇ ਸਾਡੇ ਕੋਲੇ ਕਰਸਿਵ ਦੇ ਵਿੱਚ, ਕਿ ਪੰਜਾਬੀ ਦੇ ਵਿੱਚ ਕੋਈ ਸੈੱਟ ਪੈਟਰਨ ਹੈ ਜਾਂ ਹਰ ਇੱਕ ਬੰਦਾ ਆਪਣਾ ਐਕਸਪੈਰੀਮੈਂਟ ਕਰਦਾ ਕਰਸਿਵ ਦੇ ਵਿੱਚ? ਸਰ ਜੇ ਦੇਖੀਏ, ਜੇ ਪੰਜਾਬੀ ਦੀ ਫੌਂਟਕਾਰੀ ਦੇ ਇਤਿਹਾਸ ਦੇ ਵਿੱਚ ਅਸੀਂ ਜਾਂਦੇ ਹਾਂ ਤਾਂ ਇੱਕ ਇਹਦੇ ਚ ਕੋਈ ਪੰਜਾਬੀਆਂ ਦੇ ਵੱਲੋਂ ਕੋਈ ਬਹੁਤਾ ਵੱਡਾ ਕੰਮ ਨਹੀਂ ਹੋਇਆ ਮਿਲਦਾ ਹੈਗਾ। ਪੌਲ ਐਲਨ ਗ੍ਰਸ ਦੇ ਇੱਕ ਅੰਗਰੇਜ਼ ਹੈਗੇ ਆ, ਉਹਨਾਂ ਨੇ ਪੰਜਾਬੀ ਦੇ 200 ਤੋਂ ਵੱਧ ਜਿਹੜੇ ਫੌਂਟ ਤਿਆਰ ਕੀਤੇ ਹੈ। ਇੱਕ ਨੌਨ ਪੰਜਾਬੀ ਹੋਣ ਦੇ ਨਾਤੇ ਉਹਨਾਂ ਨੇ ਪੰਜਾਬੀ ਲਈ ਬਹੁਤ ਸਾਰੀ ਫੌਂਟਕਾਰੀ ਕੀਤੀ ਹੈ। ਉਹ ਇੱਕ ਆਰਟਿਸਟ ਨੇ ਔਰ ਫੌਂਟ ਡਿਜ਼ਾਈਨਰ ਨੇ, ਤੇ ਪਰ ਪੰਜਾਬੀ ਦੇ ਜਿਹੜੇ ਲੋਕਲ ਬੰਦੇ ਹੈਗੇ ਆ ਉਹਨਾਂ ਵੱਲੋਂ ਇਸ ਫੌਂਟਕਾਰੀ ਦੇ ਵੱਲ ਕੁਝ ਘੱਟ ਧਿਆਨ ਦਿੱਤਾ ਗਿਆ ਹੈ। ਜੇ ਆਪਾਂ ਕਰਸਿਵ ਦੀ ਗੱਲ ਕਰਦੇ ਹਾਂ ਤਾਂ ਕਰਸਿਵ ਨੂੰ ਲਿਖਣ ਲਈ ਅਸੀਂ ਆਪਣਾ ਖੁਦ ਦਾ ਫੌਂਟ ਵੀ ਤਿਆਰ ਕਰ ਸਕਦੇ ਹਾਂ। ਓਕੇ, ਕੀ ਬਾਤ। ਬਸ਼ਰਤੇ ਫੌਂਟ ਕੋਈ ਵੀ ਹੋਵੇ, ਉਹਦੇ ਵਿੱਚ ਮੂਲ ਸ਼ਰਤ ਇਹ ਹੈ ਵੀ ਜਿਹੜਾ ਅੱਖਰ ਦਾ ਮੂਲ ਆ ਉਹ ਗਵਾਚਣਾ ਨਹੀਂ ਚਾਹੀਦਾ। ਜੀ। ਆਪਾਂ ਹੁਣ ਕਰਸਿਵ ਤੋਂ ਜਦੋਂ ਆਪਾਂ ਅੱਖਰਕਾਰੀ ਵੱਲ ਆਉਂਦੇ ਆ ਤਾਂ ਇਹਦੇ ਵਿੱਚ ਕੋਈ ਫਰਕ ਸਾਹਿਬ ਸਿੰਘ ਜੀ ਤੁਹਾਨੂੰ ਲੱਗਦਾ ਹੈ ਕਿ ਕਰਸਿਵ ਤੋਂ ਅੱਖਰਕਾਰੀ ਦੇ ਵਿੱਚ ਕੋਈ ਫਰਕ ਹੈ, ਜਾਂ ਕਰਸਿਵ ਦਾ ਅਗਲਾ ਪੜਾ ਅੱਖਰਕਾਰੀ ਹੈ, ਜਾਂ ਅੱਖਰਕਾਰੀ ਬਿਲਕੁਲ ਕਰਸਿਵ ਤੋਂ ਵੱਖਰੀ ਚੀਜ਼ ਹੈ? ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਸਰ ਜੀ ਅਸਲ ਵਿੱਚ ਇੱਕ ਦੂਜੇ ਦੇ ਪੂਰਕ ਹੀ ਹੈ ਜੀ ਇਹ। ਜੀ। ਜੇਕਰ ਆਪਾਂ ਸੁੰਦਰ ਲਿਖਾਈ ਪਹਿਲਾਂ ਕਰ ਲਾਂਗੇ ਤਾਂ ਆਪਾਂ ਨੂੰ ਇਉਂ ਲੱਗਦਾ ਵੀ ਉਦੋਂ ਅਗਲਾ ਪੜਾਅ ਜਿਹੜਾ ਹੈਗਾ ਉਹ ਕਰਸਿਵ ਦਾ ਹੈ ਜੀ, ਜਾਂ ਕੈਲੀਗ੍ਰਾਫੀ ਦਾ ਹੈ। ਤੇ ਜੇ ਅਸੀਂ ਕਿਸੇ ਵੀ ਅੱਖਰ ਨੂੰ ਉਸਦੀ ਬਣਤਰ ਗਵਾਏ ਤੋਂ ਬਗੈਰ ਕਰਦੇ ਆ, ਉਹ ਅੱਖਰਕਾਰੀ ਚ ਮੰਨਿਆ ਜਾਂਦਾ ਹੈ। ਜੀ। ਜੇ ਕਿਸੇ ਉਹਨਾਂ ਅੱਖਰਾਂ ਨੂੰ ਮਤਲਬ ਕਿ ਜੇ ਅਸੀਂ ਇੱਕ ਪੈਟਰਨ ਦੇ ਵਿੱਚ ਬੰਨ੍ਹ ਕੇ ਲਿਖਦੇ ਆ ਜਾਂ ਇੱਕ ਵਰਨਮਾਲਾ ਬਣਾ ਲੈਂਦੇ ਆ, ਉਹ ਇੱਕ ਸੁੰਦਰ ਲਿਖਾਈ ਦਾ ਰੂਪ ਬਣ ਜਾਂਦੀ ਹੈ। ਜਿਵੇਂ ਕਿ ਆਪਣੀਆਂ ਕਿਤਾਬਾਂ ਜੀ ਕਿਤਾਬਾਂ ਇੱਕ ਅਲੱਗ ਫੌਂਟ ਦੇ ਵਿੱਚ ਲਿਖੀਆਂ ਹੋਈਆਂ ਨੇ ਤੇ ਉਹ ਆਪਾਂ ਨੂੰ ਚੰਗੀਆਂ ਲੱਗਦੀਆਂ ਨੇ। ਮੇਰੇ ਖਿਆਲ ਉਹ ਆਪਣਾ ਉਰਮਨ ਜੀ ਕਿਹੜਾ ਫੌਂਟ ਆਪਣਾ ਚੱਲਦਾ ਇਹ? ਅਸੀਸ ਫੌਂਟ ਸ਼ਾਇਦ ਜੀ, ਉਹ ਅਸੀਸ ਫੌਂਟ ਦੇ ਵਿੱਚ ਫੌਂਟ ਚੱਲਦਾ ਇਹ। ਜਿਹੜਾ ਅਸੀਸ ਫੌਂਟ ਹੈ ਇਹ ਆਪਣੇ ਮਤਲਬ ਕਿ ਆਪਣੇ ਜਿਹੜੇ ਵਿਗਿਆਨੀਆਂ ਨੇ ਇੱਕ ਇਹ ਫੌਂਟ ਕੱਢ ਲਿਆ, ਇਹ ਬਣਾ ਲਿਆ ਜਾਂ ਤਿਆਰ ਕਰ ਲਿਆ। ਤਕਰੀਬਨ ਹਰੇਕ ਬੰਦੇ ਨੂੰ ਅਪੀਲ ਕਰਦਾ ਹੈ। ਸਾਡੀਆਂ ਕਿਤਾਬਾਂ ਜਿਹੜੀਆਂ ਹੈ ਉਹ ਅਸੀਸ ਫੌਂਟ ਚ ਆਉਣ ਲੱਗਦੀਆਂ ਜੀ, ਮਾਡਰਨ
ਜੀ ਇਸ ਤੋਂ ਪਹਿਲਾਂ ਕੋਈ ਹੋਰ ਫੌਂਟ ਚੱਲਦਾ ਸੀ, ਜਿਹੜੀਆਂ ਅੱਜ ਤੋਂ 35-40 ਸਾਲ ਪਹਿਲਾਂ ਜਿਹੜੀਆਂ ਕਿਤਾਬਾਂ ਚੱਲਦੀਆਂ ਸੀਗੀਆਂ, ਉੱਥੇ ਕੋਈ ਹੋਰ ਤਰ੍ਹਾਂ ਦਾ ਫੌਂਟ ਸੀਗਾ। ਉਹ ਜਿਹੜੀ ਵਰਣਮਾਲਾ ਸਾਡੇ ਕੋਲੇ ਆਉਂਦੀ ਸੀ, ਉਹ ਇੱਕ ਅਲੱਗ ਸ਼ੇਪ ਦੀ ਆਉਂਦੀ ਸੀ। ਸੋ ਇਹ ਜਿਹੜੀ ਇੱਕ ਦੂਜੇ ਦੇ ਪੂਰਕ ਹੀ ਨੇ ਜੀ। ਅਸੀਂ ਇਹ ਨਹੀਂ ਕਹਿ ਸਕਦੇ ਵੀ ਕੈਲੀਗ੍ਰਾਫੀ ਸੁੰਦਰ ਲਿਖਾਈ ਤੋਂ ਬਾਅਦ ਅਸੀਂ ਕੈਲੀਗ੍ਰਾਫੀ ਕਰਦੇ ਹਾਂ ਜਾਂ ਕੈਲੀਗ੍ਰਾਫੀ ਤੋਂ ਪਹਿਲਾਂ ਅਸੀਂ ਸੁੰਦਰ ਲਿਖਾਈ ਕਰਦੇ ਹਾਂ। ਇਹ ਤਾਂ ਤੁਹਾਡਾ ਆਪਣਾ ਇੱਕ ਰੁਝਾਨ ਹੈ ਵੀ ਤੁਸੀਂ ਕਿਹੜੇ ਪਾਸੋਂ ਸ਼ੁਰੂ ਕਰਦੇ ਹੋ ਜੀ। ਹੁਣ ਇੱਕ ਛੋਟਾ ਬੱਚਾ ਜੀ ਪਹਿਲੀ ਦਾ, ਜਿਹਨੂੰ ਅਸੀਂ ਊੜਾ ਐੜਾ ਜਾਂ ਮਤਲਬ ਕਿ ਉਹਨੂੰ ਪੈਨਸਲ ਦੇ ਹੱਥ ਚ ਪਟਾਉਣੇ ਆ ਤੇ ਕਾਗਜ਼ ਦੇ ਦੇਣੇ ਆ, ਜਾਂ ਪੁਰਾਣੇ ਸਮੇਂ 'ਚ ਫੱਟੀ ਹੁੰਦੀ ਸੀ, ਉਸ ਤੋਂ ਥੋੜਾ ਜਿਹਾ ਪੁਰਾਣੇ ਸਮੇਂ ਚਲੇ ਜਾਈਏ, ਉਹ ਧਰਤੀ ਨੂੰ ਸਾਫ਼ ਕਰਕੇ ਉੱਤੇ ਡੱਕੇ ਨਾਲ ਲਿਖਦੇ ਸੀਗੇ। ਉਹ ਜੋ ਕੰਮ ਉਹ ਆਪਣੇ ਡੱਕੇ ਨਾਲ, ਪੈਨਸਲ ਨਾਲ, ਮਤਲਬ ਕਿ ਜੋ ਉਂਗਲ ਨਾਲ ਜੋ ਵੀ ਚੀਜ਼ ਪਾਉਂਦਾ ਸੀਗਾ, ਉਹ ਇੱਕ ਤਰ੍ਹਾਂ ਦੀ ਮੇਰੀ ਸਮਝ ਮੁਤਾਬਕ ਕੈਲੀਗ੍ਰਾਫੀ ਸੀ। ਪਰ ਉਹ ਸਾਡੀ ਸਮਝ ਤੋਂ ਪਰੇ ਸੀ। ਪਰ ਬੱਚੇ ਨੂੰ ਉਹ ਆਨੰਦ ਦਿੰਦੀ ਸੀ। ਕਿਆ ਬਾਤ, ਸੱਚਮੁੱਚ ਬਿਲਕੁਲ। ਉਸ ਦੌਰ ਦੇ ਵਿੱਚ ਬੱਚਾ ਧਰਤੀ ਤੇ ਵੀ ਪੂਰਨੇ ਲਿਖਦਾ ਸੀ, ਫੱਟੀ ਤੇ ਵੀ ਪੂਰਨੇ ਲਿਖਦਾ ਸੀ। ਔਰ ਮਨਦੀਪ ਜੀ, ਜਦੋਂ ਬੱਚਾ ਸੁਲੇਖ ਲਿਖਦਾ ਹੈ, ਆਪਾਂ ਵੀ ਸਾਰੇ ਬਚਪਨ ਦੇ ਵਿੱਚ ਆਪਣੀਆਂ ਕਾਪੀਆਂ ਤੇ ਇੱਕ ਸਫ਼ਾ ਰੋਜ਼ ਲਿਖਦੇ ਰਹੇ ਹਾਂ ਸੁਲੇਖ ਦਾ। ਸੁਲੇਖ ਸੁੰਦਰ ਲਿਖਾਈ ਹੈ ਜਾਂ ਅੱਖਰਕਾਰੀ ਹੈ ਜਾਂ ਕੀ ਹੈ, ਜਾਂ ਸੁਲੇਖ ਪਹਿਲਾ ਪੜਾਅ ਹੈ ਲਿਖਾਈ ਦਾ? ਇਹਦੇ ਬਾਰੇ ਤੁਸੀਂ ਕੀ ਕਹੋਗੇ? ਹਾਂ ਸਰ, ਮੈਂ ਇਸੇ ਗੱਲ ਤੇ ਆਉਣਾ ਚਾਹੁੰਦਾ ਸੀਗਾ। ਤੁਹਾਡਾ ਸਵਾਲ ਬਹੁਤ ਵਧੀਆ ਜੀ। ਸੁਲੇਖ ਤੇ ਕੈਲੀਗ੍ਰਾਫੀ ਜਾਂ ਅੱਖਰਕਾਰੀ ਦੇ ਵਿੱਚ ਕੀ ਡਿਫਰੈਂਸ ਹੈ, ਮੈਂ ਇਸੇ ਗੱਲ ਤੇ ਆਉਣਾ ਚਾਹੁੰਦਾ ਸੀਗਾ। ਜਿਹੜੀ ਸੁਲੇਖ ਰਚਨਾ ਹੈ, ਸਿਰਫ ਇੱਕ ਅੱਖਰ ਦੀ ਬਣਤਰ ਦੀ ਤਕਨੀਕ ਜਾਂ ਵਿਧੀ ਹੈ, ਜੋ ਕਿ ਸਿਰਫ ਅੱਖਰ ਦੀ ਸੁਧਾਈ ਤੱਕ ਸੀਮਤ ਹੈ। ਜਦੋਂ ਆਪਾਂ ਕੋਈ ਵੀ ਬੱਚਾ ਉਹਨੂੰ ਸਿਖਾਉਣੇ ਆ, ਪਹਿਲਾਂ ਉਹਨੂੰ ਅੱਖਰ ਪਾਉਣਾ ਸਿਖਾਉਣੇ ਆ, ਫਿਰ ਉਹਨੂੰ ਅੱਖਰ ਨੂੰ ਸੋਹਣਾ ਕਰਕੇ ਲਿਖਣਾ ਸਿਖਾਉਣੇ ਆ। ਇਹ ਜਿਹੜੀ ਵਿਧੀ ਹੈਗੀ, ਇਸ ਨੂੰ ਅਸੀਂ ਸੁਲੇਖ ਵਿਧੀ ਕਹਿੰਦੇ ਹਾਂ। ਸਿਰਫ ਜੋ ਕਿ ਅੱਖਰ ਦੀ ਬਣਤਰ ਤੱਕ ਸੀਮਤ ਹੋ ਜਾਂਦੀ ਹੈ ਜਾਂ ਉਹਦੀ ਸੁਧਾਈ ਤੱਕ ਸੀਮਤ ਹੋ ਜਾਂਦੀ ਹੈ। ਪਰ ਜਿਹੜੀ ਅੱਖਰਕਾਰੀ ਹੈ, ਇਹ ਇੱਕ ਸਿਰਜਣਾਤਮਕ ਕਾਰਜ ਹੈ। ਇਸ ਵਿੱਚ ਅੱਖਰਕਾਰ ਜਿਹੜਾ ਹੈਗਾ, ਉਹ ਆਪਣੇ ਆਪ ਦੇ ਫੌਂਟ ਵੀ ਘੱਟ ਸਕਦਾ ਹੈ, ਪਰ ਇਹਦੇ 'ਚ ਸ਼ਰਤ ਫਿਰ ਉਹੀ ਲਾਗੂ ਹੁੰਦੀ ਹੈ ਕਿ ਜਿਹੜਾ ਅੱਖਰ ਦਾ ਮੂਲ ਆ ਉਹ ਨਹੀਂ ਗਵਾਚਣਾ ਚਾਹੀਦਾ ਹੈਗਾ। ਅੱਖਰਕਾਰੀ ਦੇ ਵਿੱਚ ਕੀ ਹੈ ਵੀ ਜਿਸ ਤਰ੍ਹਾਂ ਇੱਕ ਮੁਟਿਆਰ ਆਪਣੇ ਆਪ ਨੂੰ ਸਜਾਉਣ ਲਈ ਗਹਿਣੇ ਪਾਉਂਦੀ ਹੈ, ਹਾਰ ਸ਼ਿੰਗਾਰ ਕਰਦੀ ਹੈ, ਇਸੇ ਤਰ੍ਹਾਂ ਜਿਹੜੇ ਅੱਖਰ ਹੈ, ਅਸੀਂ ਇਹਨਾਂ ਨੂੰ ਸ਼ਿੰਗਾਰਨ ਦੇ ਲਈ ਕਈ ਤਰ੍ਹਾਂ ਦੇ ornaments ਲਗਾਉਣੇ ਆ। ਉਹਦੇ ਸ਼ਿੰਗਾਰ ਲਈ ਉਸਨੂੰ ਕਈ ਤਰ੍ਹਾਂ ਨਾਲ ਉਸਨੂੰ ਵਧਾਇਆ ਜਾਂ ਘਟਾਇਆ ਜਾਂਦਾ। ਉਹ ਅੱਖਰ ਦੇ ਜਿਹੜੇ ਗਹਿਣੇ ਹੁੰਦੇ ਆ, ornaments ਹੁੰਦੇ ਆ। ਤੇ ਇਹਦੇ 'ਚ ਕੀ ਹੋਣਾ ਚਾਹੀਦਾ ਵੀ ਜਿਹੜਾ ਸਾਡਾ ਘੜਿਆ ਹੋਇਆ ਅੱਖਰ ਹੈ, ਉਹ ਇੰਨਾ ਸਟੀਕ ਹੋਵੇ ਕਿ ਦੇਖਣ ਵਾਲੇ ਨੂੰ ਆਕਰਸ਼ਿਤ ਕਰੇ ਆਪਣੇ ਵੱਲ, ਉਹਦੇ ਮਨ ਨੂੰ ਪ੍ਰਭਾਵਿਤ ਕਰੇ ਕਿ ਉਹ ਅੱਖਰ ਨੂੰ ਵਾਰ-ਵਾਰ ਦੇਖਣ ਲਈ ਉਹਦੇ ਕੋਲੇ ਆਵੇ। ਸਹੀ ਜਿਹੜੀ ਅੱਖਰਕਾਰੀ ਆ, ਆਪਾਂ ਜਿਹਨੂੰ ਕਹਿ ਸਕਦੇ ਹਾਂ, ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜਿਹੜੀ ਦੇਖਣ ਵਾਲੇ ਨੂੰ ਮਜਬੂਰ ਕਰੇ। ਅੱਖਰਕਾਰੀ ਚਾਹੇ ਤੁਹਾਡੀ ਕੰਧ ਤੇ ਲੱਗੀ ਹੈ, ਚਾਹੇ ਤੁਹਾਡੀ ਕਾਪੀ ਦੇ ਉੱਪਰ ਕੋਈ ਅੱਖਰ ਲਿਖੇ ਹੋਏ ਹੈ, ਜਾਂ ਕਿਤੇ ਵੀ ਅੱਖਰਕਾਰੀ ਕੀਤੀ ਹੈ, ਉਹ ਅਪੀਲ ਕਰਨੀ ਚਾਹੀਦੀ ਹੈ। ਉਹ ਉਸ ਚੀਜ਼ ਦਾ ਸ਼ਿੰਗਾਰ ਬਣਨੀ ਚਾਹੀਦੀ ਹੈ, ਚਾਹੇ ਉਹ ਜੇ ਕੰਧ ਤੇ ਲੱਗੀ ਤਾਂ ਉਹ ਕੰਧ ਦਾ ਸ਼ਿੰਗਾਰ ਬਣੇ, ਜੇ ਉਹ ਕਾਪੀ ਤੇ ਲਿਖੀ ਹੈ ਤਾਂ ਕਾਪੀ ਦਾ ਸ਼ਿੰਗਾਰ ਬਣੇ। ਪਰ ਜਿਹੜਾ ਸੁਲੇਖ ਹੈ, ਇਹ ਇੱਕ ਬੱਝੇ ਹੋਏ ਫੌਂਟ ਦਾ ਅਭਿਆਸ ਹੈ। ਜੇ ਆਪਾਂ ਇਹਨੂੰ ਡਿਫਰੈਂਸ਼ੀਏਟ ਕਰਨਾ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸੁਲੇਖ ਹੈ, ਉਹ ਇੱਕ ਕਰਾਫਟ ਹੈ, ਤੇ ਜਿਹੜੀ ਅੱਖਰਕਾਰੀ ਹੈ, ਉਹ ਇੱਕ ਆਰਟ ਹੈ। ਜਿਹੜੀ ਸੁਲੇਖ ਹੈ, ਇਹਦੇ ਵਿੱਚ ਜਿਹੜੇ ਸਾਡੇ ਬੌਧਿਕ ਗੁਣ ਤੇ ਜਿਹੜੇ ਹੱਥ ਦੀ ਵਰਤੋਂ ਹੁੰਦੀ ਹੈ। ਪਰ ਜਦੋਂ ਅਸੀਂ ਅੱਖਰਕਾਰੀ ਦੀ ਗੱਲ ਕਰਦੇ ਹਾਂ, ਕਰਾਫਟ ਦੀ ਗੱਲ ਕਰਦੇ ਹਾਂ, ਤੇ ਇਹਦੇ ਵਿੱਚ ਸਾਡੇ ਜਿਹੜੇ ਬੌਧਿਕ ਗੁਣ, ਸਾਡੇ ਹੱਥ, ਤੇ ਇਸ ਤੋਂ ਬਾਅਦ ਜਿਹੜੇ ਸਾਡੇ ਇਮੋਸ਼ਨਸ ਜੁੜਦੇ ਹੈ, ਸਾਡੇ ਭਾਵ ਜੁੜਦੇ ਹੈ, ਉਸ ਨੂੰ ਅਸੀਂ ਕਰਾਫਟ ਕਹਿੰਦੇ ਹਾਂ। ਉਹ ਅੱਖਰਕਾਰੀ ਦੇ ਵਿੱਚ ਆ ਜਾਂਦਾ ਹੈ। ਇਹਦੇ ਵਿੱਚ ਜਿਹੜੀਆਂ ਸਾਡੀਆਂ ਫਿੰਗਰਸ ਆ, ਸਾਡੇ ਰਿਸਟ, ਆਈਜ਼ ਤੇ ਮਾਈਂਡ ਦੀ ਕੋਆਰਡੀਨੇਸ਼ਨ ਹੈ, ਜਿਹੜੀ ਇਹਨਾਂ ਦੇ ਜਿਹੜੇ ਤਾਲਮੇਲ ਦੇ ਨਾਲ ਹੀ ਇਹ ਚੀਜ਼ਾਂ ਜਿਹੜੀਆਂ ਸੰਭਵ ਹੋ ਸਕਦੀਆਂ। ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ। ਡਾਕਟਰ ਧਾਮੀ ਜੀ, ਤੁਸੀਂ ਕੁਝ ਗੱਲ ਕਰਨਾ ਚਾਹੁੰਦੇ ਹੋ ਤਾਂ ਪਲੀਜ਼, ਸਵਾਗਤ ਹੈ ਤੁਹਾਡਾ ਵੀ। ਬਹੁਤ ਹੀ ਖੂਬਸੂਰਤ ਗੱਲਾਂ ਰਿੰਪਾ ਬਰਾੜ ਜੀ ਨੇ ਤੇ ਸਾਹਿਬ ਸਿੰਘ ਹੋਰਾਂ ਨੇ ਦੱਸੀਆਂ ਹੈ। ਇਹ ਮਤਲਬ ਆਪਾਂ ਇਤਿਹਾਸ ਬਾਰੇ ਵੀ ਥੋੜੀ ਗੱਲ ਹੋ ਗਈ ਆ, ਤੇ ਪ੍ਰਾਚੀਨਤਾ ਦੀ ਗੱਲ ਹੋ ਗਈ ਆ, ਸੋਹਜ ਦੀ ਗੱਲ ਹੋ ਗਈ, ਸਿਰਜਣਾ ਦੀ ਗੱਲ। ਮੈਂ ਥੋੜਾ ਜਿਹਾ ਸਵਾਲ ਇਹ ਸੀਗਾ ਕਿ ਇਹ ਜਿਹੜੀ ਅੱਖਰਕਾਰੀ ਆ ਜਾਂ ਲਿਖਦੇ ਆਪਾਂ, ਇਹਦੀ ਸਮੱਗਰੀ ਬਾਰੇ ਸਵਾਲ ਆ ਕਿ ਇਹਦੇ ਨਾਲ ਕੋਈ ਖਾਸ ਕਿਸਮ ਦੀ ਜਿਹੜੀ ਆ ਸਿਆਹੀ ਦੀ ਵਰਤੋਂ ਕੀਤੀ ਜਾਂਦੀ ਹੈ, ਜਾਂ ਕਲਮ ਆ ਉਹਦੀ ਬਣਤਰ ਕਿੱਦਾਂ ਦੀ ਆ, ਤੇ ਜਾਂ ਜਿਹੜਾ ਕਾਗਜ਼ ਆ ਉਹਦੇ ਬਾਰੇ ਥੋੜਾ ਜਿਹਾ ਡਿਟੇਲ ਚ ਦੱਸਿਆ ਜਾਵੇ ਤੇ ਸਾਡੇ ਮੈਂਬਰ ਸਾਹਿਬਾਨ ਵਾਸਤੇ ਬਹੁਤ ਵਧੀਆ ਰਹੇਗਾ ਜੀ। ਸਾਹਿਬ ਸਿੰਘ ਜੀ, ਤੁਸੀਂ ਦੱਸੋਗੇ ਕਿ ਮੈਂ ਦੱਸਾਂ ਜੀ?
ਹਾਂਜੀ ਤੁਸੀਂ ਦੱਸੋ, ਆਪਾਂ ਦਿੱਲੀ ਗਏ ਸੀਗੇ ਤਾਂ ਉੱਥੋਂ ਕਿੱਥੋਂ ਸਾਰੀ ਗੱਲਬਾਤ ਤੁਸੀਂ ਦੱਸੋ ਜੀ। ਹਾਂ, ਧਾਮੀ ਸਾਹਿਬ ਦਾ ਸਵਾਲ ਸੀਗਾ ਵੀ ਜਿਹੜੀ ਅੱਖਰਕਾਰੀ ਕਰਦੇ ਹਾਂ ਅਸੀਂ ਉਹਦੇ ਲਈ ਕਿਸ ਤਰ੍ਹਾਂ ਦੇ ਟੂਲਸ ਯੂਜ਼ ਹੁੰਦੇ ਆ, ਕਿਸ ਤਰ੍ਹਾਂ ਦਾ ਕਾਗਜ਼ ਜਾਂ ਕਿਸ ਤਰ੍ਹਾਂ ਦੀ ਸ਼ਾਈ। ਇਹ ਆਮ ਹੀ ਸਵਾਲ ਹੈ ਜਿਹੜੇ ਸਾਡੇ ਕੋਲੇ ਪਹਿਲਾਂ ਵੀ ਆਉਂਦੇ ਸੀਗੇ ਵੀ ਸਰ ਤੁਸੀਂ ਕਿਸ ਤਰ੍ਹਾਂ ਦੇ ਪੈਨ ਯੂਜ਼ ਕਰਦੇ ਆ। ਸਰ ਜੇ ਕੋਈ ਅੱਖਰਕਾਰੀ ਕਰਨੀ ਹੈ ਤਾਂ ਉਹਦੇ ਅਲੱਗ-ਅਲੱਗ ਪੈਟਰਨ ਹੈ ਵੀ ਤੁਸੀਂ ਕਿਸ ਸਰਫੇਸ ਤੇ ਅੱਖਰਕਾਰੀ ਕਰ ਰਹੇ ਹੋ, ਅੱਖਰਾਂ ਦੀ ਮੋਟਾਈ ਕਿੰਨੀ ਕੁ ਰੱਖਣੀ ਹੈ, ਇਹਨਾਂ ਸਾਰਿਆਂ ਦੇ ਲਈ ਅਲੱਗ-ਅਲੱਗ ਟੂਲਸ ਹੁੰਦੇ ਆ। ਜੇ ਅਸੀਂ ਪੈਨ ਦੇ ਨਾਲ ਅੱਖਰਕਾਰੀ ਕਰਨੀ ਹੈ ਤਾਂ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਹੈਗੇ ਆ ਜਿਹੜੀ ਕੈਲੀਗ੍ਰਾਫੀ ਪੈਨ ਹੈ ਉਹ ਮਿਲ ਜਾਣਗੇ ਸਾਨੂੰ, ਜਿਹਦੇ ਵਿੱਚ ਆਪਣਾ ਸ਼ੈਫਰ ਦੇ ਪੈਨ ਆਉਂਦੇ ਆ ਜੀ, ਪਾਰਕਰ ਦੇ ਪੈਨ ਆਉਂਦੇ ਆ, ਸਕਾਈ ਗਲੋਰੀ ਦੇ ਪੈਨ ਆਉਂਦੇ ਆ, ਮੈਨੂਸਕ੍ਰਿਪਟਸ ਦੇ ਪੈਨ ਆਉਂਦੇ ਆ, ਜਾਂ ਲੈਮੀ ਦੇ ਪੈਨ ਆਉਂਦੇ ਆ। ਕਾਫੀ ਤਰ੍ਹਾਂ ਦੇ ਜਿਹੜੇ ਹੈਗੇ ਆ ਕੋਸਟਲੀ ਤੋਂ ਕੋਸਟਲੀ ਜਿਹੜੇ ਪੈਨ ਹੈਗੇ ਆ ਅਸੀਂ ਇਹਦੇ ਲਈ ਅਸੀਂ ਯੂਜ਼ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਜੇ ਕੋਈ ਕੈਲੀਗ੍ਰਾਫੀ ਲਈ ਟੂਲਸ ਦੀ ਗੱਲ ਕਰਦੇ ਆ ਵੀ ਕਿਸ ਤਰ੍ਹਾਂ ਦੇ ਟੂਲਸ ਹੁੰਦੇ ਆ, ਕਿਹੜੇ ਟੂਲਸ ਹੁੰਦੇ ਆ, ਤਾਂ ਇਹਨਾਂ ਦੀ ਇੱਕ ਫਹਿਰਿਸਤ ਕਾਫੀ ਲੰਬੀ ਹੈ ਵੀ ਤੁਸੀਂ ਕਿਸ ਤਰ੍ਹਾਂ ਦੀ ਕੈਲੀਗ੍ਰਾਫੀ ਕਰਨੀ ਹੈ। ਜੇ ਤੁਸੀਂ ਪੈਨ ਨਾਲ ਕੈਲੀਗ੍ਰਾਫੀ ਕਰਨੀ ਹੈ ਤਾਂ ਉਹਦੇ ਵਿੱਚ ਸਾਡੇ ਕੋਲੇ ਫਾਊਂਟੇਨ ਪੈਨ ਆ ਜਾਂਦਾ ਜੀ ਸਭ ਤੋਂ ਪਹਿਲਾਂ। ਉਸ ਤੋਂ ਬਾਅਦ ਜਿਹੜਾ ਕੈਲੀਗ੍ਰਾਫੀ ਪੈਨ ਆ ਗਿਆ, ਫਿਰ ਸਾਡੇ ਕੋਲੇ ਓਬਲੀਕ ਕੈਲੀਗ੍ਰਾਫੀ ਪੈਨ ਆ ਗਿਆ, ਰੂਲਿੰਗ ਪੈਨ ਆ ਗਿਆ, ਪਾਇਲਟ ਦੇ ਪੈਰਲਲ ਪੈਨ ਆਉਂਦੇ ਆ, ਪੈਂਟਲ ਬ੍ਰਸ਼ ਪੈਨ ਆ ਗਏ, ਫਲੈਟ ਹੈਡ ਬ੍ਰਸ਼ ਆ ਗਿਆ, ਫਲੈਕਸੀਬਲ ਨਿਬ ਆ ਗਈ ਸਾਡੇ ਕੋਲੇ, ਪੁਆਇੰਟਡ ਬ੍ਰਸ਼ ਆ ਗਿਆ, ਬਰੋਡ ਨਿਬ ਦੇ ਜਿਹੜੇ ਡਿਪ ਪੈਨ ਹੈ ਉਹ ਆ ਗਏ, ਟੋਂਬੋ ਦੇ ਜਿਹੜੇ ਬ੍ਰਸ਼ ਪੈਨ ਹੈ ਉਹ ਆ ਗਏ, ਆਟੋਮੈਟਿਕ ਪੈਨ ਆਉਂਦੇ ਇੱਕ। ਉਸ ਤੋਂ ਬਾਅਦ ਜਿਹੜੀ ਆਉਂਦੀ ਹੈ ਕਲਮ। ਕਲਮ ਸਾਡੇ ਕੋਲੇ ਜਿਹੜੀ ਹੈਗੀ ਅਸੀਂ ਬਾਂਸ ਦੀ ਵੀ ਕੱਢ ਸਕਦੇ ਹਾਂ, ਉਹ ਕਾਨੇ ਦੀ ਵੀ ਕੱਢ ਸਕਦੇ ਹਾਂ, ਜਾਂ ਇਸ ਤੋਂ ਬਿਨਾਂ ਸਾਡੇ ਕੋਲੇ ਮਾਰਕੀਟ ਦੇ ਵਿੱਚ ਜਿਹੜੀਆਂ ਕਲਮਸ ਅਵੇਲੇਬਲ ਹੈਗੀਆਂ ਉਹ ਮੈਟਲ ਦੀਆਂ ਆਉਂਦੀਆਂ। ਤੇ ਉਸ ਤੋਂ ਬਿਨਾਂ ਅਸੀਂ ਜਿਹੜੀ ਬਰੋਡ ਐਜ ਮਾਰਕਰ ਹੈ ਉਹ ਵੀ ਕੈਲੀਗ੍ਰਾਫੀ ਦੇ ਲਈ ਯੂਜ਼ ਕਰ ਸਕਦੇ ਹਾਂ, ਜਾਂ ਜਿਹੜੀ ਲੌਂਗ ਹੇਅਰ ਬ੍ਰਸ਼ ਹੈ ਜਾਂ ਪੁਆਇੰਟਡ ਬ੍ਰਸ਼ ਪੈਨ ਹੈ, ਇਹਨਾਂ ਨੂੰ ਵੀ ਅਸੀਂ ਕੈਲੀਗ੍ਰਾਫੀ ਟੂਲਸ ਦੇ ਤੌਰ ਤੇ ਅਸੀਂ ਵਰਤ ਸਕਦੇ ਹਾਂ। ਕੁਝ ਕੁ ਨਮੂਨੇ ਮੈਂ ਤੁਹਾਨੂੰ ਸਰ ਦਿਖਾਉਣਾ ਚਾਹੂੰਗਾ। ਆ ਮੇਰੇ ਕੋਲੇ ਕਲਮਾਂ ਨੇ ਜੀ, ਦਿਖਾਈ ਦੇ ਰਹੀਆਂ ਹੋਣੀਆਂ ਤੁਹਾਨੂੰ ਜੀ। ਇਹ ਜਿਹੜੀਆਂ ਕਲਮਾਂ ਹੈ ਖੁਦ ਦੀਆਂ ਤਿਆਰ ਕੀਤੀਆਂ ਹੋਈਆਂ ਕਲਮਾਂ ਹੈ ਜੀ। ਇਹਦੇ ਵਿੱਚੋਂ ਕੋਈ ਕਲਮ ਬਾਂਸ ਦੀ ਹੈ, ਕੋਈ ਕਲਮ ਕਾਨੇ ਦੀ ਹੈ ਜੀ। ਕਾਨਾ ਸਾਡੇ ਖਿੱਤੇ ਦੇ ਵਿੱਚ ਮਤਲਬ ਈਜ਼ੀਲੀ ਅਵੇਲੇਬਲ ਹੋ ਜਾਂਦਾ। ਕਲਮ ਜਿਹੜੀ ਅਸੀਂ ਬਾਂਸ ਤੋਂ ਵੀ ਬਣਾ ਸਕਦੇ ਹਾਂ, ਕਲਮ ਅਸੀਂ ਜਿਹੜੀ ਹੈ ਕਾਨੇ ਤੋਂ ਵੀ ਬਣਾ ਸਕਦੇ ਹਾਂ। ਕਲਮ ਜਿਹੜੀ ਕਲਮ ਜਿਹੜੀ ਹੈ ਟਿਪ ਹੈ ਇਹ ਤੁਹਾਡੇ ਫੌਂਟ ਦੇ ਹਿਸਾਬ ਦੇ ਨਾਲ ਬਣਦੀ ਹੈ। ਤੁਸੀਂ ਕਿੱਡਾ ਕੁ ਮੋਟਾ ਫੌਂਟ ਲਿਖਣਾ ਹੈ ਉਸ ਦੇ ਮੁਤਾਬਕ ਤੁਸੀਂ ਜਿਹੜੀ ਕਲਮ ਦੀ ਟਿਪ ਹੈ ਇਹਨੂੰ ਬਣਾਵਾਂਗੇ। ਇਹ ਤਾਂ ਜਿਹੜੀ ਹੈਂਡਮੇਡ ਕਲਮਸ ਹੈਗੀਆਂ। ਇਸ ਤੋਂ ਇਲਾਵਾ ਜਿਹੜੀਆਂ ਮਾਰਕੀਟ ਦੇ ਵਿੱਚ ਅਵੇਲੇਬਲ ਹੈਗੀਆਂ ਕਲਮਾਂ ਉਹ ਇਸ ਤਰ੍ਹਾਂ ਦੀਆਂ ਹੁੰਦੀਆਂ ਜੀ। ਆਹ ਵਾਲੀਆਂ ਇਹ ਮੈਟਲ ਦੀਆਂ ਕਲਮਸ ਹੈਗੀਆਂ। ਇਹ ਸਪੀਡਬਾਲ ਦੀ ਹੈ ਜੀ, ਸੀ ਸੀਰੀਜ਼ ਹੈ ਇਹ। ਇਹਨੂੰ ਅਸੀਂ ਕੈਲੀਗ੍ਰਾਫੀ ਦੇ ਲਈ ਯੂਜ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਇਸ ਤਰ੍ਹਾਂ ਦੇ ਕੈਲੀਗ੍ਰਾਫੀ ਟੂਲਸ ਆਉਂਦੇ ਆ ਜਿਹੜੇ ਅਸੀਂ ਬਹੁਤ ਵੱਡੇ ਅੱਖਰ ਲਿਖਣੇ ਆ, ਪਰ ਇਹਨਾਂ ਦੇ ਨਾਲ ਜਿਹੜੀ ਗੁਰਮੁਖੀ ਦੀ ਕੈਲੀਗ੍ਰਾਫੀ ਆ ਉਹ ਮਤਲਬ ਸੰਭਵ ਨਹੀਂ ਹੈ। ਇਹ ਜਿਹੜੀਆਂ ਹੈਗੀਆਂ ਇੰਗਲਿਸ਼ ਕੈਲੀਗ੍ਰਾਫੀ ਦੇ ਲਈ ਇਸ ਤਰ੍ਹਾਂ ਦੇ ਟੂਲਸ ਆਉਂਦੇ ਆ। ਇਸ ਤੋਂ ਇਲਾਵਾ ਜੇ ਅਸੀਂ ਹਿੰਦੀ ਦੀ ਕੈਲੀਗ੍ਰਾਫੀ ਕਰਨੀ ਹੈ ਤਾਂ ਉਹਦੇ ਲਈ ਜਿਹੜੀਆਂ ਸਾਡੇ ਕੋਲ ਹੈਗੀਆਂ ਇਸ ਤਰ੍ਹਾਂ ਦੀਆਂ ਕਲਮਾਂ ਅਵੇਲੇਬਲ ਮਾਰਕੀਟ ਦੇ ਵਿੱਚ ਹੈਗੀਆਂ, ਆਨਲਾਈਨ ਸਾਨੂੰ ਇਹ ਮਿਲ ਜਾਂਦੀਆਂ। ਜਿਹੜੀ ਆਹ ਵਾਲੀ ਹੈਗੀ ਹੈ ਇਸ ਨੂੰ ਅਸੀਂ ਓਬਲੀਕ ਪੈਨ ਬੋਲਦੇ ਹਾਂ। ਠੀਕ ਹੈ ਜੀ। ਇਹਦੇ ਲਈ ਜੇ ਇੰਗਲਿਸ਼ ਦੀ ਕਰਸਿਵ ਦੀ ਰਾਈਟਿੰਗ ਕਰਨੀ ਹੈ ਤਾਂ ਇਹਦੇ ਨਾਲ ਬਹੁਤ ਹੀ ਵਧੀਆ ਕਰਸਿਵ ਦੀ ਰਾਈਟਿੰਗ ਹੁੰਦੀ ਹੈ ਇਹਦੇ ਨਾਲ। ਤੇ ਜੇ ਦੇਵਨਾਗਰੀ ਲਿਖਣੀ ਆ ਅਸੀਂ ਤਾਂ ਦੇਵਨਾਗਰੀ ਦੇ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਕਲਮਾਂ ਹੈਗੀਆਂ ਇਹ ਥੋੜੀ ਜਿਹੀ ਅੱਗੋਂ ਟੇਢੀ ਹੁੰਦੀ ਹੈ ਇਹਦੀ ਟਿਪ ਜੀ। ਇਹ ਅਸੀਂ ਯੂਜ਼ ਕਰਦੇ ਹਾਂ ਜੀ। ਕਲਮ ਤੇ ਬਾਅਦ ਧਾਮੀ ਸਾਹਿਬ ਤੁਸੀਂ ਗੱਲ ਕੀਤੀ ਸੀਗੀ ਸਿਆਹੀ ਦੀ। ਹਰੇਕ ਟੂਲ ਦੇ ਲਈ ਅਲੱਗ ਤਰ੍ਹਾਂ ਦੀ ਜਿਹੜੀ ਸਿਆਹੀ ਹੈ ਉਹ ਅਸੀਂ ਯੂਜ਼ ਕਰਦੇ ਹਾਂ। ਜੇ ਅਸੀਂ ਪੈਨ ਯੂਜ਼ ਕਰਨਾ ਤਾਂ ਉਹਦੇ ਲਈ ਸਾਨੂੰ ਜਿਹੜੀ ਫਾਊਂਟੇਨ ਪੈਨ ਵਾਲੀ ਸਿਆਹੀ ਹੈ ਉਹ ਅਸੀਂ ਯੂਜ਼ ਕਰਦੇ ਹਾਂ। ਜਿਹੜੀ ਸਾਡੇ ਜਿਹੜੀ ਪੰਜਾਬ ਦੇ ਵਿੱਚ ਅਵੇਲੇਬਲ ਹੈਗੀ ਆ ਉਹ ਪਾਰਕਰ ਜਾਂ ਕੈਮਲਿਨ ਦੀ ਮਿਲਦੀ ਹੈ। ਇਸ ਤੋਂ ਇਲਾਵਾ ਕਈ ਹੋਰ ਅੱਛੇ ਬ੍ਰਾਂਡ ਹੈਗੇ ਆ ਜਿਵੇਂ ਕਿ ਸ਼ੈਫਰ ਹੈ, ਵਾਟਰਮੈਨ ਹੈ, ਪੈਲੀਕਨ ਹੈ, ਲੈਮੀ, ਆਈਸੋਮਾਰਜ਼, ਹੀਰੋ, ਕ੍ਰੋਸ, ਕ੍ਰੇਟਾ ਕਲਰ, ਵਿੰਸਰ ਐਂਡ ਨਿਊਟਨ, ਡਾਇਮੀਨ, ਕ੍ਰਿਸ਼ਨਾ,
ਔਰ ਇੱਕ ਸਾਡੇ ਮੁਕਤਸਰ ਸਾਡੇ ਵੀਰ ਜੀ ਹੈਗੇ ਆ ਸ਼ਿੰਦਰਪਾਲ ਜੀ, ਉਹਨਾਂ ਨੇ ਖੁਦ ਹੀ ਇੱਕ ਸ਼ਾਹੀ ਤਿਆਰ ਕੀਤੀ ਹੈ, ਉਹ ਮੁਕਤਾ ਦੇ ਨਾਂ ਤੇ ਹੈ। ਉਹਦੇ ਵਿੱਚ ਉਹਨਾਂ ਕੋਲੇ 6-7 ਤਰ੍ਹਾਂ ਦੇ ਕਲਰਸ ਹੈਗੇ ਆ ਜੋ ਕੈਲੀਗ੍ਰਾਫੀ ਲਈ ਆਪਾਂ ਯੂਜ਼ ਕਰ ਸਕਦੇ ਹਾਂ। ਇਹ ਤਾਂ ਹੋ ਗਿਆ ਜੀ ਪੈਨ ਲਈ ਸ਼ਾਹੀਆਂ। ਜੇ ਅਸੀਂ ਕਲਮ ਨਾਲ ਸ਼ਾਹੀ ਯੂਜ਼ ਕਰਨੀ ਹੈ ਤਾਂ ਜਿਹੜੀ ਕਲਮ ਲਈ ਅਸੀਂ ਸ਼ਾਹੀ ਯੂਜ਼ ਕਰਦੇ ਹਾਂ, ਅਸੀਂ 1-2 ਤਰ੍ਹਾਂ ਦੀਆਂ ਜਿਹੜੀਆਂ ਸ਼ਾਹੀਆਂ ਖੁਦ ਵੀ ਤਿਆਰ ਕਰਦੇ ਹਾਂ ਜੀ। ਕਾਲੇ ਰੰਗ ਦੀ ਜਿਹੜੀ ਸ਼ਾਹੀ ਹੈ ਅਨਾਰ ਦੇ ਛਿਲਕੇ ਤੋਂ ਤਿਆਰ ਹੋ ਜਾਂਦੀ ਹੈ। ਔਰ ਇੱਕ ਸ਼ਾਹੀ ਜਿਹੜੀ ਸਾਡੇ ਗੁਰੂ ਸਾਹਿਬਾਨ ਨੇ ਵਰਤੀ ਸੀਗੀ, ਉਹਦਾ ਜਿਹੜਾ ਹੈਗਾ ਮਤਲਬ ਅਸੀਂ ਤਿਆਰ ਕਰ ਸਕਦੇ ਹਾਂ। ਉਹਦਾ ਜਿਹੜਾ ਨੁਕਤਾ ਹੈਗਾ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪੁਰਾਤਨ ਹੱਥ ਲਿਖਤ ਬੀੜਾਂ ਉਹਨਾਂ ਦੇ ਪਿੱਛੋਂ ਲਿਖਿਆ ਹੋਇਆ ਮਿਲ ਸਕਦਾ ਹੈ। ਔਰ ਜੇ ਕਲਮ ਦੇ ਨਾਲ ਅਸੀਂ ਹੋਰ ਸੋਹਣਾ ਕੰਮ ਕਰਨਾ ਤਾਂ ਕੁਝ ਪਿਗਮੈਂਟਸ ਆਉਂਦੇ ਆ, ਉਹ ਪਿਗਮੈਂਟਸ ਵੀ ਅਸੀਂ ਜਿਹੜੀ ਕੈਲੀਗ੍ਰਾਫੀ ਦੇ ਲਈ ਅਸੀਂ ਯੂਜ਼ ਕਰ ਸਕਦੇ ਹਾਂ ਜੀ। ਉਸ ਤੋਂ ਬਾਅਦ ਧਾਮੀ ਸਾਹਿਬ ਤੁਹਾਡਾ ਜਿਹੜਾ ਸਵਾਲ ਸੀਗਾ ਕਾਗਜ਼ ਬਾਰੇ, ਜਦੋਂ ਵੀ ਅਸੀਂ ਕੈਲੀਗ੍ਰਾਫੀ ਕਰਨੀ ਹੈ ਤਾਂ ਸਭ ਤੋਂ ਜਿਹੜਾ ਮੇਨ ਚੀਜ਼ ਹੁੰਦੀ ਹੈ ਹੁੰਦਾ ਸਾਡਾ ਕਾਗਜ਼। ਕਾਗਜ਼ ਤੇ ਟੂਲ ਜੇ ਸਾਡੇ ਕੋਲੇ ਵਧੀਆ ਹੋਣਗੇ ਤਾਂ ਜਿਹੜੀ ਸਾਡੀ ਅੱਖਰਕਾਰੀ ਆ ਉਹਦੀ ਸਿਰਜਣਾ ਅਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਜੇ ਅਸੀਂ ਜ਼ਿਆਦਾ ਖਰਚ ਨਹੀਂ ਕਰਨਾਗਾ, ਸਿਰਫ ਅਸੀਂ ਅਭਿਆਸ ਕਰਨਾ ਤਾਂ ਮਾਰਕੀਟ ਦੇ ਵਿੱਚੋਂ ਆਰਟ ਕਾਰਡ ਮਿਲ ਜਾਂਦੇ ਆ ਜੀ। A4 ਸਾਈਜ਼ A3 ਸਾਈਜ਼ ਦੇ ਆਰਟ ਕਾਰਡ ਮਿਲ ਜਾਂਦੇ ਆ। ਉਹ 5 ਰੁਪਏ ਦਾ ਇੱਕ ਕਾਰਡ ਹੁੰਦਾ, ਉਹਨੂੰ ਵਾਈਟ ਸ਼ੀਟ ਹੁੰਦੀ ਹੈ ਜੀ। ਉਹ 2 ਤਰ੍ਹਾਂ ਦਾ ਉਹਦਾ ਸਰਫੇਸ ਹੁੰਦਾ ਹੈ ਜੀ। ਇੱਕ ਪਾਸਾ ਉਹਦਾ ਪਲੇਨ ਹੁੰਦਾ, ਇੱਕ ਪਾਸਾ ਥੋੜਾ ਜਿਹਾ ਖੁਰਦਰਾ ਹੁੰਦਾ। ਉਹ ਤੁਸੀਂ ਆਪਦੇ ਹਿਸਾਬ ਦੇ ਨਾਲ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਉਸ ਤੋਂ ਬਾਅਦ ਜੇ ਤੁਸੀਂ ਉਹਦੇ ਵਿੱਚ ਰੰਗਾਂ ਦੀ ਸ਼ੋਅ ਦੇਣੀ ਹੈ ਕਾਗਜ਼ ਦੇ ਵਿੱਚ, ਤਾਂ ਸਸਤੇ ਦੇ ਵਿੱਚ ਸਾਡੇ ਕੋਲ ਇੱਕ ਨਾਰਵੇ ਸ਼ੀਟ ਆਉਂਦੀ ਹੈ। ਅਸੀਂ ਉਹਦੇ ਤੇ ਰੰਗਾਂ ਦੀ ਸ਼ੋਅ ਦੇ ਕੇ ਇੱਕ ਬੇਸ ਤਿਆਰ ਕਰ ਸਕਦੇ ਹਾਂ ਤੇ ਉਹਦੇ ਉੱਪਰ ਅਸੀਂ ਕੈਲੀਗ੍ਰਾਫੀ ਕਰ ਸਕਦੇ ਹਾਂ। ਜੇ ਅਸੀਂ ਉਹਦੇ ਨਾਰਵੇ ਸ਼ੀਟ ਦੇ ਉੱਪਰ ਸਿੱਧੀ ਕੈਲੀਗ੍ਰਾਫੀ ਕਰਾਂਗੇ ਤਾਂ ਉਹਦੇ ਤੇ ਸ਼ਾਹੀ ਫੈਲਣ ਦਾ ਡਰ ਰਹਿੰਦਾ ਹੈ। ਕੁਝ ਕਾਗਜ਼ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਤੇ ਸ਼ਾਹੀ ਫੈਲਦੀ ਹੈ। ਕਾਰਨ ਕੀ ਹੈ ਉਹਨਾਂ ਦਾ ਕਿ ਉਹ ਜਿਹੜੇ ਹੈਗੇ ਆ ਉਹ ਕੈਲੀਗ੍ਰਾਫੀ ਲਈ ਨਹੀਂ ਬਣੇ ਹੁੰਦੇ, ਕਿ ਉਹ ਵਾਟਰ ਕਲਰ ਪੇਂਟਿੰਗਸ ਲਈ ਕਾਗਜ਼ ਬਣੇ ਹੁੰਦੇ ਆ। ਬਟ ਅਸੀਂ ਉਹਨਾਂ ਨੂੰ ਕੈਲੀਗ੍ਰਾਫੀ ਦੇ ਤੌਰ ਤੇ ਯੂਜ਼ ਕਰਨ ਲੱਗ ਜਾਂਦੇ ਆ ਤਾਂ ਉਹਨਾਂ ਦਾ ਫਿਰ ਸਾਨੂੰ ਰਿਜ਼ਲਟ ਜਿਹੜਾ ਵਧੀਆ ਨਹੀਂ ਮਿਲਦਾ ਹੈਗਾ। ਉਸ ਤੋਂ ਬਾਅਦ ਇੱਕ ਮਾਰਕੀਟ ਦੇ ਵਿੱਚ ਆਨਲਾਈਨ ਸਾਨੂੰ ਮਿਲ ਜੂਗਾ ਕੈਂਸਨ ਦਾ ਪੇਪਰ। ਐਕਚੁਅਲ ਦੇ ਵਿੱਚ ਕੀ ਹੈ, ਇਹਨੂੰ ਹੈਂਡਮੇਡ ਪੇਪਰ ਬੋਲਦੇ ਆ। ਆਨਲਾਈਨ ਅਸੀਂ ਲੈ ਸਕਦੇ ਹਾਂ ਇਹਨੂੰ। ਇਹ ਜਿਹੜਾ ਪੇਪਰ ਹੈਗਾ ਇਹ ਆਉਂਦਾ ਤਾਂ ਇਹ ਵਾਟਰ ਕਲਰ ਪੇਂਟਿੰਗਸ ਲਈ ਹੈ, ਪਰ ਅਸੀਂ ਇਹਦੇ ਤੇ ਕੈਲੀਗ੍ਰਾਫੀ ਕਰ ਸਕਦੇ ਹਾਂ ਤਾਂ ਰਿਜ਼ਲਟ ਵਧੀਆ ਹੈ। ਜਾਂ ਇਸ ਤੋਂ ਬਿਨਾਂ ਅਸੀਂ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਹੈਂਡਮੇਡ ਸ਼ੀਟਸ ਹੈਗੀਆਂ ਉਹ ਸਾਨੂੰ ਦਿੱਲੀ ਜਾਂ ਜੈਪੁਰ ਵਰਗੇ ਸ਼ਹਿਰ ਤੋਂ ਮਿਲ ਜਾਂਦੀਆਂ, ਉਹ ਅਸੀਂ ਯੂਜ਼ ਕਰ ਸਕਦੇ ਹਾਂ। ਉਹਨਾਂ ਦਾ ਜਿਹੜਾ ਬੇਸ ਹੁੰਦਾ ਹੈ, ਕੁਛ ਜਿਹੜੀਆਂ ਸ਼ੀਟਸ ਹੁੰਦੀਆਂ ਉਹ ਕਾਟਨ ਬੇਸ ਹੁੰਦੀਆਂ, ਕੁਛ ਜਿਹੜੀਆਂ ਹੁੰਦੀਆਂ ਜੂਟ ਬੇਸ ਹੁੰਦੀਆਂ, ਜਿਨ੍ਹਾਂ ਦੇ ਵਿੱਚ ਤੇ ਅਸੀਂ ਕੈਲੀਗ੍ਰਾਫੀ ਕਰਾਂਗੇ ਤਾਂ ਉਹਨਾਂ ਦੇ ਜਿਹੜੇ ਰਿਜ਼ਲਟਸ ਹੈ ਅੱਛੇ ਹੁੰਦੇ ਆ। ਬਹੁਤ ਵਧੀਆ ਜੀ। ਬਹੁਤ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਹੈ ਸ਼ਾਹੀ ਬਾਰੇ, ਪੈਨ ਬਾਰੇ, ਕਲਮ ਬਾਰੇ, ਕਾਗਜ਼ ਬਾਰੇ ਰਿੰਪਾ ਬਰਾੜ ਹੋਰਾਂ ਨੇ। ਤੇ ਆਪਣੇ ਕੋਲ ਸਮਾਂ ਥੋੜਾ ਹੈ, ਆਪਾਂ ਇਸ਼ੂ ਆਪਣੇ ਕੋਲ ਬਹੁਤ ਨੇ ਡਿਸਕਸ ਕਰਨ ਲਈ। ਮੈਂ ਸਾਹਿਬ ਸਿੰਘ ਜੀ ਤੁਹਾਡੇ ਤੋਂ ਖਾਸ ਤੌਰ ਤੇ ਪੁੱਛਣਾ ਚਾਹੂੰਗਾ, ਤੁਹਾਡਾ ਗੁਰਬਾਣੀ ਤੇ ਬਹੁਤ ਜ਼ਿਆਦਾ ਕੰਮ ਹੈ, ਗੁਰਬਾਣੀ ਦੀ ਅੱਖਰਕਾਰੀ ਦੇ ਉੱਤੇ। ਸਾਨੂੰ ਦੱਸੋ ਕਿ ਗੁਰਬਾਣੀ ਦਾ ਜਿਹੜਾ ਬੇਸਿਕ ਫੌਂਟ ਹੈ ਗੁਰੂ ਗ੍ਰੰਥ ਸਾਹਿਬ ਦਾ ਉਹ ਕਿਹੜਾ ਹੈ, ਤੇ ਤੁਸੀਂ ਉਹਦੇ ਵਿੱਚ ਕਿਹੜੇ ਐਕਸਪੈਰੀਮੈਂਟ ਕੀਤੇ ਨੇ? ਕਿਸ ਤਰ੍ਹਾਂ ਗੁਰਬਾਣੀ ਦੀ ਲਿਪੀ ਨੂੰ, ਗੁਰਬਾਣੀ ਦੇ ਅੱਖਰਾਂ ਨੂੰ ਤੁਸੀਂ ਅੱਖਰਕਾਰੀ ਦੇ ਵਿੱਚ ਲਿਆਂਦਾ? ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ। ਅਸਲ ਵਿੱਚ ਜੀ ਜਿਹੜੀਆਂ ਪੁਰਾਤਨ ਹੱਥ ਲਿਖਤ ਸਰੂਪ ਨੇ ਨਾ ਜੀ ਆਪਣੇ ਲਿਖੇ ਹੋਏ ਜੀ, ਉਹ ਜਿਹੜਾ ਆਪਣਾ ਕਿਤਾਬੀ ਫੌਂਟ ਹੈਗਾ ਜੀ ਉਸੇ 'ਚ ਹੀ ਲਿਖੇ ਹੋਏ ਨੇ। ਮਤਲਬ ਉਹਨਾਂ ਕੋਈ ਬੜਾ ਉਹਦਾ ਮਤਲਬ ਰੂਪ ਚੇਂਜ ਨਹੀਂ ਹੈਗਾ, ਉਹੀ ਰੂਪ ਹੈਗਾ। ਮਤਲਬ ਕਿ ਜਿਹੜਾ ਕਿਤਾਬੀ ਆਪਣੇ ਚੱਲਦਾ ਬਸ ਉਹਨੂੰ ਉਸੇ ਫੌਂਟ ਤੋਂ ਹੀ ਸੁਧਰਿਆ ਹੋਇਆ ਰੂਪ ਜਿਹੜਾ ਕਿਤਾਬਾਂ ਦੇ ਵਿੱਚ ਆਪਾਂ ਨੂੰ ਮਿਲਦਾ ਹੋਇਆ। ਤੇ ਜਿਹੜਾ ਆਹ ਮਤਲਬ ਜਿਸ ਫੌਂਟ ਦੇ ਵਿੱਚ ਮੈਂ ਤੇ ਰਿੰਪਾ ਵੀ ਕੰਮ ਕਰਦੇ ਆ, ਇਹ ਅਸੀਂ ਮਤਲਬ ਜਿਹੜੀਆਂ ਪੁਰਾਤਨ ਗੁਰੂ ਸਾਹਿਬਾਂ ਦੀਆਂ ਹੱਥ ਲਿਖਤਾਂ ਸਨ, ਹੁਕਮਨਾਮੇ ਸਨ, ਉਹਨਾਂ ਤੋਂ ਅਸੀਂ ਪ੍ਰਭਾਵਿਤ ਹੋ ਕੇ ਮਤਲਬ ਗੁਰਬਾਣੀ ਦੀ ਇਹ ਮਤਲਬ ਕਿ ਲਿਖਤਾਂ ਨੂੰ ਅਸੀਂ ਗੁਰਬਾਣੀ ਨੂੰ ਉਸ ਫੌਂਟ ਦੇ ਵਿੱਚ ਲਿਖਣ ਦਾ ਅਭਿਆਸ ਕੀਤਾ ਜੀ, ਕੰਮ ਕੀਤਾ ਜੀ। ਇਹਦਾ ਕੋਈ ਬੜਾ ਫਰਕ ਨਹੀਂ ਹੈ। ਮੈਂ ਪੁਰਾਤਨ ਮਹਾਰਾਜ ਸਾਹਿਬ ਦੇ ਸਰੂਪ ਬਹੁਤ ਵੇਖੇ ਨੇ, ਬਹੁਤ ਦਰਸ਼ਨ ਕੀਤੇ ਉਹਨਾਂ ਦੇ ਨੇੜੇ ਹੋ ਕੇ ਵੀ, ਉਹਨਾਂ ਤੋਂ ਮਤਲਬ ਕਿ ਬਰੀਕੀ ਨਾਲ ਵੀ ਜਾ ਕੇ ਵੇਖਿਆ ਮੈਂ ਉਹਨਾਂ ਦੇ। ਆਪਣੇ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਸਰੂਪ ਲਿਖਿਆ ਹੱਥ ਲਿਖ ਪਿਆ ਜੀ, ਬਹੁਤ ਸੁੰਦਰ ਕੰਮ ਹੋਇਆ ਵਿਆ ਉਸ ਤੇ। ਅਸੀਂ ਲਾਈਨਾਂ ਲਾ ਕੇ ਕਰਦੇ ਹਾਂ, ਪਰ ਗੁਰੂ ਸਾਹਿਬਾਂ ਦੇ ਸਮੇਂ 'ਚ ਬਾਬਾ ਜੀ ਦਾ ਜਿਹੜਾ ਕੰਮ ਸੀਗਾ ਉਹ ਕੋਈ ਲਾਈਨ ਨਹੀਂ ਲੱਗੀ ਉਹਦੇ ਤੇ।
ਤੇ ਇੰਨਾ ਸਿੱਧਾ ਕੰਮ ਕੀਤਾ ਹੋਇਆ ਵੀ ਮਤਲਬ ਮੈਂ ਕਹਿੰਦਾ ਜੀ ਬਾ ਕਮਾਲ, ਉਹਨੂੰ ਦੇਖ ਕੇ ਖੁਸ਼ ਹੋ ਜਾਂਦੀ ਹੈ ਜੀ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਇਹਦੇ ਵਿੱਚ ਜਦੋਂ ਗੁਰਬਾਣੀ ਦੀ ਅੱਖਰਕਾਰੀ ਅਸੀਂ ਕਰਦੇ ਹਾਂ ਜੀ। ਤਾਂ ਉਹਦੇ ਵਿੱਚ ਸਾਨੂੰ ਕਿਸ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਆਮ ਅੱਖਰਕਾਰੀ ਦੇ ਨਾਲੋਂ? ਇਸ ਮਾਮਲੇ ਤੁਹਾਡਾ ਕੋਈ ਤਜਰਬਾ ਹੋਵੇ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ। ਕੀ ਬਾਤ ਹੈ ਜੀ, ਬਹੁਤ ਬਹੁਤ ਵਧੀਆ ਸਵਾਲ ਜੀ, ਬਹੁਤ ਵਧੀਆ, ਰੂਹ ਖੁਸ਼ ਹੋ ਗਈ ਸਵਾਲ ਆਪ ਜੀ ਦੇ ਸਵਾਲ ਤੋਂ ਜੀ। ਅਸਲ ਵਿੱਚ ਡਾਕਟਰ ਸਾਹਿਬ, ਗੁਰਬਾਣੀ ਲਿਖਣਾ ਜਾਂ ਗੁਰਬਾਣੀ ਦੀ ਕੈਲੀਗ੍ਰਾਫੀ ਕਰਨੀ ਜਾਂ ਗੁਰਬਾਣੀ ਨੂੰ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਲਿਖਣਾ ਤੇ ਆਮ ਲਿਖਣ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਗੁਰੂ ਸਾਹਿਬਾਂ ਨੇ ਜਦੋਂ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦਾ ਜਦੋਂ ਬੀੜਾ, ਆਦਿ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦਾ ਜਦੋਂ ਬੀੜਾ ਚੱਕਿਆ ਤਾਂ ਦਰਬਾਰ ਸਾਹਿਬ ਤੋਂ ਜਦੋਂ ਬਾਬਾ ਦੀਪ ਸਿੰਘ ਨੂੰ ਆਈਏ ਨਾ ਜੀ, ਤੇ ਗੁਰੂ ਗ੍ਰੰਥ ਸਾਹਿਬ ਭਵਨ ਹੈ ਜੀ, ਮਤਲਬ ਉੱਥੇ ਦੇ ਨੇੜੇ ਤੇੜੇ ਮਤਲਬ ਕਿ ਗੁਰੂ ਸਾਹਿਬਾਂ ਨੇ ਮਤਲਬ ਦੁਨੀਆਦਾਰੀ ਤੋਂ ਬਿਲਕੁਲ ਦੂਰ ਹੋ ਕੇ ਮਤਲਬ ਸ਼ਾਇਦ ਉੱਥੇ ਉਹਨਾਂ ਨੇ ਕਾਰਜ ਸ਼ੁਰੂ ਕੀਤਾ ਸੀਗਾ ਮਹਾਰਾਜ ਸਾਹਿਬ ਦਾ। ਤੇ ਗੁਰਬਾਣੀ ਲਿਖਣ ਲਈ ਇਕਾਂਤ, ਸਹਿਜ ਤੇ ਸ਼ਾਂਤੀ ਦੀ ਬਹੁਤ ਲੋੜ ਹੈ ਜੀ। ਇੱਕ ਮੈਂ ਆਪ ਜੀ ਅੱਗੇ ਹੋਰ ਵਿਚਾਰ ਸਾਂਝਾ ਕਰਨਾ ਚਾਹੁੰਦਾ ਵੀ ਸਾਡੇ ਮਾਡਰਨ ਕੈਲੀਗ੍ਰਾਫੀ ਜਿਹੜੀ ਹੈਗੀ ਹੈ, ਇਹਦਾ ਗੁਰਬਾਣੀ ਕੈਲੀਗ੍ਰਾਫੀ ਦਾ ਖਤਮ ਹੋਣ ਦਾ ਕਾਰਨ ਇਹੀ ਹੈ ਜੀ। ਅੱਛਾ ਜੀ। ਕਿ ਸਾਡੇ ਜਿਹੜੇ ਪੁਰਾਣੇ ਵਿਦਵਾਨ ਸੀ ਨਾ, ਜਿਹੜੇ ਸਾਡੇ ਸਾਹਿਬਾਂ ਨੇ ਸਾਨੂੰ ਬਾਣੀ ਦਿੱਤੀ ਹੈ, ਇਹ ਬਾਣੀ ਜਿਹੜੀ ਸੀਗੀ ਇਹ ਲੜੀਵਾਰ 'ਚ ਸੀਗੀ ਜੀ। ਲੜੀਵਾਰ ਦੇ ਵਿੱਚ ਬਾਣੀ ਲਿਖਣ ਦਾ ਵੀ ਗੁਰੂ ਸਾਹਿਬਾਂ ਦਾ ਇੱਕ ਅਲੱਗ ਮਕਸਦ ਸੀਗਾ ਵੀ ਇਸ ਬਾਣੀ ਦੇ ਵਿੱਚ ਕੋਈ ਰਲਗੜ ਨਾ ਹੋ ਜੇ। ਬਿਲਕੁਲ ਬਿਲਕੁਲ। ਬਾਣੀ ਦੇ ਵਿੱਚ ਹਰ ਬਾਣੀ ਦੀ ਵਿਆਕਰਨ ਬੜੀ ਗੰਭੀਰ ਤੇ ਡੂੰਘੀ ਹੈ ਜੀ। ਇੱਕ ਅੱਖਰ ਦੇ ਥੱਲੇ ਔਂਕੜ ਤੇ ਕਿਤੇ ਔਂਕੜ ਵੀ ਲੱਗਿਆ ਤੇ ਹੋੜਾ ਵੀ ਲੱਗਿਆ, ਕਿਤੇ ਸਿਹਾਰੀ ਵੀ ਲੱਗੀ ਹਾਹੇ ਨੂੰ, ਕਿਤੇ ਹਾਹੇ ਨੂੰ ਔਂਕੜ ਵੀ ਲੱਗਿਆ। ਇਹ ਜਿਹੜੇ ਔਂਕੜ ਦਾ ਵਾਧ ਘਾਟ ਹੈ ਇਹ ਨਾ ਹੋਵੇ ਤਾਂ ਬਾਣੀ ਦਾ ਮੂਲ ਜਿਹੜਾ ਸਾਡਾ ਮਤਲਬ ਜਾਂ ਸਿਧਾਂਤ ਹੈਗਾ ਉਹ ਕਾਇਮ ਰਹਿੰਦਾ ਜੀ। ਜੇਕਰ ਬਾਣੀ ਵੱਧ ਘੱਟ ਅੱਖਰਾਂ 'ਚ ਲਿਖੀ ਜਾਵੇ ਜਾਂ ਉਹਦੇ ਸਿਹਾਰੀ ਪਿਆਰੀ ਔਂਕੜ ਦੇ ਵਿੱਚ ਮਾਤਰਾ ਦੇ ਵਿੱਚ ਕੋਈ ਵਾਧ ਘਾਟ ਹੋ ਜੇ ਤਾਂ ਗੁਰਬਾਣੀ ਦਾ ਮੂਲ ਜਿਹੜਾ ਸਾਡਾ ਸਿਧਾਂਤ ਆ ਖਤਮ ਹੋ ਜਾਂਦਾ ਹੈ, ਉਹਦੇ ਅਰਥ ਖਤਮ ਹੋ ਜਾਂਦੇ ਆ, ਅਰਥ ਦੇ ਨਿਰਰਥ ਹੋ ਜਾਂਦੇ। ਗੁਰੂ ਸਾਹਿਬਾਂ ਦੇ ਸਮੇਂ ਦੇ ਵਿੱਚ ਜਦੋਂ ਬਾਣੀ ਦਾ ਪ੍ਰਚਲਨ ਚੱਲਿਆ ਜੀ, ਹੱਥ ਲਿਖਤ ਦਾ, ਗੁਰੂ ਸਾਹਿਬਾਂ ਨੇ ਕਿਹਾ ਸੀ ਵੀ ਬਾਣੀ ਲਿਖੋ, ਬਾਣੀ ਪੜ੍ਹੋ ਤੇ ਬਾਣੀ ਯਾਦ ਕਰੋ। ਪਰ ਜਦੋਂ ਬਾਣੀ ਯਾਦ ਹੋ ਜਾਂਦੀ ਹੈ ਜੀ, ਉਹ ਗੱਲ ਹੋਰ ਹੋ ਜਾਂਦੀ ਹੈ। ਜਦੋਂ ਅਸੀਂ ਲਿਖ ਦਿੰਦੇ ਹਾਂ ਉਹ ਪੀੜ੍ਹੀ ਦਰ ਪੀੜ੍ਹੀ ਉਵੇਂ ਚੱਲਦੀ ਹੈ। ਤੇ ਸਾਡੇ ਜਦੋਂ ਬਾਬਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਛਾਪੇ ਸ਼ੁਰੂ ਹੋਏ, ਉਦੋਂ ਸਿੱਖਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਸੀਗਾ ਛਾਪਿਆਂ ਦਾ। ਵੀ ਹੱਥ ਲਿਖਤਾਂ ਨਹੀਂ ਹੋਣੀਆਂ ਚਾਹੀਦੀਆਂ, ਹੱਥ ਲਿਖਤਾਂ ਹੋਣੀਆਂ ਚਾਹੀਦੀਆਂ, ਛਾਪਾ ਨਹੀਂ ਹੋਣਾ ਚਾਹੀਦਾ। ਫਿਰ ਜਦੋਂ ਛਾਪੇ ਕਾਰਗਰ ਸਿੱਧ ਹੋਏ ਹੱਥ ਲਿਖਤਾਂ ਨਾਲੋਂ, ਫਿਰ ਉੱਥੇ ਆਪਣੇ ਤੇ ਬੰਦਸ਼ਾਂ ਲੱਗ ਗਈਆਂ ਵੀ ਗੁਰਬਾਣੀ ਜਿਹੜੀ ਹੈ ਉਹ ਹੱਥ ਲਿਖਤ ਨਾ ਹੋਵੇ, ਇੱਕ ਅਲੱਗ ਮਤਲਬ ਕਿ ਉਹਨਾਂ ਦਾ ਸਥਾਨ ਬਣੇ, ਉੱਥੇ ਵਿਦਵਾਨ ਬੈਠਣ, ਉਹ ਤਿਆਰ ਕਰਨ, ਤੇ ਤਾਂ ਕਿ ਦੁਨੀਆ ਦੇ ਵਿੱਚ ਸਾਡੇ ਲੋਕਾਂ ਕੋਲੇ ਜਾਂ ਸੰਗਤ ਕੋਲੇ ਇੱਕ ਵਧੀਆ ਪੈਟਰਨ ਦੀ ਚੀਜ਼ ਤਿਆਰ ਹੋ ਕੇ ਗੁਰਬਾਣੀ ਦੀ ਜਾਵੇ, ਜਿਹਦਾ ਮੂਲ ਸਿਧਾਂਤ ਉਹੀ ਹੋਵੇ ਜਿਹੜਾ ਗੁਰੂ ਸਾਹਿਬਾਂ ਦੇ ਸਮੇਂ ਦੇ ਵਿੱਚ ਸੀਗਾ। ਜਦੋਂ ਅਸੀਂ ਕੈਲੀਗ੍ਰਾਫੀ ਸ਼ੁਰੂ ਕੀਤੀ ਹੈ ਜੀ, ਮੇਰੀ ਤਮੰਨਾ ਸੀ ਮੈਂ ਮਹਾਰਾਜ ਸਾਹਿਬ ਦਾ ਸਰੂਪ ਆਪਣੇ ਹੱਥ ਲਿਖਤ ਨਾਲ ਲਿਖਾਂ ਇੱਕ, ਤੇ ਸੰਤਾਂ ਦੇ ਰੂਬਰੂ ਇਹੋ ਜਿਹੇ ਸਰੂਪ ਆ ਗਏ ਹੱਥ ਲਿਖਤਾਂ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਸਨ। ਫਿਰ ਕੀ ਹੋਇਆ ਜੀ, ਦਰਬਾਰ ਸਾਹਿਬ ਤੋਂ, ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ ਕਿ ਕੋਈ ਵੀ ਬੰਦਾ ਬਗੈਰ ਆਗਿਆ ਤੋਂ ਹੱਥ ਲਿਖਤ ਸਰੂਪ ਨਹੀਂ ਲਿਖ ਸਕਦਾ। ਉਹ ਇਹੀ ਕਾਰਨ ਸੀਗਾ ਕਿ ਜਿਹੜੀ ਆਨਲਾਈਨ ਇੰਨਾ ਸਾਡੇ ਕੋਲ ਗਲਤ ਮਟੀਰੀਅਲ ਪਿਆ ਗੁਰਬਾਣੀ ਦਾ, ਵੀ ਤੁਸੀਂ ਪੜ੍ਹਨ ਨੂੰ ਤੁਹਾਨੂੰ ਲੱਗੂਗਾ ਵੀ ਅਸੀਂ ਸਹੀ ਪੜ੍ਹ ਰਹੇ ਹਾਂ, ਪਰ ਉਹ ਇੱਕ ਲਾਈਨ ਦੇ ਵਿੱਚ ਜੇ 10 ਅੱਖਰ ਤੇ 10 ਅੱਖਰਾਂ ਦੀ ਗਲਤੀਆਂ ਨੇ। ਸੋ ਇਹ ਜਿਹੜਾ ਗੁਰਬਾਣੀ ਲਿਖਣ ਦਾ ਜਿਹੜਾ ਸਿਧਾਂਤ ਹੈ ਜੀ, ਉਹ ਬੜਾ ਪੰਜਾਬੀ ਲਿਖਣ ਨਾਲੋਂ ਵੱਖਰਾ ਹੈ ਜੀ। ਤੁਹਾਡੀ ਉਸ ਸਥਾਨ ਦੀ ਸੁਚਮਤਾ ਹੋਵੇ, ਤੁਸੀਂ ਐਵੇਂ ਨਹੀਂ ਤੁਰੇ ਆਏ ਤੇ ਗੁਰਬਾਣੀ ਲਿਖਣ ਲੱਗ ਪਏ। ਇਹ ਗੁਰੂ ਸਾਹਿਬਾਂ ਨੇ ਇਹ ਸਿਧਾਂਤ ਬਣਾਏ ਹੋਏ ਨੇ ਜੀ। ਗੁਰੂ ਸਾਹਿਬਾਂ ਦੇ ਸਮੇਂ ਦੇ ਵਿੱਚ ਗੁਰੂ ਸਾਹਿਬ ਇੱਕੋ ਕਲਮ ਵਰਤਦੇ ਸੀ, ਦੁਬਾਰਾ ਘੜਦੇ ਨਹੀਂ ਸੀ।
ਤੇ ਗੁਰਬਾਣੀ ਬੜੀ ਸੋਚ ਕੇ ਲਿਖੀ ਜਾਂਦੀ ਸੀ, ਵੀ ਐ ਨਹੀਂ ਵੀ ਮਤਲਬ ਸ਼ੁਰੂ ਕਰਤਾ ਤੇ ਲਿਖਣਾ ਸ਼ੁਰੂ ਕਰਤਾ, ਜਿੱਥੇ ਗਲਤੀ ਹੋ ਗਈ ਕੋਈ ਗੱਲ ਨਹੀਂ, ਹੋਗੀ ਤਾਂ ਕੋਈ ਗੱਲ ਨਹੀਂ, ਇਸ ਤਰ੍ਹਾਂ ਨਹੀਂ ਸੀਗਾ। ਬਹੁਤ ਬਹੁਤ ਅੱਛੀਆਂ ਗੱਲਾਂ ਕੀਤੀਆਂ ਨੇ ਤੁਸੀਂ ਗੁਰਬਾਣੀ ਦੀ ਅੱਖਰਕਾਰੀ ਦੇ ਪ੍ਰਸੰਗ ਦੇ ਵਿੱਚ। ਸੱਚਮੁੱਚ ਬਹੁਤ ਸਾਨੂੰ ਸੰਵੇਦਨਸ਼ੀਲ ਹੋਣ ਦੀ ਲੋੜ ਹੈ ਗੁਰਬਾਣੀ ਦੀ ਅੱਖਰਕਾਰੀ ਦੇ ਪ੍ਰਸੰਗ ਦੇ ਵਿੱਚ, ਕਿਉਂਕਿ ਬਾਕੀ ਜੇ ਕੋਈ ਸਾਡੇ ਲਿਖਾਈ ਚਲੀ ਜਾਊਗੀ ਉਹਦੇ ਵਿੱਚ ਕੋਈ ਗਲਤੀ ਵੀ ਚਲੀ ਜਾਊਗੀ, ਕੋਈ ਫਰਕ ਨਹੀਂ ਪੈਂਦਾ ਹੈਗਾ। ਪਰ ਜਦੋਂ ਅਸੀਂ ਗੁਰਬਾਣੀ ਦੀ ਅੱਖਰਕਾਰੀ ਕਰਦੇ ਹਾਂ ਤੇ ਜੋ ਉਹਦੇ ਵਿੱਚ ਕੋਈ ਵੀ ਇੱਕ ਗਲਤੀ ਰਹਿ ਜਾਂਦੀ ਹੈ ਤਾਂ ਉਹ ਗਲਤੀ ਦੂਜਿਆਂ ਵਾਸਤੇ ਮਾਡਲ ਬਣ ਜਾਂਦੀ ਹੈ ਤੇ ਬੰਦੇ ਉਹਨੂੰ ਫਾਲੋ ਕਰਨ ਲੱਗ ਜਾਂਦੇ ਨੇ, ਤੇ ਇਹਦੇ ਨਾਲ ਅਸੀਂ ਦੁਨੀਆ ਤੱਕ ਗਲਤ ਡਾਕੂਮੈਂਟੇਸ਼ਨ ਲੈ ਕੇ ਜਾਂਦੇ ਹਾਂ। ਇਹ ਇੱਕ ਮਹੱਤਵਪੂਰਨ ਪੱਖ ਹੈ। ਰਮਨਦੀਪ ਜੀ, ਤੁਹਾਡੇ ਨਾਲ ਮੈਂ ਇੱਕ ਹੋਰ ਇਸ਼ੂ ਸਾਂਝਾ ਕਰਦਾ। ਜਿਵੇਂ ਜੀ ਸਰ, ਪੰਜਾਬੀ ਦੇ ਵਿੱਚ ਸ਼ਬਦ ਜੋੜ ਨੇ, ਗ੍ਰਾਮਰ ਦੇ ਐਂਗਲ ਤੋਂ, ਲਿਖਣ ਦੇ ਐਂਗਲ ਤੋਂ, ਸ਼ਬਦਾਂ ਦੇ ਸਹੀ ਰੂਪ ਕੀ ਹੋਣਾ, ਕੀ ਅੱਖਰਕਾਰੀ ਦੇ ਵਿੱਚ ਕੋਈ ਇਹੋ ਜਿਹਾ ਕੰਮ ਹੋਇਆ ਕਿ ਅੱਖਰਕਾਰੀ ਦਾ ਸਟੈਂਡਰਡ ਪੰਜਾਬੀ ਦੇ ਵਿੱਚ ਬਣਿਆ ਹੋਵੇ ਜਿਹਨੂੰ ਅਸੀਂ ਫਾਲੋ ਕਰ ਸਕਦੇ ਹੋਈਏ, ਕਿਸੇ ਅਦਾਰੇ ਨੇ, ਕਿਸੇ ਸੰਸਥਾ ਨੇ ਹੁਣ ਤੱਕ ਬਣਾਇਆ ਹੋਵੇ ਕਿ ਆਹ ਅੱਖਰਕਾਰੀ ਦਾ ਜਿਹੜਾ ਸ਼ਬਦ ਅੱਖਰਾਂ ਦੇ ਰੂਪ ਨੇ ਜਾਂ ਆ ਜਿਹੜੀਆਂ ਲਗਾ ਮਾਤਰਾ ਦੇ ਰੂਪ ਨੇ, ਇਹ ਇੱਕ ਸਟੈਂਡਰਡ ਹੈ, ਇਹਨੂੰ ਫਾਲੋ ਕਰਨਾ ਹੈ? ਕੀ ਇਹੋ ਜਿਹਾ ਕੰਮ ਹੋਇਆ ਜਾਂ ਇਹਦੇ ਵਿੱਚ ਕੀ ਸਥਿਤੀ ਕੀ ਹੈ? ਸਰ ਮੈਂ ਇਸ ਮਾਮਲੇ ਦੇ ਵਿੱਚ ਨਾ ਪਿਛਲੇ 3-4 ਸਾਲ ਤੋਂ ਸਰਚ ਕਰ ਰਿਹਾ ਸੀਗਾ। ਮੈਂ ਜਿਹੜੀ ਪਟਿਆਲਾ ਯੂਨੀਵਰਸਿਟੀ ਹੈਗੀ ਆ ਉਹਦੀ ਲਾਇਬ੍ਰੇਰੀ ਦੇ ਵਿੱਚ ਵੀ ਮੈਂ ਗਿਆ, ਇਸ ਬਾਬਤ ਤੋਂ ਕੋਈ ਨਾ ਕੋਈ ਮੈਨੂੰ ਕੋਈ ਮੈਟਰ ਮਿਲ ਜੇ। ਔਰ ਪੰਜਾਬ ਯੂਨੀਵਰਸਿਟੀ ਤੋਂ ਮੇਰੀ ਐਮਫਿਲ ਹੈ ਜੀ, ਮੈਂ ਉੱਥੋਂ ਦੀ ਲਾਇਬ੍ਰੇਰੀ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕੁਝ ਕਿਤਾਬਾਂ ਦੀ ਚੋਣ ਕਰਨਾ ਚਾਹੁੰਦਾ ਸੀਗਾ ਵੀ ਜਿਨ੍ਹਾਂ ਦੇ ਵਿੱਚ ਸਾਨੂੰ ਪੰਜਾਬੀ ਦੀ ਅੱਖਰਕਾਰੀ ਦੇ ਕੁਝ ਨੇਮ ਜਾਂ ਸਿਧਾਂਤ ਬਾਰੇ ਕੋਈ ਕੁਝ ਲਿਖਿਆ ਮਿਲ ਜੇ। ਅੱਖਰਾਂ ਦੇ ਬਾਰੇ ਤਾਂ ਬਹੁਤ ਕੁਝ ਲਿਖਿਆ ਗਿਆ ਹੈ, ਅੱਖਰਾਂ ਦੇ ਮੂਲ ਬਾਰੇ, ਅੱਖਰ ਕਿੱਥੋਂ ਆਏ, ਕਿਹੜੇ ਭਾਸ਼ਾਵਾਂ ਦੇ ਅੱਖਰਾਂ ਦੇ ਨਾਲ ਜਿਹੜੇ ਸਾਡੇ ਅੱਖਰ ਮੇਲ ਖਾਂਦੇ ਹੈ, ਪਰ ਇਸ ਤਰ੍ਹਾਂ ਦੇ ਸਟੈਂਡਰਡ ਦੇ ਲਈ ਸਾਡੇ ਕੋਲੇ ਕੁਝ ਵੀ ਨਹੀਂ ਮਿਲਦਾ ਹੈਗਾ ਵੀ ਜਿਹੜੀ ਅੱਖਰ ਹੈ ਉਹਦੀ ਅੱਖਰਕਾਰੀ ਕਰਦੇ ਸਮੇਂ ਆਹ ਜਿਹੜੇ ਨੇਮ ਹੈ ਉਹ ਵਰਤਣੇ ਚਾਹੀਦੇ ਹੈ। ਅੱਖਰ ਦੀ ਗਲਾਈ ਇੱਥੋਂ ਲੈ ਕੇ ਇੱਥੋਂ ਤੱਕ ਹੋਣੀ ਚਾਹੀਦੀ ਹੈ, ਇੱਥੋਂ ਲੈ ਕੇ ਇਹਦੀ ਜਿਹੜਾ ਹੈਗਾ ਆਕਾਰ ਇੰਨਾ ਚੌੜਾ ਹੋਣਾ ਚਾਹੀਦਾ ਹੈ। ਇਸ ਨਿਯਮ ਤੇ ਕੋਈ ਵੀ ਸਾਨੂੰ ਕੋਈ ਜਿਹੜੀ ਵਿਆਕਰਨਕ ਸਿਧਾਂਤ ਲਿਖਤ ਰੂਪ ਦੇ ਵਿੱਚ ਨਹੀਂ ਮਿਲਦੇਗੇ। ਸਿਰਫ ਤੇ ਸਿਰਫ ਜਿਹੜੇ ਹੈਗੇ ਆ ਲੋਕਾਂ ਦੁਆਰਾ ਨਿੱਜੀ ਜਿਹੜੇ ਕੰਮ ਕੀਤੇ ਗਏ ਹੈ, ਉਹ ਫੌਂਟਸ ਤਿਆਰ ਕੀਤੇ ਗਏ ਹੈ, ਉਹੀ ਅਸੀਂ ਇਹਦੇ ਵਿੱਚ ਇਹਨਾਂ ਦਾ ਮੂਲ ਮੰਨਦੇ ਹਾਂ। ਪਰ ਇਸ ਦਿਸ਼ਾ ਦੇ ਵਿੱਚ ਹਜੇ ਹੋਰ ਕੰਮ ਹੋਣ ਦਾ ਹਜੇ ਸਾਡੇ ਕੋਲੇ ਮਤਲਬ ਬਹੁਤ ਸੰਭਾਵਨਾਵਾਂ ਹੈਗੀਆਂ। ਜੇ ਕੋਈ ਕਰਨਾ ਚਾਹੁੰਦਾ ਤਾਂ ਇਹ ਖੇਤਰ ਬਿਲਕੁਲ ਵਿਹਲਾ ਪਿਆ ਇਸ ਕੰਮ ਤੋਂ। ਇਹ ਸਾਡੇ ਦੁਆਰਾ ਜਿਹੜੀ ਨਿੱਜੀ ਬਿਲਕੁਲ ਜਿਹੜੇ ਸਾਡੇ ਨਿੱਜੀ ਵਿਚਾਰ ਹੈ ਜੀ, ਜਿਹੜਾ ਅੱਖਰ ਹੈਗਾ ਉਹਦੀ ਗਲਾਈ ਇੰਨੇ % ਤੇ ਆ ਕੇ ਮੁੜਨੀ ਚਾਹੀਦੀ ਹੈ, ਆ ਅੱਖਰ ਇੰਨੇ % ਥੱਲੇ ਹੋਣਾ ਚਾਹੀਦਾ ਹੈ, ਇਹ ਸਾਡੇ ਨਿੱਜੀ ਵਿਚਾਰ ਹੈ। ਇਹ ਕੋਈ ਵਿਆਕਰਨਕ ਨੇਮ ਨਹੀਂ ਹੈਗੇ, ਕਿਸੇ ਕਿਤਾਬ ਦੇ ਵਿੱਚ ਨਹੀਂ ਮਿਲਦੇਗੇ। ਇਸੇ ਕਰਕੇ ਜਦੋਂ ਆਨਲਾਈਨ ਫੌਂਟ, ਵਰਚੁਅਲ ਫੌਂਟ ਤਿਆਰ ਹੁੰਦੇ ਨੇ ਤਾਂ ਉਦੋਂ ਪੰਜਾਬੀ ਦੇ ਵਿੱਚ ਜਾ ਕੇ ਬਹੁਤ ਕਾਲਾ ਮਾਲਾ ਹੋ ਜਾਂਦਾ ਹੈ। ਸਾਨੂੰ ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਕਿ ਜਿਹੜਾ ਗੁਰਮੁਖੀ ਫੌਂਟ ਹੈ ਜਾਂ ਅਸੀਸ ਫੌਂਟ ਹੈ ਜਾਂ ਅਨਮੋਲ ਫੌਂਟ ਹੈ ਜਾਂ ਰਾਵੀ ਫੌਂਟ ਹੈ, ਕਿਤੇ ਪੈਰ ਬਿੰਦੀ ਕਿਵੇਂ ਲੱਗ ਰਹੀ ਹੈ, ਕਿਤੇ ਪੈਰ ਕਿਵੇਂ ਲੱਗ ਰਿਹਾ ਹੈ, ਕਿਤੇ ਇਹ ਫੌਂਟਸ ਇਹੋ ਜਿਹੇ ਹੈਗੇ ਜਿਨ੍ਹਾਂ ਦੇ ਵਿੱਚ ਜਿਹੜੀ ਲੱਲੇ ਦੇ ਪੈਰ ਦੇ ਵਿੱਚ ਬਿੰਦੀ ਹੈ ਵਿਚਕਾਰ ਲੱਗਦੀ ਹੈ, ਕਈਆਂ ਦੇ ਵਿੱਚ ਖੱਬੇ ਪਾਸੇ ਲਾ ਰਹੇ ਹੈ। ਤਾਂ ਇਹ ਕਾਲਾ ਮਾਲਾ ਤਾਂ ਹੈ ਕਿ ਉਹ ਸਾਡੇ ਨਿੱਜੀ ਕੀਤੇ ਹੋਏ ਕੰਮ ਹੈ, ਇਹਦੇ ਲਈ ਕੋਈ ਵਿਆਕਰਨਕ ਨੇਮ ਨਹੀਂ ਹੈਗੇ। ਬਿਲਕੁਲ ਬਿਲਕੁਲ, ਕਿਉਂਕਿ ਵਰਚੁਅਲ ਫੌਂਟ ਨੇ ਤਾਂ ਸਾਡੇ ਬੁਨਿਆਦੀ ਫੌਂਟਾਂ ਤੋਂ ਹੀ ਚੱਕਣਾ ਹੁੰਦਾ ਹੈ। ਜੋ ਕੁਝ ਸਾਡੇ ਕੋਲੇ ਪਹਿਲਾਂ ਦੇ ਆਧਾਰ ਤੇ ਵਰਚੁਅਲ ਫੌਂਟ ਤਿਆਰ ਹੁੰਦੇ ਨੇ, ਤੇ ਜੇ ਅਸੀਂ ਇਸ ਮਾਮਲੇ 'ਚ ਜਿੰਨੇ ਵੀ ਲਿਖਾਈ ਨਾਲ ਅੱਖਰਕਾਰੀ ਨਾਲ ਜੁੜੇ ਹੋਏ ਲੋਕ ਨੇ, ਜੇ ਚਾਹੇ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਅਦਾਰਾ ਹੈ, ਚਾਹੇ ਉਹ ਭਾਸ਼ਾ ਵਿਭਾਗ ਦਾ ਅਦਾਰਾ ਹੈ, ਚਾਹੇ ਉਹ ਯੂਨੀਵਰਸਿਟੀਆਂ ਦੇ ਅਦਾਰੇ ਨੇ, ਚਾਹੇ ਉਹ ਅਕਾਦਮੀਆਂ ਨੇ, ਇਹਨਾਂ ਦੇ ਵਿੱਚ ਕੋਈ ਇਹੋ ਜਿਹੀ ਕਮੇਟੀ, ਸਬ ਕਮੇਟੀ ਬਣਦੀ ਹੈ ਤਾਂ ਜਿਹੜੇ ਕਾਫਲੇ ਨਾਲ ਜੁੜੇ ਹੋਏ ਲੋਕ ਨੇ ਸਾਰੇ ਆਪਾਂ ਜੁੜੇ ਹੋਏ ਆ, ਇਹਦੇ ਵਿੱਚ ਆਪਾਂ ਇਸ ਮਾਮਲੇ 'ਚ ਕੁਝ ਕਰ ਸਕੀਏ ਤਾਂ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋਊਗੀ ਕਿ ਪਹਿਲਾਂ ਅਸੀਂ ਆਪਣਾ ਇੱਕ ਪੈਟਰਨ ਸੈੱਟ ਕਰ ਲਈਏ, ਉਸ ਤੋਂ ਬਾਅਦ ਅਸੀਂ ਉਹਦੀ ਡਿਜ਼ਾਈਨਿੰਗ ਵਾਲੇ ਫੌਂਟ ਜਿੰਨੇ ਮਰਜ਼ੀ ਤਿਆਰ ਕਰ ਲਈਏ, ਪਰ ਇੱਕ ਬੇਸਿਕ ਫੌਂਟ ਹੋਣਾ ਚਾਹੀਦਾ ਜਿਹੜਾ ਪੂਰੇ ਬੇਸਿਕ ਫੌਂਟ ਹੋਣਾ ਚਾਹੀਦਾ ਜੀ। ਉਹ ਤਾਂ ਪਰ ਦੇ ਪੰਜਾਬੀਆਂ ਦੇ ਡਾਕਟਰ ਸਾਹਿਬ ਹਾਂਜੀ ਹਾਂਜੀ, ਹੁਣ ਤਾਂ ਸਰ ਉਹ ਆਪੋ ਆਪਣੀ ਮੰਜ਼ਲੀ ਤੇ ਆਪੋ ਆਪਣੇ ਰਾਗ ਵਾਲੀ ਗੱਲ ਹੈ ਜੀ। ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ ਸਾਹਿਬ ਸਿੰਘ ਡਾਕਟਰ ਸਾਹਿਬ ਮੇਰੀ ਬੇਨਤੀ ਹੈ ਜੀ, ਉਰਮਨ ਨੂੰ ਅਸੀਸ ਦਿਓ ਜੀ ਫਿਰ ਇਹ। ਹਾਂ ਬਿਲਕੁਲ, ਉਰਮਨ ਤੋਂ ਸਾਨੂੰ ਬਹੁਤ ਉਮੀਦਾਂ ਨੇ ਕਿਉਂਕਿ ਉਰਮਨ ਆਲਰੇਡੀ ਐਮਫਿਲ ਪੱਤਰ ਦਾ ਕੰਮ ਭਾਵੇਂ ਇਹ ਤੇ ਨਹੀਂ ਕੀਤਾ, ਪਰ ਜਿਹੜੇ ਬੰਦੇ ਨੇ ਖੋਜ ਦਾ ਕੰਮ ਸ਼ੁਰੂ ਕੀਤਾ ਹੁੰਦਾ ਉਹਨੂੰ ਖੋਜ ਦੇ ਪੈਟਰਨ ਬਾਰੇ ਪਤਾ ਹੁੰਦਾ ਹੈ, ਉਹਨੂੰ ਖੋਜ ਦੀ ਨੇਚਰ ਬਾਰੇ ਪਤਾ ਹੁੰਦਾ ਹੈ, ਉਹਨੂੰ ਖੋਜ ਦੇ ਸਰੋਤਾਂ ਬਾਰੇ ਪਤਾ ਹੁੰਦਾ ਹੈ। ਸੋ ਉਰਮਨ ਨੂੰ ਘੱਟੋ ਘੱਟ ਇਸ ਮਾਮਲੇ ਦਾ ਅਨੁਭਵ ਹੈ ਕਿ ਉਹਨੂੰ ਖੋਜ ਦੇ ਪੈਟਰਨ ਦਾ ਵੀ ਪਤਾ ਹੈ,
ਉਹਨੂੰ ਖੋਜ ਦੇ ਸਰੋਤਾਂ ਦਾ ਵੀ ਪਤਾ ਹੈ, ਖੋਜ ਦੀ ਨੇਚਰ ਦਾ ਵੀ ਪਤਾ ਹੈ, ਤੇ ਅਸੀਂ ਆਸ ਵੀ ਕਰਦੇ ਹਾਂ ਇਸ ਤੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਫੀਲਡ ਦੇ ਵਿੱਚ ਕੰਮ ਕਰਨਗੇ। ਜੇ ਸ਼ੁਰੂਆਤ ਹੁੰਦੀ ਹੈ ਤਾਂ ਗੱਲ ਬਹੁਤ ਦੂਰ ਤੱਕ ਜਾਂਦੀ ਹੈ, ਬਾਤ ਜਬ ਨਿਕਲੀ ਹੈ ਤਾਂ ਦੂਰ ਤੱਕ ਜਾਏਗੀ, ਤੇ ਕਈ ਵਾਰੀ ਸਾਨੂੰ ਨੀਹਾਂ ਦੀਆਂ ਇੱਟਾਂ ਬਣਨਾ ਪੈਂਦਾ ਹੈ। ਭਾਵੇਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਹੋਰ ਬਹੁਤ ਸਾਰੇ ਕੰਮ ਹੁੰਦੇ ਨੇ, ਪਰ ਜੇ ਅਸੀਂ ਬੁਨਿਆਦੀ ਇੱਟ ਰੱਖਦੀ ਇਸ ਮਾਮਲੇ 'ਚ ਸ਼ੁਰੂ ਕਰ ਦਈਏ ਕੰਮ, ਤਾਂ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਜਾਂ ਆਉਣ ਵਾਲੇ ਲੋਕ ਨੇ ਇਹਦੇ ਵਿੱਚ ਕੰਮ ਕਰਦੇ ਰਹਿੰਦੇ ਨੇ। ਹੁਣ ਆਪਾਂ ਅਗਲੇ ਇਸ਼ੂ ਤੇ ਆਉਂਦੇ ਹਾਂ ਜੀ ਰਮਨਜੀਤ। ਉਹ ਇਸ਼ੂ ਹੈ ਕਿ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਇੱਕ ਤਾਂ ਇਹ ਹੁੰਦੀ ਹੈ ਕਿ ਸਾਡੇ ਕੋਲ ਕਲਾ ਹੁੰਦੀ ਹੈ, ਕਲਾ ਨੂੰ ਅਸੀਂ ਪਰਫੈਕਸ਼ਨ 'ਚ ਕਨਵਰਟ ਕਰ ਲੈਂਦੇ ਹਾਂ। ਇੱਕ ਇਹ ਹੁੰਦਾ ਕਿ ਸਾਡੇ ਕੋਲ ਕਿੱਤਾ ਹੁੰਦਾ, ਕਿੱਤੇ ਨੂੰ ਅਸੀਂ ਕਲਾ ਬਣਾ ਲੈਂਦੇ ਹਾਂ। ਸਾਡੇ ਕੋਲ ਦੋਨੇ ਤਰ੍ਹਾਂ ਦੀਆਂ ਉਦਾਹਰਨਾਂ ਨੇ। ਸਾਡੇ ਬਹੁਤ ਸਾਰੇ ਪੁਰਾਣੇ ਕਿੱਤੇ ਨੇ ਜਿਹੜੇ ਆਪਣੇ ਆਪ ਦੇ ਵਿੱਚ ਕਲਾਵਾਂ ਬਣ ਜਾਂਦੀਆਂ ਨੇ। ਜਿਵੇਂ ਮੰਜੇ ਲੋਕ ਬਣਾਉਂਦੇ ਸੀ, ਮੰਜਾ ਬਣਾਉਣਾ ਇੱਕ ਕਿੱਤਾ ਹੈ, ਪਰ ਮੰਜਾ ਬਣਾਉਣਾ ਇੱਕ ਕਲਾ ਬਣ ਜਾਂਦਾ ਜਦੋਂ ਉਹਦੇ ਵਿੱਚ ਮੰਜਾ ਬਣਾਉਣ ਵਾਲਾ ਬੰਦਾ ਆਪਣਾ ਸੁਹਗ ਲਾ ਦਿੰਦਾ ਹੈ। ਤੇ ਜੇ ਆਪਾਂ ਅੱਖਰਕਾਰੀ ਦੀ ਇਸ ਐਂਗਲ ਤੋਂ ਸੋਚੀਏ, ਗੱਲ ਕਰੀਏ, ਤਾਂ ਅੱਖਰਕਾਰੀ ਦੇ ਵਿੱਚ ਕਿੱਤਾ ਬਣਨ ਦੀਆਂ ਕਿੰਨੀਆਂ ਸੰਭਾਵਨਾਵਾਂ ਨੇ। ਅੱਖਰਕਾਰੀ ਸਾਨੂੰ ਰੁਜ਼ਗਾਰ ਦੇ ਸਕਦੀ ਹੈ, ਰੋਟੀ ਦੇ ਸਕਦੀ ਹੈ, ਸਾਨੂੰ ਇਸ ਰੂਪ ਦੇ ਵਿੱਚ ਸਾਡੀ ਕੋਈ ਮਦਦ ਕਰ ਸਕਦੀ ਹੈ। ਇਹੋ ਜਿਹੀਆਂ ਕੀ ਸੰਭਾਵਨਾਵਾਂ ਨੇ ਉਰਮਨਦੀਪ ਸਰ? ਬਹੁਤ ਵਧੀਆ ਸਵਾਲ ਆ ਤੁਹਾਡਾ ਜੀ। ਜੀ ਅੱਖਰਕਾਰੀ ਦੇ ਖੇਤਰ ਦੇ ਵਿੱਚ ਹਜੇ ਤੱਕ ਜਿਹੜਾ ਹੈਗਾ ਬਹੁਤ ਸਾਰਾ ਕੰਮ ਹੋਣ ਵਾਲਾ ਪਿਆ ਹੈ। ਜੇ ਆਪਾਂ ਇਹਨੂੰ ਅੱਖਰਕਾਰੀ ਨੂੰ ਕਿੱਤੇ ਦੇ ਨਾਲ ਜੋੜਦੇ ਹਾਂ ਤਾਂ ਸਾਰੇ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਸੰਭਾਵਨਾਵਾਂ ਬਣਦੀਆਂ, ਜੇ ਕਿਵੇਂ ਕਿਸ ਤਰ੍ਹਾਂ ਵੀ ਜਿਹੜੀ ਅੱਖਰਕਾਰੀ ਰੁਜ਼ਗਾਰ ਦਾ ਸਾਧਨ ਬਣ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਜੇ ਆਪਾਂ ਅੱਖਰਕਾਰੀ ਦੀ ਫੋਟੋਗ੍ਰਾਫੀ ਦੀ ਗੱਲ ਕਰਦੇ ਹਾਂ ਤਾਂ ਅੱਖਰਕਾਰੀ ਦੇ ਅਸੀਂ ਜਿਹੜੇ ਫੌਂਟ ਤਿਆਰ ਕਰ ਸਕਦੇ ਹਾਂ, ਜਿਹੜੇ ਕਿ ਪੇਡ ਫੌਂਟ ਹੋਣਗੇ। ਇਹਦੇ ਵਿੱਚ ਸਾਨੂੰ ਰੁਜ਼ਗਾਰ ਦੇ ਸਾਧਨ ਮਿਲ ਸਕਦੇ ਹੈ। ਉਸ ਤੋਂ ਬਾਅਦ ਜੇ ਅਸੀਂ ਮਤਲਬ ਇਸ ਕਲਾ ਨੂੰ ਕਿਸੇ ਹੋਰ ਕਲਾ ਦੇ ਨਾਲ ਜੋੜ ਲੈਂਦੇ ਹਾਂ ਤਾਂ ਉਹਦੇ ਵਿੱਚ ਵੀ ਇੱਕ ਬਹੁਤ ਵਧੀਆ ਰਾਹ ਨਿਕਲਦਾ ਸਾਡੇ ਕੋਲੇ। ਮੰਨ ਲਓ ਜੇ ਕੋਈ ਬੰਦਾ ਕੋਈ ਵਧੀਆ ਪੇਂਟਿੰਗ ਕਰਦਾ ਕਿਸੇ ਥੀਮ ਤੇ, ਔਰ ਇੱਕ ਬੰਦਾ ਉਸੇ ਥੀਮ ਤੇ ਕੋਈ ਰਾਈਟਿੰਗ ਕਰਦਾ, ਕੁਛ ਉਹਦੇ ਵਿਚਾਰ ਆ, ਕੋਈ ਭਾਵਨਾਵਾਂ ਜਿਹੜੀਆਂ ਹੈਗੀਆਂ ਉਹ ਸ਼ਬਦਾਂ ਦੇ ਰੂਪ ਵਿੱਚ ਵਿਅਕਤ ਕਰਦਾ ਹੈ, ਔਰ ਇੱਕ ਤੀਸਰਾ ਬੰਦਾ ਉਸ ਨੂੰ ਅੱਖਰਕਾਰੀ ਦੇ ਰੂਪ ਵਿੱਚ ਉਹਦੇ ਉੱਪਰ ਲਿਖਦਾ ਹੈ, ਤਾਂ ਇੱਕ 3 ਬੰਦਿਆਂ ਦੀ ਜਿਹੜੀ ਰੁਜ਼ਗਾਰ ਦਾ ਸਾਧਨ ਬਣ ਸਕਦਾ ਹੈ ਇਹ। ਬਹੁਤ ਵਧੀਆ ਗੱਲ। ਉਸ ਤੋਂ ਬਾਅਦ ਜਿਸ ਤਰ੍ਹਾਂ ਸਾਡੇ ਵੀਰ ਸੁਖਜੀਵਨ ਜੀ ਹੈਗੇ ਆ ਜਾਂ ਕੁਝ ਹੋਰ ਜਿਹੜੇ ਵੀਰ ਹੈਗੇ ਜਿਨ੍ਹਾਂ ਨੂੰ ਫੋਟੋਗ੍ਰਾਫੀ ਦਾ ਸ਼ੌਂਕ ਹੈ, ਉਹ ਕਿਸੇ ਇੱਕ ਖਾਸ ਥੀਮ ਤੇ ਫੋਟੋਗ੍ਰਾਫੀ ਹੋ ਸਕਦੀ ਹੈ, ਔਰ ਉਸ ਫੋਟੋਗ੍ਰਾਫੀ ਦੇ ਨਾਲ ਜਿਹੜੀ ਕੈਲੀਗ੍ਰਾਫੀ ਪੰਜਾਬੀ ਦੀ ਹੋ ਸਕਦੀ ਹੈ। ਤਾਂ ਇੱਕ ਇਹ ਵੀ ਇੱਕ ਵਧੀਆ ਰੁਝਾਨ ਹੋ ਸਕਦਾ ਹੈ। ਇਸ ਖੇਤਰ ਦੇ ਵਿੱਚ ਵੀ ਹਜੇ ਬਹੁਤ ਸਾਰਾ ਕੰਮ ਹੋਣ ਵਾਲਾ ਪਿਆ। ਕੀ ਬਾਤ ਹੈ। ਮੈਨੂੰ ਲੱਗਦਾ ਸਾਹਿਬ ਸਿੰਘ ਜੀ ਇਹਦੇ ਵਿੱਚ ਜਿਵੇਂ ਆਪਾਂ ਗ੍ਰੀਟਿੰਗ ਕਾਰਡ ਤਿਆਰ ਕਰਦੇ ਹਾਂ, ਕੋਈ ਗਿਫਟ ਤਿਆਰ ਕਰਦੇ ਹਾਂ, ਇਸ ਕਿਸਮ ਦੀਆਂ ਸੰਭਾਵਨਾਵਾਂ ਪਈਆਂ ਨੇ ਸਾਹਿਬ ਸਿੰਘ ਜੀ? ਸਰ ਬਹੁਤ ਸੰਭਾਵਨਾਵਾਂ ਤਾਂ ਬਹੁਤ ਪਈਆਂ ਨੇ ਜੀ। ਅਸੀਂ ਖੇਤਰ ਬਹੁਤ ਵੱਡਾ ਹੈ, ਪਰ ਇਸ ਦੇ ਵਿੱਚ ਇੱਕ ਪ੍ਰੋਬਲਮ ਜਿਹੜੀ ਆਉਂਦੀ ਹੈ ਉਹ ਇਹ ਮੈਂ ਸਮਝਦਾ ਵੀ ਅਜੇ ਉਹ ਲੋਕਾਂ ਦਾ ਮਾਈਂਡ ਤਿਆਰ ਨਹੀਂ ਹੋਇਆ ਕਿ ਅਸੀਂ ਇਸ ਤਰ੍ਹਾਂ ਕੰਮ ਕਰਵਾਈਏ। ਮੇਨ ਗੱਲ ਇੱਕ ਆਪਾਂ ਨੂੰ ਬੰਦੇ ਮਿਲ ਵੀ ਜਾਣਗੇ, ਸਭ ਕੁਝ ਹੋ ਜਾਊਗਾ, ਪਰ ਲੋਕਾਂ ਦਾ ਰੁਝਾਨ ਜਿਹੜਾ ਹੈਗਾ ਇੱਧਰ ਲਿਆਉਣ ਵਾਸਤੇ ਇਹ ਬੜਾ ਤਕੜਾ ਫੀਲਡ ਹੈਗਾ। ਜਿੱਥੇ ਕਿਸੇ ਚੀਜ਼ ਦੀ ਡਿਮਾਂਡ ਹੋਊ, ਕਾਰੋਬਾਰ ਉੱਥੇ ਵਧੂਗਾ ਜੀ। ਸਾਡੇ ਖਿੱਤਾ ਖਤਮ ਹੋ ਚੁੱਕਿਆ ਜੀ, ਬਿਲਕੁਲ ਖਤਮ ਹੋ ਚੁੱਕਿਆ। ਅਸੀਂ ਇੱਕੋ ਇੱਕ ਖਿੱਤਾ ਹੈਗਾ ਜਿਹੜਾ ਜਿਹਦੇ ਵਿੱਚ ਅੱਗੇ ਸੰਭਾਵਨਾ ਹੈਗੀ, ਸਾਡਾ ਭਾਵਨਾ ਨਾਲ ਜੁੜਿਆ ਗੁਰਬਾਣੀ। ਇਰਾਨੀ ਲੋਕ ਬਹੁਤ ਤਕੜਾ ਕੰਮ ਕਰ ਰਹੇ ਜੀ ਇਸ ਸੰਬੰਧ ਦੇ ਵਿੱਚ ਜੀ। ਉਹਨਾਂ ਦੇ ਡਰਾਇੰਗ ਰੂਮਾਂ ਦੇ ਵਿੱਚ ਕੁਰਾਨ ਦੀਆਂ ਆਇਤਾਂ ਤੇ ਬਾਹਰਲੀ ਬਾਉਂਡਰੀ ਤੇ ਵੇਲਕਾਰੀ ਬਾ ਕਮਾਲ ਦੀ ਕੀਤੀ ਹੋਈ ਹੈ, ਔਰ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਮੈਂ ਸਮਝਦਾ ਹਾਂ ਵੀ ਉਹ ਮਤਲਬ ਲੱਖਾਂ ਜਾਂਦੀਆਂ ਹੋਣਗੀਆਂ। ਉਹ ਸਾਡੇ ਜਿਹੜਾ ਇਹ ਕਾਰਜ ਸੀਗਾ ਇਹ ਮਤਲਬ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖਤਮ ਹੋ ਗਿਆ ਜੀ। ਪਹਿਲਾਂ ਇਹ ਕਾਰਜ ਗੁਰਦੁਆਰਿਆਂ ਵਿੱਚ ਬਹੁਤ ਹੁੰਦਾ ਸੀ। ਗੁਰਦੁਆਰਿਆਂ ਦੇ ਮੇਨ ਗੇਟ ਦੇ ਵਿੱਚ ਅੰਦਰ ਗੁਰਦੁਆਰਿਆਂ ਦੀਵਾਰਾਂ ਤੇ ਜਿਵੇਂ ਦਰਬਾਰ ਸਾਹਿਬ ਵੇਖ ਸਕਦੇ ਹੋ। ਜੇ ਤੁਹਾਨੂੰ ਸਰ ਜੀ ਜਾਣ ਦਾ ਮੌਕਾ ਮਿਲ ਜੇ ਟੱਲ ਸਾਹਿਬ ਗੁਰਦੁਆਰੇ, ਟੱਲ ਸਾਹਿਬ ਗੁਰਦੁਆਰੇ ਦੀਆਂ 8 ਕਿ 9 ਮੰਜ਼ਿਲਾਂ ਨੇ। ਉਹ 9 ਮੰਜ਼ਿਲਾਂ ਦੇ ਵਿੱਚ ਬਾ ਕਮਾਲ ਦੀ ਚਿੱਤਰਕਾਰੀ ਹੋਈ ਵੀ ਹੈ। ਆਪ ਵੀ ਜਰੂਰ ਕਿਤੇ ਜਾਓ ਤਾਂ ਜਰੂਰ ਵੇਖ ਕੇ ਆਇਆ ਜੀ। ਔਰ ਗੁਰੂ ਸਾਹਿਬਾਂ ਦਾ ਟੋਟਲੀ ਸਾਰਾ ਜੀਵਨ, ਗੁਰੂ ਨਾਨਕ ਸਾਹਿਬ ਦਾ ਪੈਦਾ ਹੋਣ ਤੋਂ ਲੈ ਕੇ ਜਵਾਨ ਹੋਣ ਤੱਕ, ਵਿਆਹ ਹੋਣ ਤੱਕ, ਸਾਰਾ ਟੋਟਲੀ ਜੀਵਨ ਜਿਹੜਾ ਹੈਗਾ ਉਦਾਸੀਆਂ ਦਾ ਉਹ ਮਤਲਬ ਦੀਵਾਰਾਂ ਦੇ ਬਣਾਇਆ ਹੋਇਆ ਹੈ। ਔਰ ਬਾ ਕਮਾਲ ਦਾ ਕੰਮ ਕੀਤਾ ਹੋਇਆ, ਔਰ ਉਹ ਕੰਮ ਇੰਨਾ ਜ਼ਿਆਦਾ ਮਹਿੰਗਾ ਜੀ। ਮਤਲਬ ਅੱਜ ਵੀ ਜੇ ਤੁਸੀਂ ਵੇਖੋਗੇ ਐ ਲੱਗੂਗਾ ਤੁਹਾਨੂੰ ਜਿਵੇਂ ਤਾਜ਼ਾ ਕੰਮ ਹੋਇਆ ਪਿਆ। ਉਹ ਮਤਲਬ
ਪਿਗਮੈਂਟ ਜਿਹੜੇ ਹੈ ਜਦੋਂ ਪੱਥਰਾਂ ਦੇ ਰਗੜ ਕੇ ਰੰਗ ਤਿਆਰ ਕੀਤੇ ਹੋਏ ਜਿਹੜੇ ਉਹ ਪੁਰਾਣੇ ਸਮਿਆਂ ਦੇ ਵਿੱਚ ਰੰਗ ਸੀ, ਰੰਗਾਂ ਦਾ ਕੰਮ ਸੀਗਾ, ਉਹ ਗੁਰਦੁਆਰੇ ਵਿੱਚ ਵੀ ਉਹ ਕੰਮ ਹੁਣ ਬੰਦ ਹੋ ਗਿਆ ਜੀ। ਬਿਲਕੁਲ ਬਿਲਕੁਲ ਬਿਲਕੁਲ। ਜੇ ਕੋਈ ਆਪਣੇ ਬੰਦਾ ਇਹ ਆਰਟ ਦੇ ਤੌਰ ਤੇ ਅੱਗੇ ਵੱਧਦਾ ਵੀ ਹੈ, ਉਹਦੇ ਵਾਸਤੇ ਫਿਰ ਮਤਲਬ ਜਦੋਂ ਕੋਈ ਚੀਜ਼ ਖਰੀਦਣ ਵਾਲਾ ਹੀ ਨਾ ਹੋਊਗਾ ਤੇ ਫਿਰ ਬੜਾ ਉਹਦੇ ਵਾਸਤੇ ਮਹਿੰਗਾ ਕਾਰਜ ਸਿੱਧ ਹੋਊਗਾ ਇਹ। ਬਿਲਕੁਲ ਬਿਲਕੁਲ ਬਿਲਕੁਲ। ਸਰ ਮੈਂ ਸਾਹਿਬ ਸਿੰਘ ਵੀਰ ਜੀ ਦੀ ਗੱਲ ਦਾ ਥੋੜਾ ਜਿਹਾ ਵਿਸਥਾਰ ਕਰਦਾ ਕਿ ਜਿਹੜੀ ਸਾਡੀ ਗੁਰਬਾਣੀ ਹੈ ਉਹਦੇ ਚ ਜਿਹੜਾ ਹੈਗਾ ਦ੍ਰਿਸ਼ ਚਿਤਰਨ ਬਹੁਤ ਜ਼ਿਆਦਾ ਹੈ। ਗੁਰਬਾਣੀ ਦੇ ਵਿੱਚੋਂ ਅਸੀਂ ਜਿਹੜੇ ਦ੍ਰਿਸ਼ ਹੈ ਉਹ ਇੱਕ ਮਤਲਬ ਕਾਗਜ਼ ਦੇ ਜਾਂ ਸਰਫੇਸ ਦੇ ਉੱਪਰ ਉਕੇਰ ਕੇ ਉਹਦੇ ਉੱਪਰ ਗੁਰਬਾਣੀ ਦੀ ਜਿਹੜੀ ਅੱਖਰਕਾਰੀ ਕਰ ਸਕਦੇ ਹਾਂ, ਇਹ ਵੀ ਇੱਕ ਬਹੁਤ ਵਧੀਆ ਰੁਝਾਨ ਹੋ ਸਕਦਾ ਹੈ। ਬਿਲਕੁਲ ਬਿਲਕੁਲ। ਇਸ ਖੇਤਰ ਦੇ ਵਿੱਚ ਅਮਰਜੀਤ ਪੇਂਟਰ ਨੇ ਬਠਿੰਡੇ ਤੋਂ, ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਹੈ ਤੇ ਸਵਰਨਜੀਤ ਸਵੀ ਨੇ ਸ਼ਾਇਰ ਨੇ ਬਹੁਤ ਅੱਛੇ, ਪਰ ਬਹੁਤ ਅੱਛੇ ਚਿੱਤਰਕਾਰ ਨੇ ਲੁਧਿਆਣੇ ਤੋਂ, ਤੇ ਗੁਰਪ੍ਰੀਤ ਕੰਮ ਕੀਤਾ ਬਠਿੰਡੇ ਤੋਂ। ਇਹਨਾਂ ਦਾ ਕੰਮ ਹੈ ਨਿੱਜੀ ਤੌਰ ਤੇ ਮੈਂ ਦੇਖਿਆ, ਮਤਲਬ ਖਾਸ ਤੌਰ ਤੇ ਅਮਰਜੀਤ ਪੇਂਟਰ ਨੇ ਬਹੁਤ ਉਹਨੇ ਕੁਝ ਸ਼ਬਦ ਲਏ ਗੁਰਬਾਣੀ ਦੇ ਵਿੱਚੋਂ, ਉਹਨਾਂ ਸ਼ਬਦਾਂ ਤੇ ਉਹਨਾਂ ਨੇ ਚਿੱਤਰਕਾਰੀ ਕੀਤੀ। ਹੁਣ ਚਿੱਤਰਕਾਰੀ ਸਰ ਇੱਕ ਅੱਖਰਕਾਰੀ ਹੁੰਦੀ ਹੈ ਤਾਂ ਹੋਰ ਬਹੁਤ ਸਾਡੇ ਇੱਕ ਮਿੱਤਰ ਨੇ ਜੀ ਮੁਕਤਸਰ ਤੋਂ ਨੇ, ਅਵਤਾਂਸ਼ ਪੁਣੀ ਹੈ ਜੀ। ਵੈਸੇ ਪੇਸ਼ੇ ਵਜੋਂ ਤਾਂ ਉਹ ਸਾਇੰਸ ਮਾਸਟਰ ਨੇ, ਪਰ ਉਹਨਾਂ ਦਾ ਜਿਹੜਾ ਹੈਗਾ ਕੋਈ ਵੀ ਕਲਾ ਉਹਦੇ ਤੋਂ ਮਤਲਬ ਉਹਨਾਂ ਤੋਂ ਅਛੂਤੇ ਨਹੀਂ ਹੈਗੇ, ਚਾਹੇ ਉਹ ਕੈਲੀਗ੍ਰਾਫੀ ਹੈ, ਚਾਹੇ ਉਹ ਪੇਂਟਿੰਗ ਹੈ, ਚਾਹੇ ਉਹ ਕੋਈ ਧਰਮ ਦੀ ਗੱਲ ਕਰ ਲਓ, ਉਹ ਆਪਣੇ ਆਪ ਦੇ ਵਿੱਚ ਇੱਕ ਚਲਦੀ ਫਿਰਦੀ ਯੂਨੀਵਰਸਿਟੀ ਹੈ। ਔਰ ਉਹਨਾਂ ਦੀਆਂ ਜਿਹੜੀਆਂ ਪੇਂਟਿੰਗਸ ਹੈ ਜੀ, ਉਹਨਾਂ ਦੇ ਵਿੱਚੋਂ ਜਿਹੜੇ ਦ੍ਰਿਸ਼ ਚਿੱਤਰ ਦੇਖਣ ਨੂੰ ਮਿਲਦੇ ਆ ਜੀ, ਬਾ ਕਮਾਲ ਨੇ। ਉਹਨਾਂ ਦਾ ਕੰਮ ਵੈਸੇ ਤਾਂ ਕਲਾਸੀਕਲ ਆਰਟ ਤੇ ਹੈਗਾ ਜੀ, ਆਪਾਂ ਕਿਸੇ ਦਿਨ ਉਹਨਾਂ ਦਾ ਵੀ ਰੂਬਰੂ ਰੱਖਾਂਗੇ ਜੀ। ਬਹੁਤ ਹੀ ਮਾਇਨਾਜ ਸ਼ਖਸੀਅਤ ਨੇ ਉਹ, ਤੇ ਔਰ ਉਹਨਾਂ ਦਾ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੇ ਜਿਹੜੀ ਉਹਨਾਂ ਦਾ ਪੇਂਟਿੰਗਸ ਹੈਗੀਆਂ ਉਹ ਵੀ ਬਾਕਮਾਲ ਨੇ ਜੀ। ਬਹੁਤ ਵੱਡਾ ਫੀਲਡ ਹੈ ਇਹ। ਜਗਤਾਰ ਸੋਖੀ ਹੋਰਾਂ ਨੇ ਵੀ ਪਿਛਲੇ ਸਮੇਂ ਦੇ ਵਿੱਚ ਕੁਝ ਕੰਮ ਕੀਤਾ, ਗੁਰਪ੍ਰੀਤ ਨੇ ਕੀਤਾ, ਅਮਰਜੀਤ ਪੇਂਟਰ ਨੇ ਕੀਤਾ, ਸਵਰਨਜੀਤ ਸਵੀ ਨੇ ਕੀਤਾ, ਹੋਰ ਵੀ ਬਹੁਤ ਸਾਰੇ ਦੋਸਤਾਂ ਨੇ ਕੀਤਾ ਹੋਣਾ। ਗੁਰੂ ਨਾਨਕ ਦੇਵ ਦੀ 550 ਸਾਲਾ ਉਤਸਵ ਨੂੰ ਸਮਰਪਿਤ ਉਸ ਦੌਰ ਦੇ ਵਿੱਚ ਵੀ ਕੰਮ ਹੋਇਆ ਇਸ ਖੇਤਰ ਦੇ ਵਿੱਚ, ਭਾਵੇਂ ਅਜੇ ਉਹਦੀ ਉਵੇਂ ਡਾਕੂਮੈਂਟੇਸ਼ਨ ਨਹੀਂ ਹੋ ਸਕੀ। ਹਾਂਜੀ ਧਾਮੀ ਸਾਹਿਬ, ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਹੋ? ਹਾਂ ਸਰ, ਮੈਂ ਪੁੱਛਣਾ ਚਾਹੁੰਦਾ ਕਿ ਜਿਵੇਂ ਹਰ ਇੱਕ ਕਲਾਕਾਰ ਲਈ ਨਾ ਉਹਦੇ ਵਾਸਤੇ ਉਹਦਾ ਅਭਿਆਸ ਜਾਂ ਰਿਆਜ਼ ਬੜਾ ਮਹੱਤਵ ਰੱਖਦਾ ਹੈ, ਕਿ ਦੋਨਾਂ ਸਾਥੀਆਂ ਲਈ ਸਵਾਲ ਹੈ ਕਿ ਤੁਸੀਂ ਆਪਣੇ ਰਿਆਜ਼ ਬਾਰੇ ਦੱਸੋ, ਜਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਖੇਤਰ ਜਾਂ ਇਸ ਕਲਾ ਨੂੰ ਛੋਇਆ? ਬਿਲਕੁਲ ਬਿਲਕੁਲ, ਬਹੁਤ ਮਹੱਤਵਪੂਰਨ ਸਵਾਲ ਹੈ। ਸਾਹਿਬ ਸਿੰਘ ਜੀ। ਸਰ ਜੀ ਇਸ ਜੀ ਸਾਹਿਬ ਸਿੰਘ ਤੁਸੀਂ ਕਰਦੇ ਜੀ। ਉਰਮਨ ਦੀ ਗੱਲ ਕਰੋ, ਤੁਸੀਂ ਕਰੋ ਗੱਲ। ਹਾਂ ਚਲੋ ਕੋਈ ਨਹੀਂ, ਉਰਮਨ ਜੀ ਤੁਸੀਂ। ਹਾਂਜੀ ਚਲੋ ਮੈਂ ਕਰਦਾ ਜੀ। ਹਾਂਜੀ ਸਰ ਜੀ, ਇਸ ਖੇਤਰ ਦੇ ਵਿੱਚ ਗੱਲ ਕਰੀਏ ਤਾਂ ਕੋਈ ਸਾਨੂੰ ਬਹੁਤਾ ਜ਼ਿਆਦਾ ਲੰਮਾ ਸਮਾਂ ਨਹੀਂ ਹੋਏਗਾ। 2013 ਦੇ ਵਿੱਚ ਸਾਡੇ ਆਪਣੇ ਸਿੱਖਿਆ ਵਿਭਾਗ ਦੇ ਵੱਲੋਂ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ ਸੀਗੇ। ਉਦੋਂ ਮੈਂ ਬੱਚਿਆਂ ਦੀ ਤਿਆਰੀ ਕਰਵਾਈ ਸੀਗੀ, ਔਰ ਬੱਚਿਆਂ ਦੀ ਤਿਆਰੀ ਕਰਵਾਉਂਦੇ ਆਪ ਨੂੰ ਥੋੜਾ ਜਿਹਾ ਸ਼ੌਂਕ ਜਾਗ ਪਿਆ ਸੁੰਦਰ ਲਿਖਣ ਦਾ, ਔਰ ਮੈਂ ਮੁਕਾਬਲੇ ਦੇ ਵਿੱਚ ਬੈਠ ਗਿਆ। ਬਲਾਕ ਲੈਵਲ ਤੇ ਮੇਰੀ ਸੈਕੰਡ ਪੋਜੀਸ਼ਨ ਆਈ, ਫਿਰ ਥੋੜਾ ਜਿਹਾ ਉਤਸ਼ਾਹ ਹੋਰ ਵੱਧ ਗਿਆ। ਤੇ ਉਸ ਤੋਂ ਬਾਅਦ ਜਦੋਂ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਹੋਏ, ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਦੇ ਵਿੱਚ 2013 ਦੇ ਵਿੱਚ ਮੈਨੂੰ ਪਹਿਲਾ ਸਥਾਨ ਮਿਲਿਆ। ਤੇ ਉਸ ਸਮੇਂ ਤੋਂ ਜਿਹੜਾ ਹੈਗਾ ਥੋੜਾ ਜਿਹਾ ਅੱਖਰਕਾਰੀ ਦੇ ਵੱਲ ਜਿਹੜਾ ਰੁਝਾਨ ਹੋ ਗਿਆ। ਸੋਹਣਾ ਲਿਖਣਾ ਇੱਕ ਸ਼ੌਂਕ ਬਣ ਗਿਆ। 2016 ਦੇ ਵਿੱਚ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ ਤਾਂ 2016 ਦੇ ਵਿੱਚ ਸੁੰਦਰ ਲਿਖਾਈ ਮੁਕਾਬਲੇ ਹੋਏ, ਤਾਂ ਮੇਰੇ ਸਕੂਲ ਦਾ ਜਿਹੜਾ ਬੱਚਾ ਸੀਗਾ ਉਹ ਸਟੇਟ ਲੈਵਲ ਤੇ ਗਿਆ। ਉੱਥੇ ਕਾਫੀ ਜਿਹੜੇ ਦੋਸਤਾਂ ਦੇ ਨਾਲ ਮੁਲਾਕਾਤਾਂ ਹੋਈਆਂ, ਉਤਸ਼ਾਹ ਹੋਰ ਜ਼ਿਆਦਾ ਵੱਧ ਗਿਆ। ਮੈਂ ਘਰੇ ਆ ਕੇ ਉਸ ਤੋਂ ਬਾਅਦ ਮੈਂ ਜਿਹੜੇ ਕੈਲੀਗ੍ਰਾਫੀ ਟੂਲਸ ਆ ਉਹਨਾਂ ਬਾਰੇ ਸਰਚ ਕਰਨੀ ਸ਼ੁਰੂ ਕੀਤੀ, ਔਰ ਟੂਲਸ ਇਕੱਠੇ ਕਰਨੇ ਸ਼ੁਰੂ ਕੀਤੇ, ਕਲਮ ਨਾਲ ਲਿਖਣ ਦਾ ਅਭਿਆਸ ਸ਼ੁਰੂ ਕੀਤਾ। ਔਰ ਮੇਰੇ ਅੰਕਲ ਜੀ ਸੀਗੇ ਗ੍ਰੰਥੀ ਪ੍ਰਿਤਪਾਲ ਜੀ, ਅੱਜ ਕੱਲ ਉਹ ਸਾਡੇ ਵਿਚਕਾਰ ਨਹੀਂ ਹੈ। ਉਹਨਾਂ ਨੂੰ ਮੈਂ ਆਪਣੀਆਂ ਜਦੋਂ ਲਿਖਤਾਂ ਦਿਖਾਈਆਂ, ਉਹ ਮੇਰੀ ਲਿਖਾਈ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ, ਤੇ ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ, ਤੇ ਉਹਨਾਂ ਨੇ ਹੀ ਮੈਨੂੰ ਗੁਰਮੁਖੀ ਜਿਹੜੀ ਅੱਖਰਕਾਰੀ ਹੈ ਉਹਦੀ ਪ੍ਰੇਰਨਾ ਦਿੱਤੀ। ਔਰ ਗੁਰਮੁਖੀ ਅੱਖਰਕਾਰੀ ਦੇ ਵਿੱਚ ਮੇਰਾ ਤੇ ਬਾਈ ਸਾਹਿਬ ਸਿੰਘ ਦਾ ਮੇਲ 2016 ਚ ਹੁੰਦਾ ਹੈ। ਉਹ 2016 ਦੀ ਦਸੰਬਰ ਦਾ ਸਮਾਂ ਸੀਗਾ ਜਦੋਂ ਅਸੀਂ ਮਤਲਬ ਇਸ ਖੇਤਰ ਦੇ ਵਿੱਚ ਕੰਮ ਸ਼ੁਰੂ ਕੀਤਾ। ਦਸੰਬਰ 2016 ਤੋਂ ਲੈ ਕੇ ਤੇ 6 ਮਹੀਨੇ ਲਗਾਤਾਰ ਅਸੀਂ ਜਿਹੜੀ ਗੁਰਮੁਖੀ ਹੈ ਉਹਦੇ ਅੱਖਰਾਂ ਦੀ ਬਣਤਰ ਬਾਰੇ ਅਭਿਆਸ ਕੀਤਾ। ਹਰ ਰੋਜ਼ ਸਾਡੀ ਵਾਰਤਾ ਹੋਣੀ, ਘੰਟਾ ਸਾਡੀ ਗੱਲਬਾਤ ਹੁੰਦੀ ਸੀ।
ਇਹਨਾਂ ਨੇ ਮੇਰੀਆਂ ਊਣਤਾਈਆਂ ਦੱਸਣੀਆਂ, ਮੈਂ ਕੁਛ ਜਿੰਨੇ ਜੋਗਾ ਮੈਂ ਸੀਗਾ ਇਹਨਾਂ ਦੀਆਂ ਊਣਤਾਈਆਂ ਮੈਂ ਇਹਨਾਂ ਨੂੰ ਦੱਸਣੀਆਂ। ਤਾਂ ਅਸੀਂ ਇੱਕ ਉਸ ਵਾਰਤਾ ਦੇ ਵਿੱਚ ਇੱਕ ਫੌਂਟ ਤਿਆਰ ਕਰ ਲਿਆ। ਔਰ 2017 ਵਿਸਾਖੀ ਵਾਲੇ ਦਿਨ ਤੋਂ ਜਿਹੜੀ ਮੇਰੀ ਅੱਖਰਕਾਰੀ ਹੈ ਉਹਦਾ ਆਗਾਜ਼ ਹੋਇਆ ਜੀ, ਗੁਰਬਾਣੀ ਦੀ ਅੱਖਰਕਾਰੀ ਦਾ। ਜੀ ਕੋਈ ਜ਼ਿਆਦਾ ਲੰਮਾ ਸਫ਼ਰ ਨਹੀਂ ਹੈਗਾ, ਤੇ ਬਸ ਇੰਨਾ ਕੁ ਸਾਡਾ ਜਿਹੜਾ ਹੈਗਾ ਅੱਖਰਕਾਰੀ ਦਾ ਸਫ਼ਰ ਹੈ। ਪਰ ਇਸ ਸਫ਼ਰ ਦੇ ਵਿੱਚ ਜਿਹੜੇ ਮਿੱਠੇ ਕੌੜੇ ਅਨੁਭਵ ਬਹੁਤ ਹੋਏ ਆ ਜੀ, ਬਹੁਤ ਕੁਝ ਸਿੱਖਿਆ ਇਹਨਾਂ ਸਮੇਂ ਦੇ ਵਿੱਚ ਜੀ। ਸਾਹਿਬ ਸਿੰਘ ਜੀ, ਤੁਸੀਂ ਕੁਝ ਬਹੁਤ ਸੰਖੇਪ ਦੇ ਵਿੱਚ ਇਹਦੇ ਵਿੱਚ ਕੁਝ ਐਡ ਕਰਨਾ ਚਾਹੁੰਦੇ ਹੋ? ਨਹੀਂ ਜੀ, ਮੈਂ ਕੋਈ ਬਾਹਲਾ ਨਹੀਂ, ਇਹ ਮੇਰਾ ਛੋਟਾ ਵੀਰ ਹੈ। ਜਿਸ ਤਰ੍ਹਾਂ ਇਹ ਸਾਡਾ ਜ਼ਿਲ੍ਹਾ ਇੱਕ ਹੈ ਜੀ, ਤੇ ਮੁਕਤਸਰ 'ਚ ਅਸੀਂ ਰਹਿ ਰਹੇ ਹਾਂ, ਤੇ ਬਲਾਕ ਅੱਡੋ ਅੱਡੀ ਸਾਡੇ, ਮਤਲਬ ਜਿੱਥੇ ਅਸੀਂ ਜੌਬ ਕਰਦੇ ਹਾਂ ਜੀ। ਜਿੰਨਾ ਟਾਈਮਾਂ 'ਚ ਵੀਰ ਜੀ ਗੱਲ ਕਰਦੇ ਹੈ 16 ਦੀ ਜਾਂ ਉਦੋਂ ਪਹਿਲਾਂ ਦੀ 13 ਦੀ, ਮੈਂ ਵੀ ਉਸੇ ਤਰ੍ਹਾਂ ਹੀ ਮੈਂ ਆਪਣੇ ਬਲਾਕ 'ਚੋਂ ਫਸਟ ਹੋ ਕੇ ਤੇ ਗਾਂਹ ਜਦੋਂ ਗਏ, ਅਸੀਂ ਜ਼ਿਲ੍ਹੇ 'ਚ ਇਕੱਠੇ ਹੋਏ ਹਾਂ। ਉੱਥੋਂ ਸਾਡੀ ਜਾਣ ਪਛਾਣ ਵਧੀ ਵੀ। ਆਹ ਸੱਜਣ ਜਿਹੜੇ ਉਰਮਨ ਵੀ ਹੈਗੇ ਨੇ, ਨਰਮਲ ਸਿੰਘ ਨੇ, ਮੈਂ ਅੱਜ ਹੋਰ ਕੋਈ ਹੈ ਬੰਦਾ, ਇਹ ਬਹੁਤ ਸੋਹਣਾ ਲਿਖ ਲੈਂਦੇ ਨੇ ਜੀ। ਜਿਹੜੀ ਅੱਖਰਕਾਰੀ ਦੀ ਗੱਲ ਹੁੰਦੀ ਹੈ ਜੀ, ਉਹ ਸਾਡੇ ਇੱਕ ਸੱਜਣ ਸੀਗੇ ਮੁਕਤਸਰ ਤੋਂ ਹੀ, ਉਹ ਮੇਰੇ ਸੰਪਰਕ 'ਚ ਸਨ, ਤੇ ਉਹਨਾਂ ਨੇ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਲਿਖਣਾ ਦਾ ਬੀੜਾ ਚੱਕਿਆ ਸੀਗਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਲਿਖਾਂ। ਤੇ ਮੈਂ ਉਹਨਾਂ ਨਾਲ ਸੰਪਰਕ 'ਚ ਆਇਆ, ਤੇ ਮੈਂ ਆਖਿਆ ਵੀ ਮੈਂ ਵੀ ਲਿਖਣਾ ਚਾਹੁੰਦਾ ਹੈਗਾ, ਆਪਾਂ ਇਕੱਠੇ ਕੰਮ ਸ਼ੁਰੂ ਕਰਾਂਗੇ। ਤੇ ਉਹ ਤੇ ਉਹਨਾਂ ਨੇ ਕੰਮ ਸ਼ੁਰੂ ਕਰ ਲਿਆ ਵੀਰ ਨੇ, ਤੇ ਮੈਂ ਰਹਿ ਗਿਆ, ਤੇ ਮੈਨੂੰ ਬੜਾ ਮਹਿਸੂਸ ਹੋਇਆ। ਤੇ ਮੈਂ ਉਰਮਨ ਨਾਲ, ਉਹਨਾਂ ਨੇ ਇੱਕ ਦਿਨ ਇਹਨਾਂ ਦਿਨਾਂ ਦੇ ਵਿੱਚ ਹੀ ਸਾਡੇ ਮੇਲਾ ਲੱਗਦਾ ਜੀ ਮਾਘੀ ਦਾ, ਬਿਲਕੁਲ, ਤੇ ਮਾਘੀ ਦੇ ਮੇਲੇ ਤੇ ਉਹਨਾਂ ਨੇ ਆਪਣੀ ਐਗਜੀਬਿਸ਼ਨ ਲਾਈ, ਤੇ ਮੈਂ ਉਰਮਨ ਉੱਥੇ ਗਏ, ਦੋਵੇਂ ਜਣੇ। ਬੜਾ ਵਧੀਆ ਕੰਮ ਕੀਤਾ ਹੋਇਆ ਵੀਰ ਦਾ, ਬਾਕਮਾਲ ਕੰਮ। ਤੇ ਅਸੀਂ ਉੱਥੋਂ ਫਿਰ ਪ੍ਰੇਰਿਤ ਹੋ ਗਏ ਉਹਦੇ ਤੋਂ, ਦੋਵਾਂ ਜਣਿਆਂ ਨੇ ਜੀ। ਕੁਛ ਉੱਥੇ ਕੋਈ ਘਟਨਾ ਇਹੋ ਜਿਹੀ ਵਾਪਰ ਗਈ, ਉਹ ਸਾਡੇ ਦਿਲ ਨੂੰ ਟੁੰਬ ਗਈ ਦੋਵਾਂ ਦੇ ਜੀ। ਅਸੀਂ ਕੰਮ ਸ਼ੁਰੂ ਕੀਤਾ, ਬੜਾ ਮਤਲਬ ਉਹ ਮੈਂ ਦਿਨ ਯਾਦ ਕਰਦਾ ਹੈਗਾ ਵੀ ਸਾਨੂੰ ਟਕਾ ਨਹੀਂ ਸੀ ਹੁੰਦਾ ਜੀ। ਮਤਲਬ 5 ਘੰਟੇ 4 ਘੰਟੇ ਤਾਂ ਸਾਡਾ ਸਹਿਜ ਸੀ ਬੈਠਣਾ। ਮੈਂ ਤਾਂ ਜੀ, ਮੈਨੂੰ ਤਾਂ ਨੀਂਦ ਨਹੀਂ ਸੀ ਆਉਂਦੀ ਹੁੰਦੀ, ਤੇ ਕਈ ਵਾਰੀ ਰਾਤ ਨੂੰ ਸੁੱਤੇ ਪਿਆ ਵੀ ਸੁਪਨਾ ਆਉਣਾ, ਤੇ ਮੈਂ ਸੁਪਨੇ ਦੇ ਵਿੱਚ ਲਿਖਾਈ ਕਰਦੇ ਹੋਣਾ, ਤੇ ਮੈਨੂੰ ਨੁਕਤਾ ਮਿਲ ਜਾਣਾ, ਤੇ ਮੈਂ ਉੱਠ ਕੇ ਉਸੇ ਵੇਲੇ ਲਿਖਣਾ ਤੇ ਲਿਖ ਕੇ। ਤੇ ਮੈਨੂੰ ਇਹ ਹੁੰਦਾ ਸੀ, ਮੈਂ ਰਿੰਪੇ ਨੂੰ ਦੱਸਾਂ ਵੀਰ ਨੂੰ ਵੀ ਆਪਾਂ ਯਾਰ ਮੈਂ ਰਾਤ ਮੈਂ ਵੇਖਿਆ, ਤੇ ਇਹਦਾ ਰਿਜ਼ਲਟ ਕੱਢਿਆ, ਸਵੇਰੇ ਅਭਿਆਸ ਕਰਨ ਦਾ। ਤੇ ਮੈਂ ਇਹਨਾਂ ਰਿੰਪੇ ਵੀਰ ਦੇ ਕੋਲ ਘਰੇ ਚਲੇ ਜਾਣਾ, ਔਰ ਇਹਨਾਂ ਕੋਲ ਇਕੱਠਿਆਂ ਬਹਿ ਕੇ ਅਭਿਆਸ ਕਰਨਾ ਉਸ ਚੀਜ਼ ਦਾ ਵੀ ਆ ਇਸ ਤਰ੍ਹਾਂ ਪੈ ਸਕਦੀ ਚੀਜ਼। ਕਿਆ ਬਾਤ, ਬਹੁਤ ਵਧੀਆ ਗੱਲ। ਉਹ ਜਿਹੜਾ ਸਮਾਂ ਸੀ ਨਾ ਸਾਡਾ ਜੀ 2 ਸਾਲ ਦਾ, 1.5-2 ਸਾਲ ਦਾ, ਉਹ ਸਮਾਂ ਮਤਲਬ ਕਿ ਯਾਦ ਕਰਕੇ ਬੜਾ ਇਹ ਹੁੰਦਾ ਵੀ ਯਾਰ ਅਸੀਂ ਉਹ ਇੰਨੇ ਪਾਗਲਪਨ ਦੀ ਹੱਦ ਤੱਕ ਅਸੀਂ ਜਾ ਚੁੱਕੇ ਸੀਗੇ, ਮਤਲਬ ਕਿ ਇਹੀ ਬਿਲਕੁਲ ਬਿਲਕੁਲ। ਉਰਮਨਦੀਪ ਜੀ, ਮੈਂ ਲਾਸਟ ਸਵਾਲ ਤੁਹਾਨੂੰ ਕਰਨਾ ਹੈ ਹੁਣ, ਕਿਉਂਕਿ ਸਮਾਂ ਸਾਡੇ ਕੋਲ ਬਹੁਤ ਹੋ ਗਿਆ, ਲਗਭਗ 1.25 ਘੰਟੇ ਦੇ ਕਰੀਬ ਸਾਡੀ ਗੱਲਬਾਤ ਹੋ ਗਈ। ਲਾਸਟ ਸਵਾਲ ਇਹ ਹੈ ਕਿ ਕੋਈ ਵੀ ਕਲਾ ਜਿਹੜੀ ਹੁੰਦੀ ਹੈ, ਉਹਦਾ ਇੱਕ ਧਰਮ ਹੁੰਦਾ ਹੈ ਕਿ ਉਹ ਸਮਕਾਲ ਦੇ ਨਾਲ ਜੁੜੇ ਜੀ। ਇਸ ਦੌਰ ਦੇ ਵਿੱਚ ਜਿਹੜਾ ਖਾਸ ਤੌਰ ਤੇ 2020 ਅਸੀਂ ਲੰਘਾਇਆ, ਉਹ ਬਹੁਤ ਵੱਡੇ ਸੰਕਟਾਂ ਦਾ ਸਾਲ ਸੀ। ਪਹਿਲਾਂ ਅਸੀਂ ਕਰੋਨਾ ਦੇ ਸੰਕਟ ਚੋਂ ਲੰਘੇ, ਹੁਣ ਕਿਸਾਨ ਸੰਕਟ ਤੋਂ ਅਸੀਂ ਕਿਸਾਨ ਸੰਘਰਸ਼ ਵੱਲ ਪਹੁੰਚੇ ਹਾਂ, ਤੇ 2020 ਦਾ ਕਲਾਈਮੈਕਸ ਦਿੱਲੀ ਦੇ ਵਿੱਚ ਹੈ। ਜਿਹੜੀ ਸਾਡੀ ਅੱਖਰਕਾਰੀ ਹੈ, ਉਸ ਸਮਕਾਲ ਦੇ ਵਿੱਚ ਕੀ ਰੋਲ ਪਲੇ ਕਰ ਸਕਦੀ ਹੈ? ਕੀ ਤੁਸੀਂ ਕੋਈ ਇਹੋ ਜਿਹਾ ਕੰਮ ਕੀਤਾ ਜਾਂ ਤੁਹਾਡਾ ਕੋਈ ਏਜੰਡਾ ਹੈ, ਅੱਜ ਤੋਂ ਬਾਅਦ ਤੁਸੀਂ ਮਤਲਬ ਕੋਈ ਇਸ ਕਿਸਮ ਦਾ ਕੁਝ ਕਰਨਾ ਚਾਹੋਗੇ, ਜੇ ਆਪਾਂ ਕੁਝ ਇਹਦੇ ਵਿੱਚ ਪਲਾਨ ਕਰੀਏ? ਸਰ, ਜਿਸ ਤਰ੍ਹਾਂ ਤੁਸੀਂ ਕਿਹਾ ਜੀ, ਜਿਹੜਾ 2020 ਦਾ ਸਮਾਂ ਹੈ ਸਾਡੇ ਲਈ ਬਹੁਤ ਔਕੜਾ ਭਰਿਆ ਸੀਗਾ, ਪਰ ਜਿਹੜੀਆਂ ਔਕੜਾਂ ਹੀ ਆ ਬੰਦੇ ਨੂੰ ਉਹ ਚੱਲਣਾ ਸਿਖਾਉਂਦੀਆਂ, ਬਹੁਤ ਸਾਰੇ ਸਬਕ ਸਿਖਾਉਂਦੀਆਂ। 2020 ਦਾ ਸਮਾਂ ਸਾਨੂੰ ਇੱਕ ਸਬਕ ਸਿਖਾ ਕੇ ਗਿਆ ਹੈ। ਪਿਛਲੇ ਮਹੀਨੇ ਦੇ ਵਿੱਚ ਸਾਨੂੰ ਵੀ ਦਿੱਲੀ ਜਾਣ ਦਾ ਮੌਕਾ ਮਿਲਿਆ, ਕਿਸਾਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ, ਔਰ ਮੈਂ ਵੀ ਇੱਕ ਕਿਸਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ। ਮੇਰੇ ਅੰਦਰ ਵੀ ਉਹ ਚੀਜ਼ ਉੱਠਦੀ ਹੈ ਜੋ ਹਰੇਕ ਬੰਦੇ ਦੇ ਅੰਦਰ ਉੱਠਦੀ ਹੈ। ਬਿਲਕੁਲ। ਤੇ ਜੇ ਅੱਖਰਕਾਰੀ ਨਾਲ ਜੋੜਦੇ ਆ ਇਸ ਨੂੰ, ਤਾਂ ਮੈਨੂੰ ਵੀ ਸੁਭਾਗ ਪ੍ਰਾਪਤ ਹੋਇਆ ਦਿੱਲੀ ਦੇ ਵਿੱਚ ਜਾ ਕੇ ਉੱਥੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਮਾਟੋਜ਼ ਲਿਖਣ ਦਾ। ਬਹੁਤ ਵਧੀਆ ਗੱਲ। ਜੋ ਵੀ ਬੰਦਾ ਕਿਸੇ ਵੀ ਖੇਤਰ ਦੇ ਨਾਲ ਸੰਬੰਧ ਰੱਖਦਾ, ਉਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਸ ਚੀਜ਼ ਦੇ ਵਿੱਚ ਇਨਵੋਲਵ ਹੈ, ਇਸ ਸੰਘਰਸ਼ ਦੇ ਵਿੱਚ ਇਨਵੋਲਵ ਹੈ।
ਤੇ ਉੱਥੇ ਜਾ ਕੇ ਬਹੁਤ ਮਨ ਨੂੰ ਸਕੂਨ ਮਿਲਿਆ। ਜਿਹੜੀ ਪ੍ਰਮਾਤਮਾ ਨੇ ਕਲਾ ਬਖਸ਼ੀ ਹੈ ਉਸ ਨੂੰ ਮੈਂ ਲੇਖੇ ਲਗਾ ਸਮਝਦਾ ਹਾਂ ਵੀ ਜਦੋਂ ਉੱਥੇ ਜਾ ਕੇ ਕਿਸਾਨੀ ਸੰਘਰਸ਼ ਦੇ ਵਿੱਚ ਜਾ ਕੇ ਮਾਟੋਜ਼ ਲਿਖੇ, ਵੰਡੇ, ਔਰ ਉੱਥੇ ਕਈ ਚੈਨਲਾਂ ਦੇ ਨਾਲ ਗੱਲਬਾਤ ਵੀ ਹੋਈ। ਔਰ ਜਿਹੜਾ ਵੀ ਬੰਦਾ ਉੱਥੇ ਆਉਂਦਾ ਸੀਗਾ ਮਾਟੋ ਲਿਖਦਿਆਂ ਨੂੰ ਦੇਖਦਾ ਸੀ ਤੇ ਉਹ ਪ੍ਰਭਾਵਿਤ ਹੁੰਦਾ ਸੀਗਾ। ਫਿਰ ਹਰੇਕ ਬੰਦਾ ਕਹਿੰਦਾ ਸੀ ਯਾਰ ਮੇਰੇ ਪਿੰਡ ਦਾ ਨਾਂ ਲਿਖ ਦੇ, ਮੇਰਾ ਨਾਂ ਲਿਖ ਦੇ ਥੱਲੇ, ਭਾਜੀ ਤੁਸੀਂ ਆਪਦਾ ਨਾਂ ਲਿਖ ਦਿਓ। ਮੈਂ ਕਹਿੰਦਾ ਯਾਰ ਮੈਂ ਆਪਦਾ ਨਾਂ ਨਹੀਂ ਲਿਖਦਾ ਗਾ, ਮੈਂ ਆਪਦੀ ਕੋਈ ਮਨਸ਼ੂਰੀ ਕਰਨੀ ਆਇਆ ਹੈਗਾ ਇੱਥੇ। ਤੇ ਇਸੇ ਤਰ੍ਹਾਂ ਜੇ ਆਪਾਂ ਕਹੀਏ ਕਈ ਹੋਰ ਵੀ ਜਿਹੜੇ ਸਾਡੇ ਸਾਥੀ ਹੈਗੇ ਆ ਜੋ ਅੱਖਰਕਾਰ ਵੀਰ ਹੈਗੇ ਆ ਜੋ ਇਸ ਕਲਾ ਦੇ ਨਾਲ ਸੰਬੰਧ ਰੱਖਦੇ ਆ, ਜਿਨ੍ਹਾਂ ਨੇ ਉੱਥੇ ਜਾ ਕੇ ਸੇਵਾ ਨਿਭਾਈ ਹੈ ਔਰ ਨਿਭਾ ਵੀ ਰਹੇ ਹੈ। ਔਰ ਭਵਿੱਖ ਦੇ ਵਿੱਚ ਵੀ ਜੇ ਸੰਘਰਸ਼ ਲੰਮਾ ਚੱਲਦਾ ਤਾਂ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਇਸ ਤਰ੍ਹਾਂ ਦਾ ਜਿਹੜਾ ਕੰਮ ਆ ਉਹ ਕਰਨ ਤਾਂ ਜੋ ਇਸ ਸੰਘਰਸ਼ ਦੇ ਵਿੱਚ ਅਸੀਂ ਆਪਣਾ ਬਣਦਾ ਯੋਗਦਾਨ ਪਾ ਸਕੀਏ। ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ। ਉਸਦੇ ਕੁਝ ਨਮੂਨੇ ਤੁਸੀਂ ਮੈਨੂੰ ਵੀ ਭੇਜਿਓ, ਜਿਹੜਾ ਕਿਸਾਨੀ ਦੇ ਨਾਲ ਤੁਸੀਂ ਜਿਹੜਾ ਕੰਮ ਕੀਤਾ ਜੇ ਉਹ ਉੱਥੇ ਛੱਡਿਆ ਤਾਂ ਕੁਝ ਮੈਨੂੰ ਤਿਆਰ ਕਰਕੇ ਭੇਜਿਓ। ਮੈਂ ਇਹਦੇ ਵਿੱਚ ਕੋਈ ਡਾਕੂਮੈਂਟ ਵੀ ਤਿਆਰ ਕਰ ਰਿਹਾ। ਕਿਸਾਨ ਸੰਘਰਸ਼ ਨਾਲ ਜਿੰਨੇ ਵੀ, ਚਾਹੇ ਉਹ ਸਾਹਿਤਕ ਸਰੋਕਾਰ ਨੇ, ਚਾਹੇ ਚਿੱਤਰਕਾਰੀ ਦੇ ਸਰੋਕਾਰ ਨੇ, ਚਾਹੇ ਅੱਖਰਕਾਰੀ ਦੇ ਸਰੋਕਾਰ ਨੇ, ਜਾਂ ਚਾਹੇ ਕਲਾਕਾਰੀ ਦੇ ਸਰੋਕਾਰ ਨੇ, ਮੈਂ ਉਹਨਾਂ ਤੇ ਕੁਝ ਵਰਕਆਊਟ ਕਰ ਰਿਹਾ ਤੇ ਤੁਸੀਂ ਮੈਨੂੰ ਜ਼ਰੂਰ ਭੇਜਿਓ ਤਾਂ ਕਿ ਮੈਂ ਉਹਦੇ ਵਿੱਚ ਸ਼ਾਮਲ ਕਰ ਸਕਾਂ ਉਸ ਗੱਲ ਦੇ ਵਿੱਚ। ਤੇ ਸੱਚਮੁੱਚ ਤੁਸੀਂ ਅੱਜ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਨੇ। ਅੱਖਰਕਾਰੀ ਬਹੁਤ ਗੰਭੀਰ ਤੇ ਬਹੁਤ ਸੋਝ ਭਰਪੂਰ ਕਲਾ ਹੈ ਤੇ ਇਸ ਗੰਭੀਰ ਤੇ ਸੋਝ ਭਰਪੂਰ ਕਲਾਕਾਰੀ ਨੂੰ ਸਿੱਖਣਾ, ਮੰਨਣਾ, ਜਾਣਨਾ, ਸਮਝਣਾ ਤੇ ਇਹਦੇ ਨਾਲ ਜੁੜਨਾ ਆਪਣੇ ਆਪ ਦੇ ਵਿੱਚ ਇੱਕ ਸਾਧਨ ਹੈ, ਆਪਣੇ ਆਪ ਦੇ ਵਿੱਚ ਇੱਕ ਅਭਿਆਸ ਹੈ। ਬਹੁਤ ਸਾਰੇ ਲੋਕ ਬਹੁਤ ਸਾਰਾ ਕੰਮ ਕਰ ਰਹੇ ਨੇ ਤੇ ਖਾਸ ਤੌਰ ਤੇ ਅੱਜ ਤੁਸੀਂ ਇਸ ਪਲੇਟਫਾਰਮ ਤੇ ਆਏ, ਤੁਸੀਂ ਆਪਣੇ ਕੰਮਾਂ ਬਾਰੇ ਦੱਸਿਆ ਤੇ ਨਾਲ ਅੱਖਰਕਾਰੀ ਦੇ ਬਹੁਤ ਸਾਰੇ ਏਜੰਡਿਆਂ ਨੂੰ ਆਪਾਂ ਡਿਸਕਸ ਕੀਤਾ। ਤੇ ਮੈਂ ਉਮੀਦ ਕਰਦਾ ਕਿ ਆਪਾਂ ਸਾਰੇ ਰਲ ਕੇ ਇਸ ਖੇਤਰ ਦੇ ਵਿੱਚ ਜਿਹੜੇ ਟੈਬੂਜ਼ ਨੇ, ਜਿਹੜੀਆਂ ਸਾਡੀਆਂ ਲਿਮਿਟੇਸ਼ਨਸ ਨੇ, ਅਸੀਂ ਉਹਨਾਂ ਲਿਮਿਟੇਸ਼ਨਸ ਨੂੰ ਕ੍ਰਾਸ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਖਰਕਾਰੀ ਨੂੰ ਇੱਕ ਕਲਾ ਦੇ ਤੌਰ ਤੇ ਵਿਕਸਿਤ ਕਰਨ ਲਈ ਸਿਧਾਂਤਕ ਪੱਧਰ ਤੇ ਵਿਹਾਰਕ ਪੱਧਰ ਤੇ ਜੋ ਵੀ ਕੁਝ ਕਰਨਾ ਬਣਦਾ ਉਹ ਅਸੀਂ ਕਰਾਂਗੇ। ਇਹ ਮੈਂ ਤੁਹਾਡੇ ਬਿਹਾਫ ਤੇ ਸਾਡੇ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਨਾਲ ਜੁੜੇ ਹੋਏ ਸਾਰੇ ਅਧਿਆਪਕਾਂ ਨਾਲ ਵੀ ਵਾਅਦਾ ਕਰਦਾ ਕਿ ਆਪਾਂ ਸਾਰੇ ਜਿਸ ਪਲੇਟਫਾਰਮ ਤੇ ਵੀ ਆਪਾਂ ਕੰਮ ਕਰ ਰਹੇ ਹਾਂ, ਜਿਹੜਾ ਵੀ ਬੰਦਾ ਕੰਮ ਕਰ ਰਿਹਾ, ਉਹਨਾਂ ਸਾਰਿਆਂ ਨੂੰ ਸਾਡਾ ਸਲਾਮ ਹੈ। ਉਹਨਾਂ ਸਾਰਿਆਂ ਦੇ ਮਿਹਨਤ ਅੱਗੇ, ਉਹਨਾਂ ਸਾਰਿਆਂ ਦੇ ਸੋਝ ਅੱਗੇ ਸਾਡਾ ਸਿਰ ਝੁਕਦਾ ਹੈ। ਅਸੀਂ ਚਾਹੁੰਦੇ ਹਾਂ ਕਿ ਆਪਾਂ ਰਲ ਕੇ ਇਸ ਕਲਾ ਨੂੰ ਹੋਰ ਮਜ਼ਬੂਤ ਕਰੀਏ, ਇਸ ਕਲਾ ਨੂੰ ਹੋਰ ਨਿਖਾਰੀਏ ਤੇ ਸੱਚਮੁੱਚ ਅੱਖਰਕਾਰੀ ਦੇ ਇਤਿਹਾਸ ਦੇ ਵਿੱਚ ਸਾਡਾ ਇਹ ਦੌਰ ਇੱਕ ਨਵਾਂ ਹਸਤਾਖਰ ਲੈ ਕੇ ਆਵੇ, ਇੱਕ ਨਵਾਂ ਚਿੰਨ੍ਹ ਲੈ ਕੇ ਆਵੇ, ਇੱਕ ਨਵਾਂ ਰੋਲ ਮਾਡਲ ਲੈ ਕੇ ਆਵੇ, ਇੱਕ ਨਵੀਂ ਬੁਲੰਦੀ ਵੱਲ ਜਾਵੇ। ਤੁਹਾਡਾ ਸਾਹਿਬ ਸਿੰਘ ਜੀ ਬਹੁਤ ਬਹੁਤ ਧੰਨਵਾਦ। ਗੁਰਮਨਦੀਪ ਜੀ ਬਹੁਤ ਬਹੁਤ ਧੰਨਵਾਦ। ਧਾਮੀ ਸਾਹਿਬ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਸਰ। ਧੰਨਵਾਦ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜੀ। ਇਹਦਾ ਮੈਂ ਲਿੰਕ ਬਣਾ ਕੇ ਸਰ ਤੁਹਾਨੂੰ ਭੇਜ ਦੂੰਗਾ, ਗਰੁੱਪ ਦੇ ਵਿੱਚ ਵੀ ਪਾਵਾਂਗੇ, ਤੁਹਾਨੂੰ ਭੇਜ ਦੂੰਗਾ। ਤੁਸੀਂ ਅੱਗੇ ਉਸ ਨੂੰ ਆਪਣੇ ਦੋਸਤਾਂ ਦੇ ਨਾਲ, ਆਪਣੇ ਸਰਕਲ ਦੇ ਨਾਲ ਸਾਂਝਾ ਕਰ ਸਕਦੇ ਹੋ। ਮੀਡੀਆ ਪ੍ਰਵਾਸ ਤੋਂ ਇਹ ਲਿੰਕ ਤੁਹਾਡੇ ਕੋਲ ਆਊਗਾ। ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਧੰਨਵਾਦ ਜੀ। ਜੀ, ਸ਼ੁਕਰੀਆ ਸਰ।